पर इतिहास के हवालियां आप मतलब डिटेल च नहीं जा सकते क्योंकि एडे वड्डे विषय दे विच हिंट मात्र दिते जा सकते हैं। पर मुख्य तौर पर जिहड़ा उहदा दार्शनिक पहलू आ कि किवें जिहड़ा साडा आधुनिक भारती फलसफा उन्हें किवें रूप धारिया। आधुनिक भारती फलसफे का मतलब यह आ कि जदों हिंदुस्तान दे विच पूंजीवाद का आगमन हुंदा है, यानी आधुनिक तो मतलब पूंजीवाद का आगमन, जिहड़ा पूरी एक समंती जिहड़ी हैगी धारा सी, हज़ारां सालां दे समंतवाद का दौर सारी दुनिया च रहा, भारत विच भी रहा। उस तो बाद दा जिहड़ा दौर है ਉਹਦਾ ਜਿਹੜਾ ਭਾਰਤੀ ਸੰਸਕਰਣ ਹੈ ਉਹਦੇ ਵਿੱਚ ਉਹਦੇ ਕੋਈ ਦਾਰਸ਼ਨਿਕ ਜਿਹੜੇ ਹੈਗੇ ਤੇ ਉਹ ਮੇਰੇ ਉਦੋਂ ਵੀ ਦਿਮਾਗ ਸੀ, ਉਦੋਂ ਮੈਂ ਨਾਲ ਦੀ ਕਿਉਂਕਿ ਬੜਾ ਲੰਮਾ ਹੋ ਜਾਂਦਾ ਨਾਲ ਨਹੀਂ ਅਸੀਂ ਇਕੱਠੇ ਕਰ ਸਕੇ ਕਿ ਉਹ ਲਾਜ਼ਮੀ ਉਹਦੇ ਬਰਾਬਰ ਭਾਰਤ ਵਿੱਚ ਜਿਹੜੀਆਂ ਸਰਗਰਮੀਆਂ, ਕਿਉਂਕਿ ਭਾਰਤ ਉਹਦਾ ਹਿੱਸਾ ਹੀ ਆ, ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰਬੋਧਨ ਕਾਲ ਦੇ ਦਾਰਸ਼ਨਿਕਾਂ ਬਾਰੇ ਗੱਲ ਕਰੀਏ ਯੂਰਪ ਦੇ ਜਿਨ੍ਹਾਂ ਸਾਰੀ ਦੁਨੀਆ ਦੇ ਵਿੱਚ ਬਹੁਤ ਭਾਰੀ ਅਸਰ ਪਾਇਆ, ਭਾਰਤ ਵਿੱਚ ਇੱਥੇ ਸਾਡਾ ਉਸ ਉਧਰ ਦੀਆਂ ਸਰਗਰਮੀਆਂ ਦਾ ਕੀ ਅਸਰ ਸੀ ਜਾਂ ਇੱਥੇ ਕੀ ਚੱਲ ਰਿਹਾ ਸੀ ਉਹਦੇ ਬਾਰੇ ਸਾਨੂੰ ਜਿਹੜੀ ਹੈਗੀ ਉਹ ਜ਼ਰੂਰ ਗੱਲ ਕਰਨੀ ਚਾਹੀਦੀ ਆ। ਔਰ ਉਹ ਪਿਛਲੀ ਥੋੜੀ ਜਿਹੀ ਗੱਲ ਜਦੋਂ ਅਸੀਂ ਇਸ ਆਧੁਨਿਕ ਦਰਸ਼ਨ ਦੀ ਗੱਲ ਕਰਦੇ ਹਾਂ ਤੇ ਲਾਜ਼ਮੀ ਤੌਰ ਤੇ ਸਾਨੂੰ ਭਾਰਤ ਦੀ ਉਹ ਕਿਹੜੀ ਗਤੀ ਸੀ, ਭਾਰਤ ਵਿੱਚ ਕੀ ਚੱਲ ਰਿਹਾ ਸੀ, ਉਹਦਾ ਥੋੜਾ ਜਿਹਾ ਪਿੱਛੇ ਦੇ ਹਲਕੇ ਜਿਹੇ ਹਵਾਲੇ ਦੇਣੇ ਬੜੇ ਜ਼ਰੂਰੀ ਨੇ ਕਿਉਂਕਿ ਅਸੀਂ ਫਿਲਾਸਫੀ ਦੇ ਵਿੱਚ ਦਰਸ਼ਨ ਦੇ ਵਿੱਚ ਪ੍ਰਾਚੀਨ ਭਾਰਤੀ ਫਲਸਫੇ ਦੇ ਬਹੁਤ ਲੈਕਚਰ ਕਰ ਚੁੱਕੇ ਹਾਂ। ਉਸ ਤੋਂ ਬਾਅਦ ਇੱਕ ਦੌਰ ਜਿਹੜਾ ਹੈਗਾ ਉਹ ਵਿੱਚੋਂ ਮਿਸ ਆ ਕਿ ਅਸੀਂ ਇਸਲਾਮਿਕ ਦੌਰ ਬਾਰੇ ਵੀ ਗੱਲ ਕਰ ਚੁੱਕੇ ਹਾਂ, 8ਵੀਂ 9ਵੀਂ 10ਵੀਂ 11ਵੀਂ ਸ਼ਤਾਬਦੀ ਦੇ, ਔਰ ਉਹਦਾ ਜਿਹੜਾ ਦੁਨੀਆ ਤੇ ਪ੍ਰਭਾਵ ਸੀ ਉਹਦੀ ਵੀ ਚਰਚਾ ਆਪਾਂ ਇੱਥੇ ਆਪਣੇ ਲੈਕਚਰਾਂ 'ਚ ਕਰ ਚੁੱਕੇ ਹਾਂ। ਔਰ ਉਹ ਸੂਫੀਵਾਦ ਦੇ ਰੂਪ ਵਿੱਚ ਜਿਹੜਾ ਭਾਰਤ ਵੱਲ ਜੇ ਇੱਧਰ ਪ੍ਰਭਾਵ ਪਿਆ ਜਾਂ ਉੱਧਰ ਜਿਹੜਾ ਹੈਗਾ ਸਪੇਨ ਵਗੈਰਾ ਦੇ ਰਾਹੀਂ ਉੱਧਰ ਦਰਸ਼ਨ ਇਸਲਾਮਿਕ ਦਰਸ਼ਨਿਕਾਂ ਨੇ ਕਿਵੇਂ ਆਧੁਨਿਕ ਯੂਰਪ ਦੇ ਦਰਸ਼ਨ ਨੂੰ ਘੜਨ ਵਿੱਚ ਜਿਹੜਾ ਹੈਗਾ ਉਹਨਾਂ ਨੇ ਆਪਣਾ ਜਿਹੜਾ ਹੈਗਾ ਸ਼ੁਰੂਆਤ ਉਹਨਾਂ ਦਾ ਇੱਕ ਰੋਲ ਸੀ। ਇਸੇ ਤਰ੍ਹਾਂ ਭਾਰਤ ਦੇ ਸਾਨੂੰ ਜਿਹੜਾ ਹੈਗਾ ਇਹ ਵਿੱਚ ਜਿਹੜਾ ਮੱਧਕਾਲੀਨ ਜਿਹਨੂੰ ਸਮਾਂ ਕਿਹਾ ਜਾਂਦਾ, ਇਹ 11ਵੀਂ 12ਵੀਂ ਨੂੰ ਅਸੀਂ ਇਸਲਾਮਿਕ ਦਰਸ਼ਨ ਤੇ ਗੱਲ ਛੱਡੀ ਸੀ 10ਵੀਂ 11ਵੀਂ ਸਦੀ ਤੋਂ। ਉਹਦੇ ਬਾਅਦ ਅਸੀਂ ਯੂਰਪ ਵੱਲ ਗੱਲ ਛੱਡ ਭਾਰਤ 'ਚ ਕੀ ਚੱਲ ਰਿਹਾ ਸੀ ਇਹਦੇ ਬਾਰੇ ਹਲਕੀ ਜਿਹੀ ਜਿਹੜੀ ਹੈਗੀ ਆ ਗੱਲਬਾਤ ਹਵਾਲਿਆਂ ਦੇ ਨਾਲ ਅਸੀਂ, ਕਿਉਂਕਿ ਮੱਧ ਕਾਲ ਦਾ ਬੜਾ ਕੰਟਰੋਵਰਸੀ ਚੀਜ਼ ਆ, ਕਿਉਂਕਿ ਮੱਧ ਕਾਲ ਬਾਰੇ ਵੱਧ ਤੋਂ ਵੱਧ ਜਿਹੜਾ ਹੈਗਾ ਆਪਣੇ ਸਾਹਮਣੇ ਜਿਹੜੀ ਚੀਜ਼ ਆ ਆਪਣੇ ਪੰਜਾਬੀਆਂ ਦੇ ਵਿੱਚ ਸਿੱਖ ਲਹਿਰ ਦਾ ਹੀ ਇੱਕ ਮਤਲਬ ਜਿਹੜਾ ਹੈਗਾ ਜ਼ਿਕਰ ਹੁੰਦਾ ਜਾਂ ਭਗਤੀ ਲਹਿਰ ਦਾ, ਤੇ ਭਗਤੀ ਲਹਿਰ ਦਾ ਤੇ ਸਿੱਖ ਲਹਿਰ ਦਾ ਵੀ ਨੈਤਿਕ ਤੇ ਭਾਵਨਾਤਮਕ ਤੌਰ ਤੇ ਜ਼ਿਕਰ ਹੁੰਦਾ, ਉਹਦਾ ਕੋਈ ਗੰਭੀਰ ਵਿਸ਼ਲੇਸ਼ਣ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਨਹੀਂ। ਪਰ ਸਾਨੂੰ ਜਦੋਂ ਅਸੀਂ ਉਹ ਦੌਰ ਦਾ ਥੋੜਾ ਜਿਹਾ ਸਮਝ ਲਵਾਂਗੇ, ਇਹ 15ਵੀਂ 16ਵੀਂ ਸਦੀ ਦੇ ਵਿੱਚ ਮੱਧਕਾਲੀਨ ਜਿਹੜਾ ਦਰਸ਼ਨ ਹੈ ਉਹਦੇ ਪ੍ਰਤੀਨਿਧ ਜਿਹੜੇ ਹੈਗੇ ਆ ਉਹ ਸਾਹਮਣੇ ਆਉਂਦੇ ਨੇ ਮੁੱਖ ਰੂਪ ਵਿੱਚ, ਜਿਹੜੇ ਭਗਤੀ ਲਹਿਰ ਦੇ ਵਿੱਚ ਰੂਪ ਵਿੱਚ ਜਿਹੜਾ ਤੇ ਸੂਫੀ ਲਹਿਰ ਦੇ ਰੂਪ ਵਿੱਚ ਤੇ ਬਾਅਦ ਜਿਹੜਾ ਸਿੱਖ ਲਹਿਰ ਦੇ ਰੂਪ ਵਿੱਚ ਅਸੀਂ ਵੇਖਦੇ ਇਸ ਖਿੱਤੇ 'ਚ। ਇਹ ਇੱਕ ਨਾ ਮੱਧਕਾਲ ਦੀ ਇੱਕ ਵਿਸ਼ੇਸ਼ਤਾ ਹੈ ਕਿ ਦਰਸ਼ਨ ਦਾ ਸਵਾਲ ਤੇ ਧਰਮ ਦਾ ਜਿਹੜਾ ਹੈਗਾ ਬੜਾ ਰਲ ਕਰਦੇ, ਜਿਹੜੇ ਧਾਰਮਿਕ ਸੁਧਾਰ ਲਹਿਰਾਂ ਚੱਲੀਆਂ ਇਸ ਦੌਰ ਦੇ ਵਿੱਚ ਭਗਤੀ ਲਹਿਰ ਜਾਂ ਇਹ ਸਾਰੀਆਂ ਇਹ ਧਾਰਮਿਕ ਸੁਧਾਰ ਲਹਿਰਾਂ ਦੇ ਵਿੱਚ ਹੀ ਦਾਰਸ਼ਨਿਕ ਸਵਾਲਾਂ ਦੀ ਜਿਹੜੀ ਹੈਗੀ ਆ ਉਹ ਕਾਫੀ ਉਹਦੀ ਜਿਹੜੀ ਹੈਗੀ ਚਰਚਾ ਹੁੰਦੀ ਹੈ। ਇਸ ਵਾਸਤੇ 15ਵੀਂ 16ਵੀਂ 14ਵੀਂ 15ਵੀਂ 16ਵੀਂ ਸਦੀ ਦਾ ਇੱਕ ਜਿਹੜਾ ਸਮਾਂ ਜਿਹਦੇ ਵਿੱਚ ਗੁਰੂ ਨਾਨਕ ਵਰਗੇ ਕਬੀਰ ਵਰਗੇ ਬੜੇ ਬੜੇ ਇਹਨਾਂ ਇਸ ਦੌਰ ਦੇ ਵਿੱਚ ਪੈਦਾ ਹੁੰਦੇ ਨੇ, ਉਹ ਸਮੇਂ ਨੂੰ ਥੋੜਾ ਜਿਹਾ ਸਮਝੇ ਕਿ ਉਹ ਬਹੁਤ ਉਥਲ ਪੁਥਲ ਦਾ ਇੱਕ ਸਮਾਂ ਹੈ ਭਾਰਤ ਵਿੱਚ, ਬੜੀਆਂ ਤੇਜ਼ ਮਤਲਬ ਚੱਲ ਰਹੀਆਂ ਪਰ ਪਰੰਪਰਾਗਤ ਪ੍ਰਾਤਨ ਭਾਰਤ ਨਾਲੋਂ ਜਿਹੜੀਆਂ ਤਬਦੀਲੀਆਂ ਹੋਈਆਂ ਇੱਥੇ ਇਸਲਾਮਿਕ ਜਾਂ ਬਾਹਰਲੇ ਅਰਬ ਦੇਸ਼ਾਂ ਦੇ ਹਮਲਾਵਰ ਆਉਣ ਤੋਂ ਬਾਅਦ ਕਿ ਇੱਥੇ ਕੁਝ ਵਿਕਾਸ ਹੋਇਆ ਉਹਨਾਂ ਦੇ ਵਿੱਚ, ਕਾਰੀਗਰੀ ਦੇ ਵਿੱਚ, ਦਸਤਕਾਰੀਆਂ ਦੇ ਵਿੱਚ, ਕਿਸਾਨ ਵਪਾਰੀ ਕਾਰੀਗਰ ਯਾਨੀ ਸ਼ਹਿਰੀਕਰਨ ਦਾ ਜਿਹੜਾ ਹੈਗਾ ਕਿਰਿਆ ਸ਼ੁਰੂ ਹੁੰਦੀ ਹੈ। ਬਹੁਤ ਜਿਹੜਾ ਹੈਗਾ ਤੁਹਾਨੂੰ ਹਿੰਟ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਜਿਹੜੇ ਵੱਡੇ ਸ਼ਹਿਰੀਕਰਨ ਹੋਏ ਨੇ ਉਹਨਾਂ ਵਿੱਚੋਂ ਵਿਸ਼ਵ ਦਾ ਜਿਹੜਾ ਸਭ ਤੋਂ ਪਹਿਲਾ ਸ਼ਹਿਰੀਕਰਨ ਆ ਉਹ ਪਹਿਲੀਆਂ ਸਭਿਅਤਾਵਾਂ ਨੇ ਮੈਸੋਪੋਟਾਮੀਆ ਦੀ ਤੇ ਹੋਰ ਉਹ ਤੇ ਹਿੰਦੁਸਤਾਨ ਦੇ ਵਿੱਚ ਸਿੰਧੂ ਘਾਟੀ ਦੀ ਸਭਿਅਤਾ। ਉਦੋਂ ਬਾਅਦ ਜਿਹੜਾ ਹੈਗਾ ਉਹ ਦੌਰ ਬੜਾ ਜਾ ਕੇ ਵਿੱਚ ਹਵਾਲਾ ਦਿਆਂਗਾ, ਇੱਕ ਲੰਮਾ ਦੌਰ ਆਉਂਦਾ ਔਰ ਫਿਰ ਜਦੋਂ ਅੱਜ ਇਹਨਾਂ ਦੇ ਆਉਣ ਤੋਂ ਬਾਅਦ ਬਾਕੀ ਦੁਨੀਆ ਵਿੱਚ ਹੋਰ ਢੰਗ ਨਾਲ ਵਾਪਰਿਆ, ਸਾਡੇ ਇੱਥੇ ਜਿਹੜਾ ਹੈਗਾ ਉਹ ਸ਼ਹਿਰੀਕਰਨ ਜਿਹੜਾ ਹੈਗਾ ਉਹ ਗੁਲਾਮਦਾਰੀ ਯੁੱਗ ਦੇ ਵਿੱਚ ਜਦੋਂ ਆਦਮ ਸਾਮਵਾਦੀ ਸਮਾਜ ਤੋਂ ਸਮਾਜ ਅੱਗੇ ਹੁੰਦਾ, ਦਸਤਕਾਰੀਆਂ ਦਾ ਵਿਕਾਸ ਹੁੰਦਾ ਹੈ, ਕਾਰੀਗਰੀ ਦਾ ਵਿਕਾਸ ਹੁੰਦਾ ਹੈ ਤੇ ਔਰ ਜਿਨਸ ਉਤਪਾਦਨ ਸ਼ੁਰੂ ਹੁੰਦਾ ਹੈ, ਵਟਾਂਦਰਾ ਹੁੰਦਾ ਹੈ ਗੁਲਾਮਦਾਰੀ ਪ੍ਰਬੰਧ ਦੇ ਵਿੱਚ, ਇੱਕ ਉਦੋਂ ਦੂਜਾ ਸ਼ਹਿਰੀਕਰਨ ਜਿਹੜਾ ਹੈਗਾ ਉਹ ਹੁੰਦਾ ਹੈ ਬੜੀ ਵੱਡੀ ਪੱਧਰ ਤੇ। ਫਿਰ ਜਿਉਂ ਹੀ ਸਮਾਂਤਵਾਦ ਦੀ ਧਾਰਾ ਸ਼ੁਰੂ ਹੁੰਦੀ ਆ ਤੇ ਉਹ ਸ਼ਹਿਰ ਜਿਹੜੇ ਹੈਗੇ ਉਹ ਤਬਾਹ ਹੋ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਹੈਗਾ ਉਹ ਖਤਮ ਹੋ ਜਾਂਦੇ ਆ ਤੇ ਜਿਹੜਾ ਲਗਾਨ ਜਿਹੜੀ ਮਤਲਬ ਲੁੱਟ ਦਾ ਜਿਹੜਾ ਲਗਾਨ ਹੈਗਾ ਕੇਂਦਰ ਆ ਉਹ ਕਿਸਾਨ ਦਾ ਲਗਾਨ ਆ ਤੇ ਉਹ ਪੇਂਡੂ
ਸਾਰੀ ਆਰਥਿਕ ਸਰਗਰਮੀ ਜਿਹੜੀ ਹੈਗੀ ਉਹਦੇ ਵਿੱਚ ਕੇਂਦਰਿਤ ਹੋ ਜਾਂਦੀ ਪਿੰਡਾਂ ਦੇ ਵਿੱਚ। ਤੇ ਸਮੰਤੀ ਦੌਰ ਜਿਹੜਾ ਲੰਮਾ ਹੈ ਉਹ ਸ਼ਹਿਰਾਂ ਦੇ ਪਤਨ ਦਾ ਇੱਕ ਦੌਰ ਆ। ਔਰ ਤੀਸਰਾ ਸ਼ਹਿਰੀਕਰਨ ਜਿਹੜਾ ਹੋਇਆ ਉਹ ਉਦੋਂ ਹੋਇਆ ਭਾਰਤ ਵਿੱਚ ਜਦੋਂ ਬਾਹਰਲੀ ਅਰਬ ਦੇਸ਼ਾਂ ਦੇ ਹਮਲਾਵਰ ਆਉਂਦੇ ਨੇ, ਉਦੋਂ ਫਿਰ ਇੱਕ ਹਲਾਰਾ ਮਿਲਦਾ ਦਸਤਕਾਰੀਆਂ ਨੂੰ, ਕਾਰੀਗਰੀ ਨੂੰ। ਅਸੀਂ ਇਹ ਤੀਸਰੇ ਸ਼ਹਿਰੀਕਰਨ ਦੀ ਗੱਲ ਕਰ ਰਹੇ ਹਾਂ। ਔਰ ਉਦੋਂ ਬਾਅਦ ਜਿਹੜਾ ਹੈਗਾ ਚੌਥਾ ਸ਼ਹਿਰੀਕਰਨ ਜਿਹੜਾ ਮਨੁੱਖ ਦੀ ਸਭਿਅਤਾ ਵਿੱਚ ਹੋਣ ਦਾ ਦੌਰ ਹੈ, ਜਿਹੜਾ ਪੂੰਜੀਵਾਦ ਦਾ ਜਿਹੜਾ ਹੈਗਾ ਉਹ ਹੋ ਰਿਹਾ। ਇਸ ਵਾਸਤੇ ਉਹ ਇੱਕ ਦੌਰ ਹੈ ਜਿਹਦੇ ਵਿੱਚ ਫਿਰ ਦਸਤਕਾਰੀਆਂ ਦਾ ਵਿਕਾਸ ਤੇ ਦੂਸਰਾ ਵਿਕਾਸ ਇੱਕ ਲੰਮੇ ਜਿਹੜਾ ਹੈਗਾ ਸਮੰਤੀ ਭਾਰਤ ਦੀ ਜਿਹੜੀ ਹੈਗੀ 10ਵੀਂ 11ਵੀਂ ਸ਼ਤਾਬਦੀ ਤੋਂ ਬਾਅਦ ਇੱਕ ਕਰਵਟ ਉਹ ਲੈਂਦਾ ਹੈ, ਜਿਹਦੇ ਵਿੱਚ ਕਿਉਂਕਿ ਅਸੀਂ ਬਹੁਤ ਵਾਰ ਨਾ ਕੁਝ ਬੇਸਿਕ ਧਾਰਨਾਵਾਂ ਸਾਡੇ ਦਿਮਾਗ 'ਚ ਰਹਿਣੀਆਂ ਚਾਹੀਦੀਆਂ ਜਦੋਂ ਅਸੀਂ ਇਹ ਲੈਕਚਰ ਦੀ ਗੱਲ ਕਰਦੇ ਹਾਂ। ਕਦੋਂ ਚੀਜ਼ਾਂ ਵਾਪਰਦੀਆਂ ਨੇ, ਕਦੋਂ ਤਬਦੀਲੀਆਂ ਵਾਪਰਦੀਆਂ ਨੇ? ਤਬਦੀਲੀਆਂ ਵਾਪਰਦੀਆਂ ਨੇ ਕਿ ਜਦੋਂ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਇੱਕ ਖਾਸ ਹੱਦ ਤੱਕ ਪਹੁੰਚ ਜਾਂਦਾ, ਔਰ ਉਹ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਵਿੱਚ ਪਹਿਲੇ ਪੈਦਾਵਾਰੀ ਸੰਬੰਧ ਰੁਕਾਵਟ ਬਣ ਜਾਂਦੇ ਨੇ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਤਬਦੀਲ ਹੋ ਜਾਂਦੀਆਂ ਨੇ। ਤਬਦੀਲ ਹੋਣ ਤੇ ਇੱਕ ਨਵੀਂ ਸਥਿਤੀ ਪੈਦਾ ਹੁੰਦੀ ਆ। ਉਹਨਾਂ ਦਾ ਇੱਕ ਜਿਹੜਾ ਵਿਰੋਧ ਆ ਉਹ ਸੰਕਟ ਪੈਦਾ ਕਰ ਦਿੰਦਾ। ਉਹ ਸੰਕਟ ਵੱਡੀਆਂ ਤਬਦੀਲੀਆਂ ਦੇ ਨਾਲ ਹੱਲ ਹੁੰਦੇ ਆ। ਇਸ ਵਾਸਤੇ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ ਹੈ, ਕਿਉਂਕਿ ਕੁਝ ਧਾਰਨਾਵਾਂ ਕਲੀਅਰ ਹੋ ਜਾਣ ਕਿ ਹਰ ਸਿਸਟਮ ਦੇ ਵਿੱਚ ਅਲੱਗ-ਅਲੱਗ ਪੜਾਅ ਨੇ। ਹੁਣ ਇਹ ਪੂੰਜੀਵਾਦ ਦੇ ਬਾਰੇ ਕਈ ਬੜੇ ਜਿਹੜੇ ਹੈਗੇ ਆ ਬੇਸਬਰੇ ਜਿਹੜੇ ਹੈਗੇ ਆ, ਉਹ ਅਸਲ ਵਿੱਚ ਬੇਸਬਰੇ ਇੰਨੇ ਘੱਟ ਨੇ ਜਿੰਨੇ ਜਿਵੇਂ ਕਸ਼ਮੀਰ ਜੀ ਨੇ ਕਿਹਾ ਕੋਈ ਸਾਜ਼ਿਸ਼ ਮਗਰ ਹੋ ਸਕਦੀ ਏਜੰਸੀਆਂ ਦੀ, ਜਿਹੜੇ ਆਂਦੇ ਜੀ ਪੂੰਜੀਵਾਦ ਤੇ ਉਹ ਜਿਹੜਾ ਸਾਮਰਾਜਵਾਦ ਦਾ ਅੰਤਰ ਪੜਾਅ ਆ ਗਿਆ। ਹਰ ਸਿਸਟਮ ਦੇ ਵਿੱਚ ਕਈ ਪੜਾਅ ਹੁੰਦੇ ਨੇ, ਕਿਉਂਕਿ ਚੀਜ਼ ਖੜੋਤ ਵਿੱਚ ਨਹੀਂ ਹੁੰਦੀ। ਇੱਕ ਸਿਸਟਮ ਇਹ ਨਹੀਂ ਵੀ ਆ ਲੀਕ ਮਾਰਤੀ ਤੇ ਇੱਕ ਸਿਸਟਮ ਆ ਗਿਆ ਤੇ ਜਦੋਂ ਫਿਰ ਅੱਗੇ ਜਾ ਕੇ ਉਹ ਖਤਮ ਹੋ ਗਿਆ। ਉਹਦੇ ਵਿੱਚ ਲਗਾਤਾਰ ਇੱਕ ਗਤੀ ਹੁੰਦੀ ਹੈ, ਉਹ ਆਪਣੀ ਗਤੀ ਵਿੱਚ ਤਬਦੀਲੀਆਂ ਕਰਦਾ, ਉਹਦੇ ਅਲੱਗ-ਅਲੱਗ ਪੜਾਅ ਨੇ। ਔਰ ਸਮੰਤੀ ਦੌਰ ਦੇ ਲਈ ਦੁਨੀਆ ਭਰ ਦੇ ਵਿੱਚ ਕਈ ਪੜਾਅ ਆਏ ਨੇ, ਔਰ ਭਾਰਤ ਵਿੱਚ ਵੀ ਇਹ ਪੜਾਅ ਸੀ। ਇਹ ਜਿਹੜਾ ਅਸੀਂ ਤੀਸਰਾ ਪੜਾਅ ਜਿਹੜਾ ਹੁਣ ਦੀ ਜਿਸ ਦੀ ਗੱਲ ਕਰ ਰਹੇ ਹਾਂ, ਉਹ ਸਮੰਤੀ ਦੌਰ ਵਿੱਚ ਉਹ ਪੜਾਅ ਸੀ ਜਿਹਦੇ ਵਿੱਚ ਜਿਹੜਾ ਲੁੱਟ ਆ, ਜਿਹਦੇ ਵਿੱਚ ਜਿਹੜਾ ਲਗਾਨ ਆ, ਉਹ ਮੁੱਦਾ ਲਗਾਨ ਦਾ ਦੌਰ ਸ਼ੁਰੂ ਹੋ ਜਾਂਦਾ। ਯਾਨੀ ਪਹਿਲਾ ਜਿਹੜਾ ਹੈਗਾ ਲਗਾਨ ਆ, ਜਦੋਂ ਵੀ ਸਮੰਤੀ ਵਿਵਸਥਾ ਕਾਇਮ ਹੁੰਦੀ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਉਹ ਕੰਮ ਕਰਕੇ ਕਿਰਤ ਲਗਾਨ ਜਿਹੜਾ ਹੈਗਾ ਉਹ ਦਿੱਤਾ ਜਾਂਦਾ, ਕਿਰਤ ਲਗਾਨ। ਔਰ ਦੂਸਰਾ ਜਿਹੜਾ ਦੌਰ ਹੁੰਦਾ ਸਮੰਤਵਾਦ ਦਾ, ਉਹਦੇ ਵਿੱਚ ਜਿੰਸ ਲਗਾਨ ਹੈ, ਜਿੰਸ ਦਿੱਤੀ ਜਾਂਦੀ ਹੈ, ਔਰ ਉਹ ਸਾਰਾ ਲੰਮਾ ਸਮਾਂ ਰਿਹਾ। ਇਹ ਸਮੰਤਵਾਦ ਦਾ ਵੀ ਜਿਹੜਾ ਉਦੋਂ ਅਗਲਾ ਪੜਾਅ ਹੈ, ਉੱਚਤਮ ਪੜਾਅ ਹੈ, ਜਿਸ ਤੋਂ ਬਾਅਦ ਪੂੰਜੀਵਾਦ ਦਾ ਉਹਦਾ ਸ਼ੁਰੂ ਹੋ ਜਾਂਦਾ, ਉਹ ਮੁੱਦਰਾ ਲਗਾਨ ਦਾ ਦੌਰ ਹੁੰਦਾ ਹੈ। ਔਰ ਭਾਰਤ ਵਿੱਚ ਇਹ ਵਿਸ਼ੇਸ਼ ਸਥਿਤੀ ਸੀ ਕਿ ਬਾਹਰਲੇ ਹਮਲਾਵਰਾਂ ਤੋਂ ਬਾਅਦ ਜਿਹੜਾ ਇੱਥੇ ਸਮੰਤਵਾਦ ਆਇਆ, ਉਹਨੂੰ ਫੌਜੀ ਸਮੰਤਵਾਦ ਵੀ ਕਿਹਾ ਜਾਂਦਾ, ਕਿ ਮਤਲਬ ਪੂਰਾ ਦਾ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਬਿਲਕੁਲ ਫੌਜੀ ਢੰਗ ਨਾਲ ਔਰ ਲਗਾਨ ਨੂੰ ਜਿਹੜਾ ਹੈਗਾ ਅਗਰਾਈ ਕਰਨ ਦਾ ਉਹਨਾਂ ਦਾ ਇੱਕ ਤਰੀਕਾ ਸੀ। ਇਸ ਵਾਸਤੇ ਇਹ ਜਿਹੜਾ ਹੈਗਾ ਇਸ ਨਜ਼ਰੀਏ ਤੋਂ ਉਹਦੇ 'ਚ ਵੀ ਤਬਦੀਲੀਆਂ ਹੁੰਦੀਆਂ ਨੇ, ਉਹ ਤਬਦੀਲੀਆਂ ਹੁੰਦੀਆਂ ਨੇ। ਤੇ ਮੱਧਕਾਲ ਜਿਹਨੂੰ ਆਪਾਂ ਆਉਂਦੇ ਹਾਂ, ਇਹ ਭਾਰਤੀ ਸਮੰਤਵਾਦ ਦਾ ਇਹ ਤੀਸਰਾ ਦੌਰ ਹੈ, ਜਿਹਦੇ ਵਿੱਚ ਮੁਦਰਾ ਲਗਾਨ ਜਿਹੜਾ ਹੈਗਾ ਉਹ ਭਾਰੂ ਆ। ਲਗਾਨ ਦਾ ਰੂਪ ਜਿਹੜਾ ਹੈਗਾ ਉਹ ਇਹ ਆ। ਇਸ ਵਾਸਤੇ ਉਹ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਫੌਜੀ ਸਮੰਤਵਾਦ ਦਾ ਜਿਹੜਾ ਦੌਰ ਆ, ਇਹਦੇ ਵਿੱਚ ਜਿਹੜੀ ਤਬਦੀਲੀਆਂ, ਇਹ ਜਿਹੜੀ ਸਥਿਤੀ ਆ ਰਾਜਨੀਤਿਕ ਸਥਿਤੀ ਜਾਂ ਦੂਸਰੀ ਇਹ ਸਾਰੀ, ਇਹਦੇ ਵਿੱਚ ਜਿਹੜੀਆਂ ਮੁੱਖ ਘਟਨਾਵਾਂ ਵਾਪਰਦੀਆਂ ਰਹੀਆਂ ਸਨ, ਉਹ ਸਾਨੂੰ ਰੈਂਟ ਬਹੁਤ ਜ਼ਿਆਦਾ ਲਿਆ ਜਾ ਰਿਹਾ, ਕਿਸਾਨਾਂ ਦੀਆਂ ਬਗਾਵਤਾਂ ਆਮ ਨੇ, ਹਥਿਆਰਬੰਦ ਬਗਾਵਤਾਂ ਦਾ ਦੌਰ ਆ, ਔਰ ਗੈਰ ਕਾਨੂੰਨੀ ਦੋ ਮਤਲਬ ਜਿਹੜੀ ਹੈਗੀਆਂ ਵੱਖ-ਵੱਖ ਸਭਿਅਤਾਵਾਂ ਦਾ ਵੀ ਮਤਲਬ ਜਿਹੜਾ ਹੈਗਾ ਇਹਦੇ ਵਿੱਚ ਇੱਕ ਆਪਸ ਵਿੱਚ ਮਿਲਣ ਦੀ ਪ੍ਰਕਿਰਿਆ ਚੱਲ ਰਹੀ ਆ। ਔਰ ਇਸ ਵਾਸਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਅਸੀਂ ਇਸ ਦੌਰ ਦੇ ਵਿੱਚ ਜਿਹੜੀ ਦਰਸ਼ਨ ਦੀ ਤੇ ਧਰਮ ਦੀ ਸਰਗਰਮੀ ਆ ਉਹ ਬੜੀ ਰਲਗੱਡ ਹੈ। ਔਰ ਦਾਰਸ਼ਨਿਕ ਸਵਾਲ ਵੀ ਉਹਨਾਂ ਧਰਮ ਸੁਧਾਰਾਂ ਦੇ ਰੂਪ ਵਿੱਚ ਇੱਥੇ ਠਾਏ, ਪਹਿਲੇ ਦਾਰਸ਼ਨਿਕ ਸਵਾਲ। ਔਰ ਇਸੇ ਸਮੇਂ ਵਿੱਚ ਸੂਫੀ ਮੱਤ ਦਾ ਜਿਹੜਾ ਹੈਗਾ ਉਹ ਪ੍ਰਵੇਸ਼ ਜਿਹੜਾ ਹੈਗਾ 13ਵੀਂ ਸਦੀ ਦੇ ਵਿੱਚ ਹੀ ਲਗਭਗ ਭਾਰਤ ਵਿੱਚ ਜਿਹੜਾ ਹੈਗਾ ਵੱਡੀ ਪੱਧਰ ਤੇ ਆਉਂਦਾ। ਔਰ ਇਸ ਵਾਸਤੇ ਸੂਫੀ ਮੱਤ, ਭਗਤੀ ਲਹਿਰ, ਇਹ ਸਾਰੀ ਇਹ ਉਹਨਾਂ ਦਾਰਸ਼ਨਿਕ ਸਵਾਲਾਂ ਨੂੰ ਜਿਹੜੀ ਹੈਗੀ ਲੈਂਦੀ ਆ, ਜਿਨ੍ਹਾਂ ਦੀ ਆਪਾਂ ਗੱਲ ਉਸ ਦੌਰ ਦੇ ਦਰਸ਼ਨ ਦੀ ਕਰਦੇ ਹਾਂ। ਹੁਣ ਇਹਦੇ ਵਿੱਚ ਜਿਹੜੀ ਚੀਜ਼ ਬੜੀ ਹਾਵੀ ਆ ਉਸ ਟਾਈਮ, ਉਹ ਆ ਤਿਆਗਵਾਦ ਦਾ ਤੇ ਰਹੱਸਵਾਦ ਦੇ ਸਿਧਾਂਤ। ਦਾਰਸ਼ਨਿਕ ਪੱਧਰ ਤੇ ਤਿਆਗਵਾਦ ਤੇ ਰਹੱਸਵਾਦ, ਔਰ ਸੂਫੀ ਤਿਆਗਵਾਦ ਤੇ ਜਿਹੜਾ ਇਹ ਰਹੱਸਵਾਦ ਹੈ ਤੇ ਭਗਤੀ ਲਹਿਰ ਦਾ, ਇਹ ਆਪਣੇ ਆਪ ਵਿੱਚ ਅਸੀਂ ਇੱਕ ਅਲੱਗ ਵਿਸ਼ੇ ਦੇ ਤੌਰ ਤੇ ਵੀ ਲਵਾਂਗੇ, ਕਿਉਂਕਿ ਇਹਨੂੰ ਇਹ ਬੜਾ ਨਾਜ਼ੁਕ ਵੀ ਮਸਲਾ ਹੈ ਤੇ ਬੜਾ ਜ਼ਰੂਰੀ ਵੀ ਆ। ਪਰ ਇਹਨੂੰ ਹਲਕੀ ਜਿਹੀ ਜਾਣਕਾਰੀ ਇਹ ਆ ਵੀ ਜਦੋਂ ਇੱਕ ਪਾਸੇ ਦੌਲਤ ਦੀ ਨਾ ਬਰਾਬਰ ਵੰਡ ਦੇ ਖਿਲਾਫ ਰੋਸ ਦਾ ਇੱਕ ਪੈਸਿਵ ਤਰੀਕਾ ਵੀ ਆ। ਤਿਆਗਵਾਦ ਕੀ ਆ? ਭਾਰਤੀ ਤਿਆਗਵਾਦ ਜਿਹੜੀ ਇੱਕ ਬੜੇ ਬੇਹੱਦ ਦੌਲਤਵਾਨ ਬੰਦਿਆਂ ਦੀ ਆਲੋਚਨਾ, ਉਹਨਾਂ ਦੀ ਨਿੰਦਿਆ, ਯਾਨੀ ਦੌਲਤ ਦੀ ਨਾ ਬਰਾਬਰ ਵੰਡ। ਇੱਕ ਬੰਨੇ ਦੌਲਤ ਇਕੱਠੀ ਹੋ ਰਹੀ ਆ, ਦੂਸਰੇ ਬੰਨੇ ਬਹੁਤ ਲੋਕ ਪਿੱਛੇ ਜਾ ਰਹੇ ਆ,
उस वेले त्यागवाद है जिहड़ा कि जाओ मैं लत्त नहीं मारदा तुहाडी धन दौलत नूं, मैं कोई परवाह नहीं करदा। एक पासे विरोध का पैसिव तरीका भी है भारतीय परंपरा विच, मतलब ये भी इहनूं मतलब रद्द करने का तरीका भी है धन दौलत के जिहड़े हैगे। पर बिल्कुल मतलब कि समाज शास्त्री नूं ये समझना चाहिए। दूजे पासे जनता के एक्टिव विरोध नूं शांत करन दा भी हथियार आ हाकम जमातां दे कोल कि जनता जिहड़ी हैगी आ सरगर्म विरोध जिहड़ा जनता दा हाकम जमातां दे हत्थ त्यागवादियों का एक हथियार भी है कि उहदे नाल ओह शांत हुंदी है। इस वास्ते दूर खासा जिहड़ा हैगा इहनूं समझना चाहिए। सारी इन्हां लहरां ने जिहड़ियां इस दौर विच चलियां, ये वो साडा मतलब दौर है। पर इहदे विच जिहड़ी चीज हावी होई, असीं 2-3 रुझान दर्शन दे वेखने आ कि जिहड़ा हैगा दर्शन ते धर्म दे दर्शन का जिहड़ा जिथों तक सवाल है, वेदांत दर्शन ही भारत विच हावी दर्शन रहा है। शंकर तो बाद जिन्नियां भी चीज़ां आईयां जिहड़ियां वखरियां धारावां वैष्णव दर्शन दियां ते शैव दर्शन दियां ने, उन्हां दा भी एक अपना अलग आ। और वैष्णव दर्शन के तहत कृष्ण का जिहड़ा हैगा एक नायक के तौर पर भारत विच आउणा, ये सारियां धारावां भी अल्टीमेट वेदांत दर्शन है जिहड़ा विचारवादी दर्शन है, ਉਹਦੇ मतलब ਜਿਹੜਾ ਹੈਗਾ दायरे ਤੇ ਅੱਗੇ ਜਾ ਕੇ ਤੇ ਅੱਗੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ, ਜਿਵੇਂ ਮੈਂ ਇੱਕ ਗੱਲ ਕਹੀ ਸੀ ਕਿ ਜਿਹੜਾ ਹੈਗਾ ਨਵ ਅਫਲਾਤੂਨ ਕੀ ਆ, ਨਵ ਅਫਲਾਤੂਨ ਇੱਕ ਵਿਚਾਰਵਾਦੀ ਦਰਸ਼ਨ ਆ। ਤੇ ਜਿਹੜਾ ਵੀ ਇਹ ਵਿਚਾਰਵਾਦੀ ਦਰਸ਼ਨ ਯੂਰਪ ਵਿੱਚ ਨਵ ਅਫਲਾਤੂਨ ਪਲੇਟੋ ਦੇ ਜਿਹੜਾ ਹੈਗਾ ਉਸ ਦਰਸ਼ਨ ਨੂੰ ਤੇ ਜਿਹੜਾ ਭਾਰਤੀ ਤੇ ਇਹਨਾਂ ਦਾ ਜਿਹੜਾ ਹੈਗਾ ਤਿਆਗਵਾਦ ਤੇ ਰਹੱਸਵਾਦ, ਇਹਨਾਂ ਦੇ ਮਿਸ਼ਰਣ ਤੋਂ ਬਾਅਦ ਜਿਹੜਾ ਨਵ ਅਫਲਾਤੂਨੀ ਦਰਸ਼ਨ ਆਇਆ ਯੂਰਪ ਵਿੱਚ, ਅਗਲੀਆਂ ਸਾਰੀਆਂ ਦਾਰਸ਼ਨਿਕ ਧਾਰਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਉਹਦੇ ਹੀ ਸੰਸਕਰਣ ਨੇ। ਇਸੇ ਤਰ੍ਹਾਂ ਭਾਰਤ ਵਿੱਚ ਜਿੰਨੀਆਂ ਵੀ ਧਾਰਾਵਾਂ ਅੱਗੇ ਚੱਲੀਆਂ, ਉਹ ਜਿੱਥੋਂ ਤੱਕ ਦਾਰਸ਼ਨਿਕ ਮਤਲਬ ਆਧਾਰ ਆ, ਉਹ ਵਿਦਾਂਤਵਾਦ ਦੇ ਹੀ ਆਪਣੇ ਅੱਡ ਦੌਰ ਦੇ ਸੰਸਕਰਣ ਨੇ। ਪਰ ਵਿਦਾਂਤਵਾਦ ਦੇ ਸੰਸਕਰਣ ਦੇ ਵਿੱਚ ਅਸੀਂ ਕਹਿ ਸਕਦੇ ਕਿ ਜਿਹੜਾ ਅਦਵੈਤ ਵਿਦਾਂਤ ਹੈ, ਜਿਹਦਾ ਸਿਧਾਂਤਵਾਦ ਰਹਿਣ ਨੇ ਦਿੱਤਾ, ਔਰ ਜਿਹਦਾ 8ਵੀਂ ਸਦੀ ਵਿੱਚ ਜਾ ਕੇ ਸ਼ੰਕਰ ਨੇ ਜਿਹਦੇ ਤੇ ਟੀਕੇ ਲਿਖੇ, ਤੇ ਉਦੋਂ ਬਾਅਦ ਜਿਹੜੇ ਸ਼ੰਕਰ ਦੀ ਉਹਦੀ ਆਲੋਚਨਾ ਦਾ ਜਿਹੜਾ ਸ਼ੰਕਰਾਚਾर्य ਤੇ ਮਠ ਬਣੇ, ਇਹ ਸਾਰਾ ਜਿਹੜਾ ਹੈਗਾ ਉਹਦੀ ਵਿਆਖਿਆ ਹੈ, ਇਹ ਵਿਦਿਆ ਦਾ ਸਿਧਾਂਤ, ਮਾਇਆ ਦਾ ਸਿਧਾਂਤ, ਇਹ ਸਾਰਾ ਉਹ ਮਤਲਬ ਬਿਲਕੁਲ ਸਾਫ਼-ਸਾਫ਼ ਜਿਹੜਾ ਹੈਗਾ ਉਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਨੋਗਤ ਵਿਚਾਰਵਾਦ ਹੈ, ਸਬਜੈਕਟਿਵ ਆਈਡੀਅਲਿਜ਼ਮ ਹੈ। ਅੱਗੇ ਜਾ ਕੇ ਜਿਹੜੇ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ, ਜਦੋਂ ਰਾਮਾਨੁਜ ਹੁੰਦੇ ਆ, ਇਹ ਉਹ ਦੌਰ ਆ ਜਦੋਂ ਭਰੂਣ ਰੂਪ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ, ਜਿਹੜੀਆਂ ਸਮੰਤਵਾਦ ਦੇ ਗਰਭ ਵਿੱਚ ਕਾਰੀਗਰੀਆਂ ਆ ਰਹੀਆਂ, ਵਪਾਰਕ ਪੂੰਜੀ ਜਿਹੜੀ ਹੈਗੀ ਉਹਦਾ ਵਿਕਾਸ ਹੋ ਰਿਹਾ, ਚੀਜ਼ਾਂ ਦਾ ਵਟਾਂਦਰਾ ਜਿਹੜਾ ਜਿਨਸ ਉਤਪਾਦਨ ਵਧ ਰਿਹਾ, ਇਸ ਦੌਰ ਦੇ ਵਿੱਚ ਉਹ ਚੱਲ ਨਹੀਂ ਸਕਦਾ ਭਾਵਵਾਦੀ ਵਿਚਾਰਵਾਦ। ਇਸ ਵਾਸਤੇ ਵਿਚਾਰਵਾਦ ਜਿਹੜਾ ਹੈਗਾ ਉਹ ਮੋਟੇ ਤੌਰ ਤੇ ਵਸਤੂਗਤ ਵਿਚਾਰਵਾਦ ਵੱਲ ਵਧ ਰਿਹਾ। ਵਸਤੂਗਤ ਵਿਚਾਰਵਾਦੀ ਜਿਹੜਾ ਹੈਗਾ ਧਾਰਾਵਾਂ, ਜਿਹੜਾ ਇਹਦਾ ਵਿਸ਼ਿਸ਼ਟ ਇਹਦਾ ਜਿਹੜਾ ਹੈਗਾ ਵਿਸ਼ਿਸ਼ਟ ਅਦਵੈਤ ਵਿਦਾਂਤ ਹੈ ਰਾਮਾਨੁਜ ਦਾ, ਉਹ ਇੱਕ ਵਸਤੂਗਤ ਵਿਚਾਰਵਾਦ ਹੈ। ਔਰ ਅਗਲੀਆਂ ਸਾਰੀਆਂ ਧਾਰਾਵਾਂ ਉਹਦੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਜਿਹੜੀ ਹੈਗੀ ਉਹ ਵਿਆਖਿਆ ਹਿੰਦੁਸਤਾਨ 'ਚ ਪੇਸ਼ ਕਰਦੀਆਂ। ਔਰ ਜਿਹੜਾ ਵਸਤੂਗਤ ਵਿਚਾਰਵਾਦ ਦਾ ਕੀ ਮਤਲਬ ਆ ਕਿ ਵਸਤੂਗਤ ਵਿਚਾਰਵਾਦ ਜਿਹੜੀਆਂ ਇਸ ਸੰਸਾਰ ਦੀ ਹਕੀਕਤ ਨੂੰ ਕੁਝ ਹੱਦ ਤੱਕ ਉਹਨੂੰ ਪ੍ਰਵਾਨਗੀ ਦੇਣੀ ਪੈਂਦੀ। ਸ਼ੰਕਰ ਦਾ ਜਿਹੜਾ ਮਨੋਗਤ ਵਿਚਾਰਵਾਦ ਹੈ, ਸ਼ੰਕਰ ਦਾ ਜਿਹੜਾ ਅਦਵੈਤ ਵਿਚਾਰਵਾਦ ਆ, ਉਹ ਇਹ ਸੰਸਾਰ ਨੂੰ ਇੱਕ ਭਰਮ ਤੇ ਇੱਕ ਮਾਇਆ ਕਹਿੰਦਾ ਹੈ। ਤੇ ਇਹ ਸੰਸਾਰ ਨੂੰ ਜਾਣਨਾ ਜਿਹੜੇ ਵੀ ਤੌਰ ਤਰੀਕੇ ਨੇ, ਇਹ ਵਿਦਿਆ ਨੇ। ਵਿਦਿਆ ਕੀ ਆ? ਵਿਦਿਆ ਉਹ ਆ ਜਿਹੜਾ ਇਹ ਸੰਸਾਰ ਦੀ ਇਸ ਗਿਆਨ ਇੰਦਰੀਆਂ ਤੋਂ ਮੁਕਤ ਹੋ ਕੇ ਜਿਹੜੀ ਹੈਗੀਆਂ ਉਹ ਬ੍ਰਹਮ ਦੇ ਜਿਹੜਾ ਹੈਗਾ ਸਮਝਣ ਦੀ ਜਿਹੜੀ ਹੈਗੀ ਆ ਉਹ ਜਿਹੜੀ ਆ ਉਹਦੇ ਬਾਰੇ ਆਪਾਂ ਲੈਕਚਰ ਕਰ ਚੁੱਕੇ ਹਾਂ। ਇਸ ਵਾਸਤੇ ਇਹ ਇੱਕ ਕਿਸਮ ਦਾ ਇਹ ਸੰਸਾਰ ਭਾਰਤੀ ਵਿਚਾਰਵਾਦੀ ਫਲਸਫੇ ਨੂੰ ਪੜ੍ਹਦੇ ਆਪਾਂ ਇਹ ਗੱਲ ਕੀਤੀ ਹੈ ਕਿ ਭਾਰਤੀ ਵਿਚਾਰਵਾਦ ਦੀ ਜਿਹੜੀ ਸਭ ਤੋਂ ਵੱਡੀ ਚੀਜ਼ ਇਹ ਸੀ ਕਿ ਪੂਰੇ ਦੇ ਪੂਰੇ ਦੌਰ ਵਿੱਚ, ਸਮੰਤੀ ਦੌਰ ਵਿੱਚ, ਇਹਨੇ ਇੱਕ ਮੁਹਾਰਤ ਹਾਸਲ ਕੀਤੀ ਕਿ ਪਦਾਰਥ ਦੀ ਧਾਰਨਾ ਨੂੰ ਹੀ ਰੱਦ ਕੀਤਾ ਜਾਏ। ਪਰ ਪਦਾਰਥ ਦੀ ਧਾਰਨਾ ਨੂੰ ਰੱਦ ਕਰਨਾ ਇਹ ਮਸਲਾ ਹੀ ਜਿਹੜਾ ਹੈਗਾ ਉਹ ਸਮੇਂ ਹੀ ਹੱਲ ਹੋ ਜਾਂਦਾ ਕਿ ਪਦਾਰਥ ਦੀ ਧਾਰਨਾ ਨੂੰ ਰੱਦ ਕਰਨ ਦਾ ਜਿਹੜਾ ਸਿਧਾਂਤ ਸੀ। ਪਰ ਹੁਣ ਸਮਾਜ ਦੀਆਂ ਹਕੀਕਤਾਂ ਪਦਾਰਥ ਦੀ ਧਾਰਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਉਹਨੂੰ ਛੋਟਾ ਵਜੋਂ ਜਿਹੜਾ ਹੈਗਾ ਵਸਤੂਗਤ ਵਿਚਾਰਵਾਦ ਦੇ ਜਿਹੜਾ ਹੈਗਾ ਇਹ ਸਿਧਾਂਤ ਦੇ ਰੂਪ ਵਿੱਚ ਅਗਲਾ ਜਿਹੜਾ ਵਿਸ਼ਿਸ਼ਟ ਅਦਵੈਤ ਵਿਦਾਂਤ ਆਉਂਦਾ, ਕਿਉਂਕਿ ਇਸੇ ਵਾਸਤੇ ਰਾਮਾਨੁਜ ਦੇ ਦੌਰ ਦੇ ਵਿੱਚ ਉਹ ਆਪਣੀ ਪੰਗਤ ਤੇ ਅਛੂਤਾਂ ਦੀ ਤੇ ਇਹਨਾਂ ਦੀ ਨਹੀਂ ਲਵਾ ਸਕਿਆ। ਪਰ ਉਹ ਇਹਦੀ ਸਿਧਾਂਤ ਰੂਪ ਵਿੱਚ ਖੰਡਨ ਕਰਦਾ ਹੈ ਵੀ ਇਹ ਮਤਲਬ ਜਾਤ ਪਾਤੀ ਵਿਤਕਰਾ ਗਲਤ ਆ ਔਰ ਇਹ ਜਾਤਾਂ, ਪਰ ਉਹ ਇਹ ਨਹੀਂ ਆਂਦਾ ਕਿ ਜੇ ਮਤਲਬ ਮਨੁੱਖ ਵੱਲੋਂ ਪੈਦਾ ਕੀਤਾ, ਉਹ ਆਂਦਾ ਇਹਨਾਂ ਦੇ ਮਾੜੇ ਕਰਮਾਂ ਕਰਕੇ ਹੋਇਆ, ਇਹ ਅਛੂਤ ਨੇ, ਇਹ ਮਾੜੇ ਨੇ। ਪਰ ਜਿਹੜਾ ਪਹਿਲਾ ਸਾਡਾ ਹਿੰਦੁਸਤਾਨ ਦਾ ਦਰਸ਼ਨ ਹੈ ਵਿਚਾਰਵਾਦੀ,
ਹੁਣ ਇੱਥੇ ਮੈਂ ਉਹ ਗੱਲ ਨਹੀਂ ਕਰ ਰਿਹਾ, ਉਹਦਾ ਮੁਕਾਬਲਾ ਕਰਨ ਲਈ ਜਿਹੜੇ ਦਰਸ਼ਨ ਚੱਲੇ, ਪਦਾਰਥਵਾਦੀ ਦਰਸ਼ਨਾਂ ਦਾ ਇੱਕ ਪੂਰੀ ਸ਼ਾਨਦਾਰ ਇਤਿਹਾਸ ਆ। ਰਾਮਾਨੁਜ ਕਹਿੰਦੇ ਨੇ ਕਿ ਇਹ ਜਿਹੜੇ ਆਪਣੇ ਪਿਛਲੇ ਕਰਮਾਂ ਦੀ ਕਰਕੇ ਹੁਣ ਮਾੜੀ ਜ਼ਿੰਦਗੀ ਭੋਗ ਰਹੇ ਨੇ, ਮਾੜੀਆਂ ਜੂਨਾਂ ਭੋਗ ਰਹੇ ਨੇ, ਇਹ ਪ੍ਰਮਾਤਮਾ ਦੀ ਭਗਤੀ ਨਾਲ ਆਪਣੇ ਕਰਮਾਂ ਦੀ ਹਾਲਤ ਨੂੰ ਬਦਲ ਸਕਦੇ। ਜਿਹੜੀ ਆਗਿਆ ਪਹਿਲਾਂ ਨਹੀਂ ਸੀ, ਜਿਹਦੀ ਪਹਿਲਾਂ ਆਗਿਆ ਨਹੀਂ ਸੀ, ਪਹਿਲਾਂ ਇਹ ਸੀ ਵੀ ਜੇ ਉਹ ਕੋਸ਼ਿਸ਼ ਕਰਦੇ ਨੇ, ਜਿਹੜੇ ਮਤਲਬ ਦਵਿਜ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ, ਛਤਰੀਆਂ ਬ੍ਰਾਹਮਣਾਂ ਦੇ ਵੈਸ਼ ਤੋਂ ਬਿਨਾਂ ਕੋਈ ਨਹੀਂ ਇਹਨੂੰ ਸਿੱਖ ਸਕਦਾ, ਇਹ ਸ਼ੂਦਰ ਸੇਵਾ ਲਈ ਪੈਦਾ ਹੋਏ ਨੇ, ਕਿ ਇਹਨਾਂ ਸ਼ੂਦਰਾਂ ਨੂੰ ਜੇ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਅੱਖਾਂ ਦੇ ਵਿੱਚ ਸਲਾਈਆਂ ਫੇਰ ਦਿਓ, ਜੇ ਸੁਣਨ ਦੀ ਕੋਸ਼ਿਸ਼ ਕਰਦੇ ਤੇ ਕੰਨਾਂ 'ਚ ਸਿੱਕਾ ਢਾਲ ਦਿਓ। ਰਾਮਾਨੁਜ ਦੇ ਦੌਰ ਤੱਕ ਵਸਤੂਵਾਦ ਵਿਚਾਰਵਾਦ ਇਸ ਗੱਲ ਦੀ ਛੋਟ ਦਿੰਦਾ ਕਿ ਨਹੀਂ, ਇਹਨਾਂ ਨੂੰ ਇਹ ਪ੍ਰਮਾਤਮਾ ਦੀ ਭਗਤੀ ਨਾਲ ਆਪਣਾ ਆਪ ਨੂੰ ਬਦਲ ਸਕਦਾ। ਇਸ ਵਾਸਤੇ ਅਸੀਂ ਇਹ ਕਹਿੰਦੇ ਕਿ ਰਾਮਾਨੁਜ ਦਾ ਜਿਹੜਾ ਦੌਰ ਆ ਇਹਦੇ ਵਿੱਚ ਇਹ ਵਿਸ਼ਿਸ਼ਟ ਅਦਵੈਤਵਾਦ ਦਾ ਦੌਰ ਆ। ਪਰ ਅੱਗੇ ਜਾ ਕੇ ਜਿਹੜੀ ਧਰਮ ਸੁਧਾਰ ਲਹਿਰਾਂ ਨੇ, ਧਰਮ ਸੁਧਾਰ ਲਹਿਰਾਂ ਦੇ ਵਿੱਚ ਸੰਸਾਰ ਦੀ ਹਕੀਕਤ ਨੂੰ ਪ੍ਰਵਾਨ ਕਰਨ ਦੀ ਗੱਲ ਆ ਰਹੀ ਹੈ, ਪਰ ਦਾਰਸ਼ਨਿਕ ਪੱਧਰ ਤੇ ਉਹ ਅਦਵੈਤ ਵਿਦਾਂਤ ਹੀ, ਦਾਰਸ਼ਨਿਕ ਪੱਧਰ ਤੇ ਉਹ ਅਦਵੈਤ ਵਿਦਾਂਤ ਆ। ਇਹ ਕੀ ਵਰਤਾਰਾ ਹੈ? ਇਹ ਵਰਤਾਰੇ ਦਾ ਕਿੱਦਾਂ, ਜੇ ਸਾਨੂੰ ਥੱਲੇ ਆਧਾਰ ਪਤਾ ਹੋਵੇ ਨਾ ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਜਿਹੜੇ ਧਰਮ ਸੁਧਾਰ ਅੰਦੋਲਨ ਨੇ ਮੱਧ ਕਾਲ ਦੇ, ਭਗਤੀ ਲਹਿਰ, ਇਹ ਸਾਰੇ ਇਹ ਸਿੱਖ ਲਹਿਰ ਧਰਮ ਸੁਧਾਰ ਅੰਦੋਲਨ ਨੇ ਸ਼ੁਰੂ ਦੇ ਰੂਪ ਵਿੱਚ। ਇਹ ਦਸਤਕਾਰ, ਇਹਦਾ ਥੱਲੇ ਜਿਹੜਾ ਆਰਥਿਕ ਇੱਕ ਆਧਾਰ ਤਿਆਰ ਹੋ ਰਿਹਾ, ਜਿਹੜਾ ਮੈਂ ਦਸਤਕਾਰੀਆਂ ਦੇ ਵਿਕਾਸ ਦੀ ਗੱਲ ਕਰ ਰਿਹਾ, ਮੁਦਰਾ ਜਿਹੜੀ ਹੈਗੀ ਆ ਲਗਾਉਣ ਵਾਲੀ ਸਟੇਜ ਦੀ ਜਿਹੜੀ ਗੱਲ ਕਰ ਰਿਹਾ, ਜਾਂ ਫੌਜੀ ਸਮੰਤੀ ਪ੍ਰਬੰਧ ਦੀ ਜਿਹੜੀ ਗੱਲ ਕਰ ਰਿਹਾ। ਔਰ ਇਸੇ ਦੌਰ ਦੇ ਵਿੱਚ ਇੱਕ ਬਹੁਤ ਮੁਦਰਾ ਦਾ ਚਲਨ ਵਧਣ ਨਾਲ, ਦਸਤਕਾਰੀਆਂ ਦੇ ਵਧਣ ਨਾਲ, ਸ਼ਹਿਰੀਕਰਨ ਦੇ ਵਿੱਚ ਜਿਹੜੀ ਸ਼ਹਿਰੀ ਜਿਹੜੇ ਹੈਗੇ ਗਿਲਡ ਮਾਸਟਰਾਂ ਦਾ ਦੌਰ ਵੀ ਆ ਰਿਹਾ। ਸ਼ਹਿਰੀ ਦਸਤਕਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਗਿਲਡਾਂ ਦਾ ਜਿਹੜਾ ਹੈਗਾ, ਤੇ ਗਿਲਡ ਮਾਸਟਰ ਮਤਲਬ ਗੁਰੂ ਤੇ ਚੇਲੇ ਵਾਲਾ ਜਿਹੜਾ ਸਿਧਾਂਤ ਹੈ, ਗਿਲਡ ਮਾਸਟਰ ਉਹਨਾਂ ਦੇ ਜਿਹੜਾ ਹੈਗਾ ਚੇਲੇ ਉਹਦੇ ਵਿੱਚ ਸਿੱਖਦੇ ਆ। ਇਹ ਸਾਰਾ ਮੱਧਕਾਲ ਦਾ ਜਿਹੜਾ ਹੈਗਾ ਉਹ ਦਸਤਕਾਰੀਆਂ ਦੀ ਸਰਗਰਮੀਆਂ ਦੇ ਵਪਾਰ ਦੀ ਸਰਗਰਮੀਆਂ, ਮੁਦਰਾ ਦੇ ਵਾਧੇ ਨਾਲ ਵਪਾਰਕ ਸਰਗਰਮੀਆਂ ਦਾ ਵਾਧਾ, ਇਹ ਸਾਰੀਆਂ ਚੀਜ਼ਾਂ ਨੇ ਲੋੜ ਪੈਦਾ ਕਰ ਦਿੱਤੀ ਕਿ ਪਰੰਪਰਾਗਤ ਜਿਹੜਾ ਪੁਰਾਣਾ ਧਰਮ ਆ ਉਹ ਤੇ ਪੁਰਾਣਾ ਦਰਸ਼ਨ ਆ ਤੇ ਪੁਰਾਣੇ ਵਿਚਾਰ ਨੇ ਉਹ ਸਮੱਸਿਆ ਪੈਦਾ ਕਰ ਰਹੇ। ਇਸ ਵਾਸਤੇ ਨਵੇਂ ਰੁਝਾਨ ਆ ਰਹੇ, ਜਾਂ ਕਹਿ ਲਈਏ ਕਿ ਉਸ ਵੇਲੇ ਦੇ ਸਮਾਜ ਦਾ ਜਿਹੜਾ ਜਮਾਤੀ ਸੰਘਰਸ਼ ਹੈ ਉਹਦੇ ਵਿੱਚ ਇੱਕ ਪਾਸੇ ਤੇ ਸਮੰਤ ਆ, ਰਾਜਾ ਹੈ, ਤੇ ਉਹਨਾਂ ਦੀ ਜਿਹੜੀ ਸੱਭਿਆਚਾਰਕ ਵਿੰਗ ਆ, ਧਰਮ ਤੇ ਦਰਸ਼ਨ ਸ਼ਾਸਤਰੀ ਨੇ, ਅਦਵੈਤ ਵਿਦਾਨ, ਦੂਸਰਾ ਜਿਹੜਾ ਹੈਗਾ ਵਿਚਾਰਵਾਦੀ ਦਰਸ਼ਨ ਆ, ਵਿਚਾਰ ਜਿਹੜਾ ਹੈਗਾ ਉਹ ਆਪਾਂ ਜਿਹਨੂੰ ਆਂਦੇ ਭਾਵਵਾਦੀ ਵਿਚਾਰਵਾਦੀ ਦਰਸ਼ਨ ਆ। ਬਸ ਦੂਸਰੇ ਪਾਸੇ ਵਪਾਰੀ ਆ ਰਿਹਾ, ਦਸਤਕਾਰ ਆ ਰਹੇ ਨੇ, ਕਿਸਾਨ ਨੇ ਜਿਨ੍ਹਾਂ ਦੀ ਬੜੀ ਲੁੱਟ ਹੋ ਰਹੀ ਆ, ਇੱਕ ਇਹ ਜਮਾਤੀ ਸੰਘਰਸ਼ ਦੀ ਪ੍ਰਤੀਨਿਧਤਾ ਕਰ ਰਹੇ ਨੇ। ਉਹਨਾਂ ਨੂੰ ਆਵਾਜ਼ ਦੇਣ ਵਾਲਾ ਜਿਹੜਾ ਹੈਗਾ ਹੈ, ਇੱਕ ਜਿਹੜਾ ਹੈਗਾ ਇੱਕ ਪਹਿਲੂ ਆ ਜਿਹੜਾ ਇਹਨਾਂ ਧਰਮ ਸੁਧਾਰ ਲਹਿਰਾਂ ਰਾਹੀਂ ਪ੍ਰਗਟ ਹੁੰਦਾ ਹੈ ਉਸ ਦੌਰ 'ਚ। ਇਸੇ ਵਾਸਤੇ ਸਾਡੇ ਅੱਜ ਦੇ ਕਈ ਇਨਕਲਾਬੀ ਉਹਨੂੰ ਜਿਹੜਾ ਹੈਗਾ ਉਹ ਅੱਜ ਉਹਨੂੰ ਕਹਿੰਦੇ ਵੀ ਬਹੁਤ ਉਸ ਪ੍ਰਸੰਗ ਵਿੱਚ ਉਹਨਾਂ ਦੀ ਮਹਾਨਤਾ ਦੀ ਅਸੀਂ ਗੱਲ ਕਰ ਸਕਦੇ ਹਾਂ, ਪਰ ਉਹ ਹੈ ਕੀ ਨੇ? ਵਿਚਾਰਵਾਦ ਨੇ। ਉਹ ਵਿਚਾਰਵਾਦ ਦੇ ਵਸਤੂਗਤ ਵਿਚਾਰਵਾਦ ਦੇ ਪੈਂਤੜੇ ਤੋਂ ਉਹ ਮੁੱਲਾ ਕਾਜੀ ਇਹਨਾਂ ਦਾ ਵਿਰੋਧ ਕਰਦੇ ਆ, ਤੇ ਉਹ ਸਾਰਾ ਜਿਹੜਾ ਹੈਗਾ ਇਹਨਾਂ ਦੀ ਪ੍ਰਤੀਨਿਧਤਾ ਕਰਦੇ ਆ। ਉਹ ਉਸ ਵੇਲੇ ਦੇ ਜਮਾਤੀ ਸੰਘਰਸ਼ ਦੀ ਜਿਹੜੀ ਹੈਗੀ ਉਹ ਪ੍ਰਗਟ ਹੁੰਦੀ ਹੈ ਧਰਮ ਸੁਧਾਰ ਲਹਿਰਾਂ ਵਿੱਚ। ਕਿਉਂਕਿ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਥੱਲੜੀਆਂ ਵਸਤੂਗਤ ਹਕੀਕਤਾਂ ਸਭਿਆਚਾਰ ਉੱਚ ਸਾਰ ਦੇ ਵਿੱਚ ਆਪਣੇ ਜਿਹੜੇ ਹੈਗਾ ਪ੍ਰਗਟ ਹੋ ਰਹੀਆਂ, ਯਾਨੀ ਕਿ ਬੁਰਜੂਆ ਜਿਹੜਾ ਅਗਲਾ ਯੁੱਗ ਆ ਮਨੁੱਖ ਦੇ ਇਤਿਹਾਸ ਦਾ, ਬੁਰਜਵਾਜੀ ਦਾ ਯੁੱਗ, ਉਹਦੇ ਬਹੁਤ ਮੁੱਢਲੇ ਭਰੂਣ ਜਿਹੜੇ ਹੈਗੇ ਉਹ ਪ੍ਰਤੀਬਿੰਬਤ ਹੋ ਰਹੇ ਨੇ ਧਰਮ ਸੁਧਾਰ ਲਹਿਰਾਂ ਦੇ ਵਿੱਚ। ਉਹਦੇ ਬਹੁਤ ਮੁੱਢਲੇ ਭਰੂਣ ਉਹਦੇ ਵਿੱਚ ਪ੍ਰਗਟ ਹੋ ਰਹੇ ਨੇ। ਉਹਦੇ ਵਿੱਚ ਵਸਤੂਵਾਦ ਵੀ ਆ, ਉਹਦੇ ਵਿੱਚ ਜਿਹੜਾ ਹੈਗਾ ਉਹ ਯੂਟੋਪੀਆ ਵੀ ਆਉਂਦਾ, ਉਹ ਸਾਰਾ ਕੁਝ ਆਉਂਦਾ। ਇਸ ਵਾਸਤੇ ਤੇ ਰਹੱਸਵਾਦ ਵੀ ਆ, ਤਿਆਗਵਾਦ ਵੀ ਆ, ਇਹ ਸਾਰਾ। ਔਰ ਉਹਦੇ ਵਿੱਚ ਜਿਹੜੀ ਹੈਗੀਆਂ ਉਹ ਜੀਵਨ ਦੀਆਂ ਹਕੀਕਤਾਂ ਧਰਮ ਸੁਧਾਰਾਂ ਦੇ ਵਿੱਚ ਜਾਤ ਪਾਤ ਦੇ ਵਿਰੋਧ ਕਰਨ ਦੀ ਜਿਹੜੀ ਹੈਗੀ ਆ ਉਹਨੂੰ ਵੀ ਉਹ ਲੈ ਕੇ ਆਉਂਦੇ ਆ। ਔਰ ਉਹ ਕਿਉਂਕਿ ਜਾਤ ਪਾਤ ਦੇ ਵਿਰੋਧ ਦਾ ਥੱਲੇ ਸਮਾਜ 'ਚ ਕੋਈ ਆਧਾਰ ਤਿਆਰ ਹੋ ਗਿਆ ਜਿਹਦੇ ਕਰਕੇ ਉਹਨਾਂ ਨੂੰ ਕਰਨਾ ਪੈ ਰਿਹਾ। ਔਰ ਯੂਰਪ ਦੇ ਵਿੱਚ ਵੀ ਇਹ ਚੀਜ਼ਾਂ ਇਹ ਵਾਪਰਨ ਤੋਂ ਬਾਅਦ ਉਹਦਾ ਸਹਿਜ ਵਿਕਾਸ ਦੇ ਰੂਪ ਵਿੱਚ ਅੱਗੇ ਬੁਰਜਵਾਜੀ ਦਾ ਵਿਕਾਸ ਹੁੰਦਾ, ਦਸਤਕਾਰੀਆਂ ਤੋਂ ਮੈਨੂਫੈਕਚਰਿੰਗ ਤੇ ਬਾਅਦ ਸੰਤ ਦਾ ਵਿਕਾਸ। ਪਰ ਭਾਰਤ ਵਿੱਚ ਇਹ ਨਹੀਂ ਵਾਪਰਦਾ। ਭਾਰਤ ਵਿੱਚ ਉਹ ਕਿਹੜਾ ਹਾਦਸਾ ਵਾਪਰਿਆ, ਉਹ ਕੀ ਘਟਨਾ ਵਾਪਰੀ ਜਿਹਦੇ ਕਰਕੇ ਇਹ ਨਹੀਂ ਵਾਪਰਦਾ? ਕਿ ਭਾਰਤ ਦੀ ਹੁਣ ਆਪਾਂ ਕਹਿ ਦਿੰਦੇ ਭਾਰਤ ਦੀਆਂ ਵਿਸ਼ੇਸ਼ ਹਾਲਤਾਂ। ਜੇ ਅਸੀਂ ਪੂਰੇ ਦੇ ਗੰਭੀਰ ਵਿਦਿਆਰਥੀ ਹਾਂ ਤੇ ਆਪਾਂ ਨੂੰ ਵੇਖਣਾ ਚਾਹੀਦਾ ਕਿ ਦੁਨੀਆ ਦੇ ਹਰ ਖਿੱਤੇ ਦੀਆਂ ਆਪਣੀਆਂ ਵਿਸ਼ੇਸ਼ ਹਾਲਤਾਂ। ਜਿਹੜੇ ਕਲਾਸੀਕਲ ਰੂਪ ਦੀ ਆਪਾਂ ਗੱਲ ਕਰਦੇ ਫਰਾਂਸ ਤੇ ਇੰਗਲੈਂਡ ਦੀ, ਉਸ ਤਰ੍ਹਾਂ ਦਾ ਕਲਾਸੀਕਲ ਰੂਪ ਤੇ ਅਸੀਂ ਜਰਮਨੀ ਵਿੱਚ ਵੀ ਨਹੀਂ ਵੇਖਦੇ, ਅਮਰੀਕਾ ਵਿੱਚ ਵੀ ਨਹੀਂ ਵੇਖਦੇ, ਰੂਸ ਵਿੱਚ ਵੀ ਨਹੀਂ ਵੇਖਦੇ। ਹਰ ਖਿੱਤੇ ਦੀਆਂ
हर खिते ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ, ਉਹਦੇ ਮੁਤਾਬਕ ਮਨੁੱਖ ਦਾ ਇਤਿਹਾਸ ਜਿਹੜਾ ਅੱਗੇ ਵੱਧਦਾ ਹੈ। ਰੂਸੀ ਜਿਹੜਾ ਹੈਗਾ ਉਹ ਰੂਸ ਦਾ ਜਿਹੜਾ ਪ੍ਰਬੋਧਨ ਹੈ, ਜਿਹੜਾ ਨਵਾਂ ਬੁਰਜੂਆ ਪ੍ਰਬੰਧ ਜਦੋਂ ਆ ਰਿਹਾ ਉਹ ਹੋਰ ਰੂਪ ਵਿੱਚ ਆਇਆ। ਜਰਮਨੀ ਦਾ ਜਿਹਨੂੰ ਆਪਾਂ ਜੁੰਕਰ ਤਰੀਕੇ ਨਾਲ ਆਉਂਦੇ ਉਹ ਵੀ ਕਲਾਸੀਕਲ ਰੂਪ ਵਿੱਚ ਨਹੀਂ ਆਇਆ। ਅਫਰੀਕਾ ਤੇ ਭਾਰਤ ਜਿਹੜਾ ਹੈਗਾ ਜਾਂ ਚੀਨ ਹੈ, ਇਹਨਾਂ ਦੇ ਅਲੱਗ-ਅਲੱਗ ਤਰੀਕੇ ਨਾਲ ਆਇਆ। ਇਸ ਵਾਸਤੇ ਹਰ ਜਿਹੜਾ ਹੈਗਾ ਦੁਨੀਆ ਦਾ ਖਿੱਤਾ ਹੈ ਉਹ ਆਪਣੇ ਵਿਕਾਸ ਦੀਆਂ ਆਪਣੀਆਂ ਕੁਝ ਖੇਤਰੀ ਵਿਸ਼ੇਸ਼ਤਾਵਾਂ ਦੇ ਨਾਲ ਸਾਹਮਣੇ ਆਉਂਦਾ। ਪਰ ਖੇਤਰੀ ਵਿਸ਼ੇਸ਼ਤਾਵਾਂ ਤੇ ਜਿਹੜੀਆਂ ਵਿਸ਼ਵ ਪੱਧਰ ਤੇ ਜਿਹੜੀਆਂ ਹੈਗੀਆਂ ਗੱਲਾਂ, ਉਹਨਾਂ ਦਾ ਆਪਸ ਵਿੱਚ ਇੱਕ ਦਵੰਦ ਹੁੰਦਾ, ਉਹਦੇ ਰਾਹੀਂ ਇੱਥੇ ਆਉਂਦਾ। ਔਰ ਭਾਰਤ ਵਿੱਚ ਇਹ ਜਿਹੜਾ ਹੈਗਾ ਆਪਣਾ ਵਿਸ਼ਾ ਹੈ ਕਿ ਕੀ ਵਾਪਰਿਆ ਤੇ ਜਿਹਦੇ ਚੋਂ ਸਾਰਾ ਦਰਸ਼ਨ ਨਿਕਲਿਆ। ਹੁਣ ਜਿਵੇਂ ਆਪਾਂ ਗੱਲ ਕੀਤੀ ਕਿ ਥੱਲੇ ਕੁਝ ਚੀਜ਼ਾਂ ਵਾਪਰ ਰਹੀਆਂ, ਵਸਤੂਗਤ ਸਮਾਜ ਦੇ ਵਿੱਚ ਵਸਤੂਗਤ ਆਧਾਰ ਤਿਆਰ ਹੋ ਰਿਹਾ ਜਿਹਦੇ ਕਰਕੇ ਚੀਜ਼ਾਂ ਆ ਰਹੀਆਂ। ਰਾਮਾਨੁਜ ਦੇ ਵਿਚਾਰਾਂ ਦੀ ਗੱਲ ਕਰਦੇ ਆ, ਜਿਉਂ ਇਹ ਚੀਜ਼ਾਂ ਅੱਗੇ ਵਧਦੀਆਂ ਕਿ ਰਾਮਾਨੁਜ ਦਾ ਹੀ ਚੇਲਾ ਜਿਹੜਾ ਹੈਗਾ ਰਾਮਾਨੰਦ ਆ 15ਵੀਂ ਸਦੀ 'ਚ ਬੜੀ ਦ੍ਰਿੜਤਾ ਨਾਲ ਇਹਦੇ ਖਿਲਾਫ ਹੇਠਲੀਆਂ ਜਾਤਾਂ ਨੂੰ ਲਾਮਬੰਦ ਕਰਨ ਵਾਲਾ ਅੱਗੇ ਵੱਧਦਾ, ਧਰਮ ਸੁਧਾਰ ਅੰਦੋਲਨ ਦੀ ਗੱਲ ਕਰਦੇ ਆ। ਔਰ ਉਸੇ ਰਾਮਾਨੰਦ ਦਾ ਚੇਲਾ ਜਿਹੜਾ ਹੈਗਾ 14ਵੀਂ 15ਵੀਂ ਸਦੀ ਇਹ ਦੌਰ ਹੈ ਉਹਨਾਂ ਦਾ, ਇਹਦੇ ਵਿੱਚ ਉਹ ਹੁੰਦਾ ਆਪਣਾ ਕਬੀਰ ਜਿਹੜਾ ਹੈਗਾ ਉਹ ਇਹਨੂੰ ਪੂਰੇ ਦੇ ਪੂਰੇ ਮੱਧਕਾਲ ਵਿੱਚ ਜਿਹੜੀਆਂ ਧਰਮ ਸੁਧਾਰ ਦਾ ਇਹਨਾਂ ਦਾ ਸਭ ਤੋਂ ਜਿਹੜਾ ਵੋਕਲ ਮਤਲਬ ਸਪੋਕਸਮੈਨ ਹੈ ਉਹਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਸ ਵਾਸਤੇ ਇਹ ਅਸੀਂ ਕੀ ਕਹਿ ਸਕਦੇ ਹਾਂ, ਇਹ ਕਹਿ ਸਕਦੇ ਹਾਂ ਕਿ ਸਮਾਂਤ ਵਿਰੋਧੀ ਲਹਿਰਾਂ ਦੀ ਵਿਚਾਰਧਾਰਾ ਦੇ ਰੂਪ ਵਿੱਚ ਧਰਮ ਸੁਧਾਰ ਲਹਿਰ ਕਿਤੇ ਨਾ ਕਿਤੇ ਸਮਾਂਤ ਵਿਰੋਧੀ ਜਿਹੜੀ ਉੱਥੇ ਜਿਹੜੀ ਜਮਾਤੀ ਸੰਘਰਸ਼ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹਨੂੰ ਜਿਹੜਾ ਹੈਗਾ ਉਹ ਦੇ ਰਹੇ ਨੇ, ਆਧਾਰ ਪਲੇਟਫਾਰਮ ਮੁਹੱਈਆ ਕਰ ਰਹੀਆਂ ਧਰਮ ਸੁਧਾਰ ਲਹਿਰਾਂ। ਔਰ ਕਬੀਰ ਤੇ ਇਹਦੇ ਬਾਰੇ ਉਹਦੀਆਂ ਲਿਖਤਾਂ 'ਚ ਸਾਰੀਆਂ ਗੱਲਾਂ ਸਪਸ਼ਟ ਹੁੰਦੀਆਂ। ਔਰ ਹਿੰਦੂਆਂ ਦੀ ਤੇ ਮੁਸਲਮਾਨਾਂ ਦੀਆਂ ਪੂਜਾ ਵਿਧੀਆਂ ਦੀ ਆਲੋਚਨਾ, ਜਾਤ ਪਾਤ ਦੀ ਆਲੋਚਨਾ ਕਰੜੇ ਪੱਧਰ ਤੇ। ਔਰ ਇਹ ਜਿਹੜੇ ਧਰਮ ਸੁਧਾਰ ਲਹਿਰਾਂ ਦੇ ਵਿੱਚ ਕਈ ਲਹਿਰਾਂ ਚੱਲੀਆਂ ਉਸ ਸਮੇਂ, ਸਾਰੇ ਦੇਸ਼ ਉਹਦੀ ਲਪੇਟ ਵਿੱਚ ਸੀ। ਸੰਤ ਪੰਥ ਚੱਲਿਆ ਜਿਹਦਾ ਬਹੁਤ ਜ਼ਿਆਦਾ ਪ੍ਰਭਾਵ ਸੀ, ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਗੁਜਰਾਤ ਦੇ ਵਿੱਚ, ਸਿੰਧ ਵਿੱਚ, ਮੁਲਤਾਨ ਦੇ ਵਿੱਚ, ਮਤਲਬ ਬੜਾ ਸਾਰੇ ਇਲਾਕਿਆਂ 'ਚ ਇੱਕ ਸੰਤ ਪੰਥ ਚੱਲਿਆ ਇਸੇ ਧਰਮ ਸੁਧਾਰ ਲਹਿਰ ਦਾ। ਔਰ ਬੰਗਾਲ ਦੇ ਵਿੱਚ ਚੈਤਨਿਆ ਦੇ ਨਾਮ ਦੇ ਜਿਹੜਾ ਇੱਕ ਸੀ ਜਿਹੜਾ ਹੈਗਾ ਇਹ ਵਿਦਵਾਨ, ਇਹ ਧਰਮ ਸੁਧਾਰ ਲਹਿਰ ਦੀ ਉਹਨੇ ਅਗਵਾਈ ਕੀਤੀ 15ਵੀਂ ਸਦੀ ਦੇ ਅਖੀਰ ਤੇ 16ਵੀਂ ਸਦੀ ਦੇ ਸ਼ੁਰੂ 'ਚ। ਉਹਨੇ ਵੀ ਮੁੱਖ ਤੌਰ ਤੇ ਜਿਹੜੀ ਹੈਗੀ ਉਹਦੇ ਆਪਣੇ ਉਹਦੇ ਵਿੱਚ ਅਛੂਤਾਂ ਤੇ ਕਾਰੀਗਰਾਂ ਦੀ ਲਾਮਬੰਦੀ ਕੀਤੀ। ਦੱਖਣ 'ਚ ਮਰਾਠਾ ਜਿਹੜਾ ਸੀ ਨਾਮਦੇਵ, ਉਹ ਇੱਕ ਦਰਜੀ ਸੀ, ਉਹਨੇ ਇਸ ਧਰਮ ਸੁਧਾਰ ਲਹਿਰ ਦੀ ਅਗਵਾਈ ਕੀਤੀ। ਔਰ ਇਸ ਤਰ੍ਹਾਂ ਇਹਨਾਂ ਲਹਿਰਾਂ ਵਿੱਚ ਜਿਹੜਾ ਸਾਨੂੰ ਜਨਵਾਦ ਨਜ਼ਰ ਆਉਂਦਾ ਨਾ ਹਲਕਾ ਫੁਲਕਾ, ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਇੱਕ ਵਿਚਾਰਵਾਦੀ ਦਰਸ਼ਨ ਨੂੰ ਇਹਨਾਂ ਦਾ ਦਰਸ਼ਨ ਸੀ। ਇਹਨਾਂ ਦਾ ਦਰਸ਼ਨ ਪਦਾਰਥਵਾਦੀ ਦਰਸ਼ਨ ਨਹੀਂ ਸੀ, ਉਹਦੇ ਲਈ ਥੱਲੇ ਕੋਈ ਉਸ ਤਰ੍ਹਾਂ ਦੀ ਸਥਿਤੀ ਨਹੀਂ। ਔਰ ਦੂਸਰੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਥੋੜਾ ਬਹੁਤਾ ਜਨਵਾਦ ਨਜ਼ਰ ਆਉਂਦਾ, ਉਹਦਾ ਇੱਕ ਕਾਰਨ ਸੀ ਕਿਉਂਕਿ ਸਮੰਤਵਾਦ ਦੇ ਗਰਭ ਵਿੱਚ ਪੈਦਾ ਜਿਹੜੇ ਸੰਬੰਧ ਨਵੇਂ ਪੈਦਾ ਹੋ ਰਹੇ ਸੀ ਵਪਾਰਕ ਤੇ ਦਸਤਕਾਰੀ ਦੇ, ਉਹਨੂੰ ਇਹ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਕਰਦੇ ਸੀ। ਇਸ ਵਾਸਤੇ ਇਹਨੂੰ ਥੋੜਾ ਜਿਹਾ ਹੋਰ ਇਹਨੂੰ ਜੇ ਆਪਾਂ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਪਤਾ ਦੌਰ ਤੋਂ ਬਾਅਦ, ਯਾਨੀ ਕਿ ਭਾਰਤ ਵਿੱਚ ਗੁਲਾਮਦਾਰੀ ਦੌਰ ਤੋਂ ਬਾਅਦ ਜਦੋਂ ਸਮੰਤਵਾਦ ਤੇਜ਼ੀ ਨਾਲ ਆਪਣੀ ਗਤੀ ਫੜਦਾ ਹੈ, ਉਹ ਦੌਰ ਦੇ ਵਿੱਚ ਜਿਹੜਾ ਹੈਗਾ ਕੁਦਰਤੀ ਉਤਪਾਦਨ ਬਹੁਤ ਤੇਜ਼ੀ ਨਾਲ ਵਧਿਆ, ਜਿਹਨੂੰ ਨੈਚੁਰਲ ਇਕਨੋਮੀ ਆਉਂਦੇ, ਪ੍ਰਕਿਰਤਕ ਆਰਥਿਕਤਾ ਆਉਂਦੇ, ਉਹਦਾ ਦੌਰ ਆ ਗਿਆ। ਔਰ ਮੁਦਰਾ ਜਿਹੜੇ ਹੈਗੇ ਆ ਉਹ ਮੁਦਰਾ ਦਾ ਰੋਲ ਬਹੁਤ ਘਟ ਗਿਆ। ਔਰ ਵਿਦੇਸ਼ੀ ਵਪਾਰ ਤੇ ਦਸਤਕਾਰੀਆਂ ਦਾ ਉਤਪਾਦਨ ਬੜਾ ਤੇਜ਼ੀ ਨਾਲ ਥੱਲੇ ਡਿੱਗ ਗਿਆ। ਔਰ ਜਿਹਨੂੰ ਮਾਰਕਸ ਨੇ ਏਸ਼ੀਆਟਿਕ ਮੋਡ ਆਫ ਪ੍ਰੋਡਕਸ਼ਨ ਕਿਹਾ ਕਿ ਇੱਕ ਬੰਦ ਪੇਂਡੂ ਖੇਤਰ, ਪੇਂਡੂ ਇਕਨੋਮੀ ਵਾਲੇ ਜਿਹੜੇ ਪਿੰਡ ਨੇ ਉਹਨਾਂ ਦਾ ਬੋਲ ਜਿਹੜਾ ਹੈਗਾ ਦੌਰ ਆਇਆ ਔਰ ਸਮੰਤੀ ਕੇਂਦਰ ਪਿੰਡਾਂ ਵਿੱਚ ਆ ਗਿਆ, ਜਿਹਨੂੰ ਆਪਾਂ ਬੰਦ ਇਕਨੋਮੀ ਨੇ ਖੁਦ ਮੁਖਤਿਆਰ ਪਿੰਡ ਦੀ ਇਕਾਈ ਜਿਹੜੀ ਸੀ ਉਹਦਾ ਇੱਕ ਦੌਰ ਆ। ਔਰ ਇਹ ਤੋਂ ਬਿਨਾਂ ਜਿਹੜੇ ਹੁਣ ਫਿਰ ਸਿਧਾਂਤ ਦੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਕੋਈ ਵੀ ਵਰਤਾਰਾ ਉਹਦਾ ਇੱਕ ਉਹਦਾ ਅੰਦਰੂਨੀ ਤੇ ਬਾਹਰੀ ਸੰਬੰਧ ਹੁੰਦੇ ਨੇ। ਉਹਦਾ ਜਿਹੜਾ ਮੁੱਖ ਪ੍ਰਧਾਨ ਸੰਬੰਧ ਜਿਹੜਾ ਕਾਰਨ ਹੁੰਦਾ ਉਹਦੇ ਅੰਦਰ ਹੀ ਮੌਜੂਦ ਹੁੰਦਾ, ਪਰ ਉਹਦਾ ਜਿਹੜਾ ਬਾਹਰ ਦਾ ਸੰਬੰਧ ਆ, ਬਾਹਰ ਦੇ ਸੰਬੰਧ ਵੀ ਉਹਦੇ ਮਹੱਤਵਪੂਰਨ ਹੁੰਦੇ, ਗੌਣ ਸੰਬੰਧ ਵੀ ਗੈਰ ਮਹੱਤਵਪੂਰਨ ਨਹੀਂ ਹੁੰਦੇ, ਪਰ ਜ਼ਿਆਦਾ ਬੁਨਿਆਦੀ ਸੰਬੰਧ ਉਹਦੇ ਅੰਦਰ ਹੁੰਦਾ, ਬੁਨਿਆਦੀ ਗਤੀ ਉਹਦੇ ਅੰਦਰ ਹੁੰਦੀ। ਉਹਦੇ ਵਿੱਚ ਉਹਦੀ ਗਤੀ ਨੂੰ ਮੰਦ ਕਰਨ ਵਿੱਚ ਜਾਂ ਉਹਨੂੰ ਤੇਜ਼ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਆ। ਸਾਨੂੰ ਇਹ ਦਰਸ਼ਨ ਦੀ ਬੁਨਿਆਦੀ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ, ਕਿਉਂਕਿ ਇਸ ਦਵੰਦ 'ਚ ਹੀ ਚੀਜ਼ਾਂ ਅੱਗੇ ਵਧਦੀਆਂ ਕਿ ਕਿਸੇ ਵੀ ਵਰਤਾਰੇ ਦੀ ਇੱਕ ਉਹਦੀ ਆਪਣੀ ਅੰਦਰ ਦੀ ਗਤੀ ਆ, ਇੱਕ ਉਹਦੇ ਬਾਹਰੀ ਸੰਬੰਧ ਨੇ, ਬਾਹਰੀ ਸੰਬੰਧ ਉਹਦੀ ਅੰਦਰਲੀ ਗਤੀ ਨੂੰ ਵੱਧ ਤੇਜ਼ ਘੱਟ ਵੱਧ ਕਰਦੇ ਆ, ਉਹਨੂੰ ਤੈਅ ਨਹੀਂ ਕਰਦੇ, ਪਰ ਉਹਦੀ ਗਤੀ ਨੂੰ ਗਤੀ ਵੀ ਦਿੰਦੇ ਆ, ਉਹਨੂੰ ਤੇਜ਼ ਕਰਦੇ ਆ, ਉਹਨੂੰ ਸ਼ੁਰੂ ਵੀ ਕਰਦੇ, ਸਾਰਾ ਕੁਝ ਕਰਦੇ ਆ। ਜਿਵੇਂ ਮੰਨ ਲਓ ਵੀ ਲੱਕੜ ਦੇ ਵਿੱਚ ਬਲਨ ਦੀ ਕਿਰਿਆ ਉਹਦੀ ਗੁਣ ਆ, ਉਹਦਾ ਅੰਦਰਲਾ ਗੁਣ ਆ, ਜੇ ਉਹਦੇ ਵਿੱਚ ਉਹ ਅੰਦਰ ਗੁਣ ਨਾ ਹੋਵੇ ਤੇ ਕੋਈ ਵੀ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ। ਪਰ ਬਾਹਰੋਂ ਅੱਗ ਲਾਉਣਾ ਉਹ ਬੜਾ ਮਹੱਤਵਪੂਰਨ ਹੈ, ਉਹ ਅੱਗ ਬਾਹਰੋਂ ਲਾਉਣਾ ਵੀ ਉਹਦੇ ਸੜਨ ਦੀ ਕਿਰਿਆ ਦਾ ਇੱਕ ਮਹੱਤਵਪੂਰਨ ਪਹਿਲੂ ਹੁੰਦਾ। ਪਰ ਜੇ ਅਸੀਂ ਬਾਹਰਲੀ ਅੱਗ ਨੂੰ ਮਹੱਤਵਪੂਰਨ ਗਿਣ ਲਈਏ ਫਿਰ ਤੇ ਆਪਾਂ ਲੋਹੇ ਨੂੰ ਵੀ ਸਾੜ ਸਕਦੇ ਹਾਂ, ਉਹ ਨਹੀਂ ਹੁੰਦਾ।
इस वास्ते जदों ये भारत में ये चीज़ां वापर रही, जो गुप्ता दौर तो बाद वाला दौर किहड़ा है, गुप्ता दौर तो बाद वाला दौर यह आ जिहदे कुदरती उत्पादन वधदा है, मुद्रा का रोल बड़ा घटदा है और दस्तकारियां का उत्पादन घट जाता, विदेशी व्यापार एकदम थल्ले चल जाता और पेंडू भाईचारा जिहड़ा हैगा ओहदा जिहड़ा हैगा तेजी नाल जिहदा असीं 9वीं 10वीं लगभग 11वीं सदी तक ही भारत विच आर्थिकता दा जिहदा ओहदा पतन जिहड़ा अगे जाके हुंदा और ओहदे विच जिहड़े बाहरी कारण सहाई होए ਐਨ ਉਹਦੇ ਵਿੱਚ ਇਹ ਸੀ ਕਿ ਐਨ ਇਹ ਗੁਪਤੇ ਦੌਰ ਦਾ ਸਮਾਂ ਜਦੋਂ ਰੋਮਨ ਸਲਤਨਤ ਤਬਾਹ ਹੁੰਦੀ ਤੇ ਸਾਨੂੰ ਮਤਲਬ ਪੂਰਾ ਕਮਾਂਤਰੀ ਨਜ਼ਰੀਏ ਨਾਲ ਸੋਚਣਾ ਚਾਹੀਦਾ। ਰੋਮਨ ਸਲਤਨਤ ਦੇ ਤਬਾਹ ਹੋਣ ਨਾਲ ਰੋਮ ਦਾ ਜਿਹੜਾ ਬਾਜ਼ਾਰ ਸੀ ਭਾਰਤੀ ਦਸਤਕਾਰੀਆਂ ਦਾ ਬਹੁਤ ਵੱਡਾ ਬਾਜ਼ਾਰ ਸੀ, ਉਹ ਬਾਜ਼ਾਰ ਵੀ ਬੰਦ ਹੁੰਦਾ ਹੈ, ਉਧਰ ਨੂੰ ਸਮਾਨ ਜਾਣਾ ਬੰਦ ਹੋ ਜਾਂਦਾ ਹੈ। ਔਰ ਇਹ ਦੌਰ ਹੈ ਜਦੋਂ ਜਾਂਗਲੀ ਕਬੀਲੇ ਜਿਹੜੇ ਹੈਗੇ ਨੇ ਹੁਣ ਤੇ ਗੁੱਜਰ ਭਾਰਤ ਤੇ ਹਮਲੇ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਅੰਤਰਰਾਸ਼ਟਰੀ ਤੌਰ ਤੇ ਇਹ ਜੁੜੀਆਂ ਨੇ। इस वास्ते 9वीं तो 11वीं सदी विच ये जिहड़ा दौर जिहदी मैं गल कीती ना भारत विच आया कि कुदरती इकोनमी वाला दौर, शहरीकरण, शहरां दा पतन और वड्डे वड्डे शहर जिहड़े हैगे ओह खत्म हो गए। भारत दे पहले जिहड़े हैगे सी वड्डे शहर सी और इहदे विच जान जा के 9वीं 10वीं सदी च ते खास करके 11वीं सदी च पैनी शुरू होंदी और फिर मतलब शहरां दे जिहड़ा हैगा विकास शुरू होंदा। वो जिहड़ा शहरों का विकास ते बाहर के जिहड़े इस्लामी लोग जिहड़े इस्लामी या दूसरे गैर इस्लामी अरब वाले उन्हां दा भारत विच आउणा, ये सारा एक दौर ओहदा वो बाहरी कारण है, इत्थों दा अंदरूनी कारण। शहरों विच नवें संबंध प्रगट हो रहे हैं और जिहड़े क्योंकि चीज़ां उत्थे ते नहीं रहिंदियां, पैदावारी शक्तियां दे विच विकास हुंदा है, पुराना प्रबंध संकटग्रस्त हो रहा है और दस्तकारियां दे अड्डे के तौर पर शहर विकसित हो रहे हैं और जिहड़े पहले शहर ने वो समंतां दे ते राजां दे जिहड़े केंद्र सन वो पहले शहरां दे क्यों वो शहर बने समंतां दे राजां दे केंद्र ने जिहड़े अड्डे ने वो दस्तकार ते व्यापार दे भी केंद्र बनने शुरू होंदे ने 9वीं 10वीं सदी विच। आपां सारियां हिंट रूप च लै रहे हैं, इन्हां दे होर बड़े पहलू हुंदे ते ओहदे करके पहले शहरां दा जिहड़ा हैगा वो भारत विच शुरू हुंदा और पैदावारी शक्तियां के वाधे के कारण दस्तकारी उत्पादन आर्थिकता की चीज वापरती। आप कह के रहे कि बंद आर्थिकता, पेंडू सुतंत्र इकाई, मुद्रा का घट, पर ज्यों ही पैदावारी शक्तियां का विकास होंदा दस्तकारियां का विकास होना शुरू होंदा क्योंकि पैदावारी शक्तियां तो विकास करदियां रहिंदियां, संदां का विकास होंदा रहिंदा, मनुख ओहदी जिहड़ी हैगी वधदी रहिंदी है और जिहड़ा बंद भाईचारक उत्पादन नालों दस्तकारी उत्पादन पहले दौर च बड़ा जुड़िया है। पेंडू भाईचारा ਉਹਦੇ ਵਿੱਚ ਮਿਸਤਰੀ ਉਹ किसान ਨੂੰ चीज बना के दे ਦਿੰਦਾ, ਚਮਿਆਰ ਜੁੱਤੀਆਂ ਬਣਾ ਦਿੰਦਾ, दूसरे सारे कर ਦਿੰਦੇ, ਉਹ ਸਾਰਾ ਬੰਦ ਭਾਈਚਾਰਾ ਹੈ, ਲਗਭਗ ਉਹ ਕਰਦੇ ਆ। ਉਹਦਾ ਜਿਹੜਾ ਲਗਾਨ ਹੈ ਕੋਈ ਬਾਹਰ ਜਾਂਦਾ ਰਾਜੇ ਕੋਲ ਤੇ ਰਾਜੇ ਕੋਲ ਜਿਹੜੀ ਜਿੰਸ ਦੇ ਰੂਪ ਵਿੱਚ ਜਾਂ ਉਹ ਜਾਂਦਾ ਹੈ ਉਹ ਰਾਜਾ ਹੀ ਮਤਲਬ ਵਪਾਰ ਵਪੂਰ ਉਹਦਾ ਕਰ ਸਕਦਾ ਹੈ। ਜਾਂ ਹਿੰਦੁਸਤਾਨ ਦੇ ਵਿੱਚ ਰਾਜੇ ਦੀ ਦਸਤਕਾਰੀ ਸਿਰਫ ਇੰਨੀ ਕੁ ਸੀ ਕਿ ਉਹ ਆਪਣੀਆਂ ਰਾਜਿਆਂ ਦੀਆਂ ਜਾਂ ਕਲੀਨ ਵਰਗ ਹੈ ਜਿਹੜਾ ਉਹਨਾਂ ਦੀਆਂ ਅਯਾਸ਼ੀ ਦੀਆਂ ਚੀਜ਼ਾਂ ਬਣਾਉਣ ਲਈ ਕਾਰੀਗਰ ਤੇ ਦਸਤਕਾਰ ਉਹਨਾਂ ਦੇ ਕਾਰਖਾਨੇ ਆਪਣੇ ਸ਼ਹਿਰ ਦੇ ਵਿੱਚ ਨਾਲ ਹੀ ਆਪਣੇ ਕੇਂਦਰ ਵਿੱਚ ਬਣਾਉਂਦੇ ਸਨ। ਹੁਣ ਕੀ ਚੀਜ਼ ਵਾਪਰ ਰਹੀ ਹੈ 10ਵੀਂ 11ਵੀਂ ਸਦੀ ਵਿੱਚ ਕਿ ਬੰਦ ਭਾਈਚਾਰਕ ਉਤਪਾਦਨ ਤੇ ਦਸਤਕਾਰੀ ਉਤਪਾਦਨ ਜਿਹੜੇ ਪਹਿਲਾਂ ਜੁੜੇ ਨੇ ਇੱਕ ਦੂਜੇ ਨਾਲ ਉਹ ਅੱਡ ਹੋਣੇ ਸ਼ੁਰੂ ਹੋ ਗਏ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ ਦਸਤਕਾਰੀ ਉਤਪਾਦਨ ਅਲੱਗ ਹੋ ਰਿਹਾ ਬੰਦ ਭਾਈਚਾਰਕ ਉਤਪਾਦਨ ਨਾਲ ਔਰ ਸ਼ਹਿਰੀਕਰਨ ਦੀ ਕਿਰਿਆ ਜਿਹੜੀ ਹੈਗੀ ਆ ਉਹ ਸ਼ੁਰੂ ਹੁੰਦੀ ਜਿਹਨੂੰ 11ਵੀਂ ਸਦੀ 12ਵੀਂ ਸਦੀ ਦੇ ਜਿਹੜੇ ਇਸਲਾਮਿਕ ਹਮਲਾਵਰ ਨੇ ਉਹ ਗਤੀ ਦਿੰਦੇ ਆ। ਸਿਧਾਂਤਕ ਸਾਨੂੰ ਪੋਜੀਸ਼ਨ ਫਿਰ ਉੱਥੇ ਰੱਖਣੀ ਚਾਹੀਦੀ ਕਿ ਗਤੀ ਅੰਦਰ ਮੌਜੂਦ ਆ, ਕੈਟਾਲਿਸਟ ਦਾ ਕੰਮ ਉਹ ਵੀ ਕਰਦੇ ਆ ਔਰ ਉਹ ਸਾਰਾ ਸੀ ਐਂਡ ਉਹ ਸਮਾਂ 10ਵੀਂ 11ਵੀਂ 12ਵੀਂ 13ਵੀਂ 14ਵੀਂ ਇਹ ਮੱਧਕਾਲ ਦਾ ਜਿਹਦੇ ਵਿੱਚ ਇਹ ਚੀਜ਼ ਇਹ ਕਿਰਿਆ ਵਾਪਰ ਰਹੀ ਆ, ਸ਼ਹਿਰੀਕਰਨ ਦੀ ਕਿਰਿਆ ਵਾਪਰ ਰਹੀ ਆ ਔਰ ਸ਼ਹਿਰੀਕਰਨ ਦੀ ਇਸ ਕਿਰਿਆ ਦੇ ਵਿੱਚ ਜਿਹੜਾ ਹੈਗਾ ਇਹ ਸਾਡੇ ਧਰਮ ਸੁਧਾਰਕ ਜਿਹੜਾ ਹੈਗਾ ਪੈਦਾ ਹੁੰਦਾ ਔਰ ਜਿਹਦੇ ਵਿੱਚ ਗੁਰੂ ਨਾਨਕ ਦਾ ਵੀ ਉਹ ਸਮਾਂ ਹੈ। ਗੁਰੂ ਨਾਨਕ ਦੇ ਸਮੇਂ ਬਾਰੇ ਬਹੁਤ ਸਾਰੇ ਕਿਉਂਕਿ ਇਹਨਾਂ ਦਾ ਨਾਂ ਤਾਂ ਲੈ ਰਹੇ ਹਾਂ ਕਿ ਉਸ ਧਰਮ ਸੁਧਾਰ ਲਹਿਰਾਂ ਦੇ ਪ੍ਰਮੁੱਖ ਹਸਤੀ ਦੇ ਰੂਪ ਵਿੱਚ ਸਾਡੇ ਇਸ ਖਿੱਤੇ ਦੇ ਗੁਰੂ ਨਾਨਕ ਨੇ ਔਰ ਉਦੋਂ ਲੋਧੀਆਂ ਦਾ ਰਾਜ ਸੀ ਭਾਰਤ ਵਿੱਚ, ਤੁਸੀਂ ਸਾਰੇ ਇਤਿਹਾਸ ਦੇ ਵਿਦਿਆਰਥੀ ਜਾਣਦੇ ਜੀ ਔਰ ਰਾਜਨੀਤਿਕ ਅਸਥਿਰਤਾ ਦਾ ਵੀ ਦੌਰ ਸੀ ਲੋਧੀਆਂ ਦੇ ਆਖਰੀ ਸਮੇਂ ਵਿੱਚ ਕਾਫੀ ਔਰ ਜਿਹਨੂੰ ਜਾ ਕੇ ਫਿਰ ਜਿਹੜਾ ਮੁਗਲ ਮਤਲਬ ਜਿਹੜਾ ਸਲਤਨਤ ਹੈ ਉਹ ਕੁਝ ਸਥਿਰਤਾ ਪ੍ਰਦਾਨ ਕਰਦੀ ਹੈ, ਉਹ ਇੱਕ ਇਤਿਹਾਸ ਦੀ ਇੱਕ ਗੱਲ ਹੈ ਔਰ ਇਹਦੇ ਵਿੱਚ ਇੱਕ ਜਿਹੜੀ ਉਤਪਾਦਨ ਦੇ ਵਾਧੇ ਦੀ ਜਿਹੜੀ ਮਹੱਤਵਪੂਰਨ ਚੀਜ਼ ਆ ਉਹ ਕੀ ਵਾਪਰੀ ਆ
ਉਹ ਇਹ ਵਾਪਰੀ ਆ ਕਿ ਸਿੰਚਾਈ ਦਾ ਮਤਲਬ ਲੋਧੀਆਂ ਦੇ ਟਾਈਮ ਸੁਲਤਾਨਾਂ ਦੇ ਟਾਈਮ ਹੀ ਸ਼ੁਰੂ ਹੋ ਜਾਂਦੀ, ਉਹ ਕਿਰਿਆ ਮੁਗਲਾਂ ਦੇ ਟਾਈਮ ਤੱਕ ਵੀ ਉਹ ਚੱਲਦੀ ਰਹਿੰਦੀ ਆ ਕਿ ਭਾਰਤ ਵਿੱਚ ਸਿੰਚਾਈ ਦਾ ਪ੍ਰਬੰਧ ਦੇ ਵਿੱਚ ਕਾਫੀ ਵਿਕਾਸ ਜਿਹੜਾ ਹੈਗਾ ਹੁੰਦਾ ਹੈ। ਔਰ ਉਹ ਸਿੰਚਾਈ ਦਾ ਜਿਹੜਾ ਹੈਗਾ ਪ੍ਰਬੰਧ ਨਾਲ ਕਾਫੀ ਪੈਦਾਵਾਰ ਬੜੀ ਵੱਧਦੀ ਹੈ। ਔਰ ਪੈਦਾਵਾਰ ਦੇ ਵਧਣ ਨਾਲ ਕਿਉਂਕਿ ਫੌਜੀ ਸਮੰਤੀ ਪ੍ਰਬੰਧ ਦੇ ਵਿੱਚ ਬੜੀ ਰੈਂਟ ਵੀ ਉਹਨਾਂ ਦਾ ਬੜਾ ਵੱਧਦਾ, ਉਹਨਾਂ ਦਾ ਲਗਾਨ ਵੀ ਬਹੁਤ ਵੱਧਦਾ ਉਹ ਸਾਰੇ ਪ੍ਰਬੰਧ ਨੂੰ ਵਰਤਣ ਦੀ। ਔਰ ਖੇਤੀ ਦੇ ਵਿਕਾਸ ਨਾਲ ਜਿਹੜੀ ਸਾਡੀ ਭਾਸ਼ਾ 'ਚ ਮਾਰਕਸਵਾਦੀ ਸ਼ਬਦਾਵਲੀ 'ਚ ਕਿਰਤ ਦੀ ਸਮਾਜਿਕ ਵੰਡ ਜਿਹੜੀ ਹੈਗੀ ਉਹ ਤੇਜ਼ ਹੋ ਜਾਂਦੀ ਹੈ। ਸੋਸ਼ਲ ਡਿਵੀਜ਼ਨ ਆਫ ਲੇਬਰ ਜਿਹੜੀ ਹੈਗੀ ਉਹ ਤੇਜ਼ ਹੋ ਜਾਂਦੀ ਆ। ਔਰ ਇਸ ਵਾਸਤੇ ਉਹਨੇ 15ਵੀਂ 16ਵੀਂ ਸਦੀ ਵਿੱਚ ਕਿਰਤ ਦੀ ਸਮਾਜਿਕ ਵੰਡ ਨੇ ਇੱਥੋਂ ਦੀ ਇਕਨੋਮੀ ਨੂੰ ਭਾਰੀ ਹਿਲਾਰਾ ਦਿੱਤਾ। ਉਹ ਇੱਕ ਅਲੱਗ ਵਿਸ਼ਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਉਤਪਾਦਨ ਹੋਇਆ, ਭਾਅ ਚੀਜ਼ਾਂ ਦੇ ਬਹੁਤ ਡਿੱਗ ਗਏ। ਉਹਦਾ ਇੱਕ ਪੂਰੇ ਉਹਦੇ ਪੁਰਾਣੇ ਦਸਤਾਵੇਜ਼ਾਂ 'ਚ ਇਹਨਾਂ ਦਾ ਜ਼ਿਕਰ ਹੈ ਉਹ। ਔਰ ਸ਼ਹਿਰੀ ਵਿਕਾਸ ਦੇ ਇਸ ਦੌਰ ਵਿੱਚ ਭਗਤੀ ਲਹਿਰ ਤੇ ਸਿੱਖ ਲਹਿਰ ਦੇ ਆਰਥਿਕ ਆਧਾਰ ਦੇ ਸਬੰਧਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਔਰ 15ਵੀਂ 16ਵੀਂ ਸਦੀ ਵਿੱਚ ਤੁਹਾਨੂੰ ਇਹ ਜਾਣਕਾਰੀ ਮੈਂ ਦੇਣੀ ਚਾਹੁੰਦਾ ਕਿ ਸ਼ਹਿਰੀਕਰਨ ਇੰਨਾ ਤੇਜ਼ ਹੋਇਆ, ਸ਼ਹਿਰੀਕਰਨ ਦੀ ਕਿਰਿਆ ਚੱਲ ਰਹੀ ਸੀ ਤੇ ਵੱਡੇ ਵੱਡੇ ਸ਼ਹਿਰ ਇੱਥੇ ਬਣੇ। ਔਰ ਮੁਲਤਾਨ, ਲਾਹੌਰ ਤੇ ਜਲੰਧਰ ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚੋਂ ਸਨ। ਲਾਹੌਰ ਉਸ ਵੇਲੇ ਦੁਨੀਆ ਦੇ ਏਡੇ ਵੱਡੇ ਸ਼ਹਿਰਾਂ ਵਿੱਚੋਂ ਸੀ। ਲਾਹੌਰ ਮਤਲਬ ਲਾਹੌਰ ਬਗਦਾਦ ਆਪਣਾ ਕੀ ਉਹਦਾ ਬਗਦਾਦ ਤੇ ਬਸਰਾਵਤ ਦੇ ਸ਼ਹਿਰ ਦੇ ਮੁਕਾਬਲੇ ਦੇ ਸ਼ਹਿਰ ਸੀ। ਜਦੋਂ ਕਿ ਲੰਡਨ ਤੇ ਪੈਰਿਸ ਬਾਰੇ ਹਾਊਸਬਾਮ ਨੇ ਲਿਖਿਆ, ਅੰਗਰੇਜ਼ ਇਤਿਹਾਸਕਾਰ ਨੇ, ਕਿ ਉਹ ਇੱਕ ਛੋਟੇ ਜਿਹੇ ਕਸਬੇ ਸਨ ਜਦੋਂ ਤੇ ਲਾਹੌਰ ਜਿਹੜਾ ਹੈਗਾ ਬਗਦਾਦ ਤੇ ਬਸਰਾ ਦੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਵਿੱਚ ਸੀ। ਔਰ ਲਾਹੌਰ ਤੋਂ ਵੀ ਪਹਿਲਾਂ ਮੁਲਤਾਨ ਬਹੁਤ ਵੱਡਾ ਸ਼ਹਿਰ ਸੀ। ਔਰ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ, ਜਿਵੇਂ ਕਸ਼ਮੀਰ ਜੀ ਨੇ ਕਿਹਾ ਨਾ ਕਿ ਰਾਸ਼ਟਰਵਾਦ ਦਾ ਸੰਕਲਪ ਨਹੀਂ ਸੀ। ਆ ਜਿਹੜਾ ਆਪਾਂ ਪੰਜਾਬ ਜਾਂ ਪੰਜਾਬ ਰਾਸ਼ਟਰਵਾਦ ਦਾ ਜਾਂ ਕੌਮੀਤਾ ਦਾ ਕੋਈ ਸੰਕਲਪ ਨਹੀਂ ਸੀ। ਪੰਜਾਬ ਨਾਂ ਦੇ ਸੂਬੇ ਦਾ ਕੋਈ ਜ਼ਿਕਰ ਨਹੀਂ ਹੁੰਦਾ ਕਿਤੇ, ਪੰਜਾਬ ਨਾਂ ਦਾ ਕੋਈ ਸੂਬਾ ਨਹੀਂਗਾ। ਸਾਰੇ ਮੱਧਕਾਲ ਦੇ ਵਿੱਚ ਤੁਸੀਂ ਹੁਣ ਨਾਲੇ ਆਧੁਨਿਕ ਦੌਰ ਵਿੱਚ ਨਾਂ ਸੁਣੇ ਨੇ। ਇਹਦੋਂ ਪਹਿਲਾਂ ਕਿਸੇ ਨੇ ਸੁਣਿਆ ਕਿ ਸੂਬਾ ਪੰਜਾਬ? ਤੁਹਾਨੂੰ ਸਿੱਖਾਂ ਦੇ ਜਥੇਦਾਰਾਂ ਦੇ ਵੀ ਦੀਵਾਨ ਸੁਣੇ ਹੋਣਗੇ। ਸੂਬਾ ਲਾਹੌਰ, ਸੂਬਾ ਮੁਲਤਾਨ, ਸੂਬਾ ਜਲੰਧਰ, ਸੂਬਾ ਸਰਹੰਦ, ਸੂਬਾ ਪੰਜਾਬ ਨਹੀਂ ਕਿਸੇ ਸੁਣੇ, ਕਿਉਂਕਿ ਇਸ ਤਰ੍ਹਾਂ ਦਾ ਸੰਕਲਪ ਹੀ ਨਹੀਂ ਸੀ ਮੌਜੂਦ। ਹਾਂ, ਇਹ ਸਾਰੇ ਬਾਅਦ ਦੀਆਂ ਗੱਲਾਂ ਨੇ। ਇਸ ਵਾਸਤੇ ਇਹ ਸੰਕਲਪ ਹੀ ਨਹੀਂ ਸੀ। ਬਹੁਤ ਸਾਰੇ ਸਾਰਿਆਂ ਨੂੰ ਪਤਾ ਨਹੀਂ। ਭਾਰਤ ਦਾ ਸੰਕਲਪ ਤੇ ਬਹੁਤ ਮਤਲਬ ਉਹਦੇ ਐਵੇਂ ਭਾਰਤ ਤੇ ਇਸ ਰੂਪ ਚ ਹੈ ਹੀ ਨਹੀਂ ਸੀ ਅੱਜ ਦੇ ਰਾਸ਼ਟਰ ਦੇ ਰੂਪ ਵਿੱਚ। ਔਰ ਹੋਰ ਜਾਣਕਾਰੀ ਦਈਏ ਕਿ ਭਾਰਤ ਦੇਸ਼ ਦੇ ਉੱਤੇ ਸ਼ਾਸਨ ਪੂਰੇ ਦੇਸ਼ ਤੇ ਕਦੀ ਬਹੁਤ ਥੋੜੇ ਹਿੱਸੇ ਤੇ ਇੱਕ ਦਾ ਸ਼ਾਸਨ ਹੁੰਦਾ। ਕਈ ਰਾਜ ਪ੍ਰਬੰਧ ਸਨ, ਕਈ ਰਾਜੇ ਸਨ। ਵੱਡਾ ਜਿਹੜਾ ਦਿੱਲੀ ਤੇ ਰਾਜ ਕਰਦਾ ਸੀ ਉਹਨੂੰ ਮੰਨ ਲਿਆ ਜਾਂਦਾ, ਪਰ ਦਿੱਲੀ ਤੇ ਰਾਜ ਕਰਨ ਚ ਵੀ ਅਕਬਰ ਦੇ ਰਾਜ ਵੇਲੇ ਮਤਲਬ ਬਹੁਤ ਵਿਸਤ੍ਰਿਤ ਮਤਲਬ ਰਾਜ ਕਾਇਮ ਹੋਇਆ। ਪਰ ਅਕਬਰ ਦੇ ਰਾਜ ਵੇਲੇ ਵੀ ਉੱਡਾ ਭਾਰਤ ਦਾ ਰਾਜ ਦਾ ਸੰਕਲਪ ਉਹ ਨਹੀਂ ਆਇਆ, ਨਹੀਂ ਬਣਿਆ ਉਹਨਾਂ ਮਤਲਬ ਦੇਸ਼। ਹਿੰਦੁਸਤਾਨ ਜ਼ਰੂਰ ਕਿਹਾ ਗਿਆ। ਹਿੰਦੁਸਤਾਨ ਸਿੰਧ ਦੇ ਪਾਰ ਅਰਬ ਵਾਲਿਆਂ ਨੇ ਇਹਨੂੰ ਹਿੰਦੁਸਤਾਨ ਹਿੰਦੂਆਂ ਦਾ, ਸਿੰਧੂ ਨਦੀ ਦੇ ਸਿੰਧੂ ਤੋਂ ਪਾਰਲੇ ਇਲਾਕੇ ਦੇ ਲੋਕਾਂ ਨੂੰ ਹਿੰਦੁਸਤਾਨ ਜ਼ਰੂਰ ਕਹਿਣਾ ਸ਼ੁਰੂ ਕਰ ਦਿੱਤਾ। ਔਰ ਇਹ ਜਿਹੜਾ ਹੈਗਾ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੀ ਏਡਾ ਵੱਡਾ ਜਿਹੜਾ ਹੈਗਾ ਇੱਕ ਹੱਦਬੰਦੀ ਵਾਲਾ ਦੇਸ਼ ਜਿਹੜਾ ਹੈਗਾ ਉਹ ਯਾਨੀ ਕਹਿ ਸਕਦੇ ਕਿ ਵਿਸ਼ਵ ਦੇ ਉਸ ਦੌਰ 'ਚ ਜਦੋਂ ਪੂੰਜੀਵਾਦ ਦੀ ਸਥਾਪਨਾ ਹੋ ਚੁੱਕੀ, ਉਦੋਂ ਭਾਰਤ ਨਾਂ ਦਾ ਸੰਕਲਪ ਜਾਂ ਇੰਡੀਆ ਜਾਂ ਇਹ ਵੱਡੇ ਦੇਸ਼ ਦਾ ਜਿਹੜਾ ਹੱਦਬੰਦੀਆਂ ਦਾ ਦੌਰ ਵੀ ਇਹ ਦੌਰ ਆ। ਇਸ ਵਾਸਤੇ ਉਹ ਸੀ ਸਾਰਾ। ਇਹ ਵੱਡੇ ਸ਼ਹਿਰਾਂ ਦੀ ਅਸੀਂ ਜਿਹੜੀ ਹੈਗੀ ਉਹਨਾਂ 'ਚ ਮਿਸਾਲ ਦਿੰਦੇ ਹਾਂ। ਔਰ ਕੀ ਸੀ ਘਰੇਲੂ ਮੰਡੀ ਦੇ ਕਾਇਮ ਹੋਣ ਦੇ ਅਧੂਰੇਪਣ ਨੇ। ਘਰੇਲੂ ਮੰਡੀ ਦਾ ਧਿਆਨ ਹੋਂਦ ਆ ਸਮੰਤਵਾਦ ਵਿੱਚ ਆਪਾਂ ਵੇਖਦੇ ਹਾਂ। ਵਪਾਰਕ ਪੂੰਜੀ, ਦਸਤਕਾਰੀਆਂ ਵਧ ਰਹੀਆਂ, ਵਪਾਰ ਵਧ ਰਿਹਾ, ਤੇ ਵਪਾਰਕ ਪੂੰਜੀ ਨੂੰ ਇਕੱਠੀ ਕਰਨ ਦਾ ਇੱਕੋ ਇੱਕ ਤਰੀਕਾ ਵਿਦੇਸ਼ੀ ਵਪਾਰ ਹੀ ਰਹਿ ਜਾਂਦਾ। ਉਹ ਜਦੋਂ ਤੁਸੀਂ ਵਪਾਰਕ ਪੂੰਜੀ ਦੇ ਮਾਰਕਸ ਦੀਆਂ ਲਿਖਤਾਂ ਵੀ ਪੜ੍ਹੋਗੇ ਤਾਂ ਉਹਦੇ 'ਚ ਉਹਦੀ ਸਾਰੀ ਗਤੀ ਆਪਾਂ ਨੂੰ ਪਤਾ ਲੱਗਦੀ ਆ। ਇਸ ਵਾਸਤੇ ਉਸ ਵੇਲੇ ਦੀਆਂ ਮੁੱਖ ਵਿਰੋਧਤਾਈਆਂ ਕੀ ਨੇ? ਉਸ ਵੇਲੇ ਦੇ ਜਮਾਤੀ ਸੰਘਰਸ਼ ਦੀਆਂ ਮੁੱਖ ਵਿਰੋਧਤਾਈਆਂ ਵਿੱਚੋਂ ਜਿਹੜੀ ਬੁਨਿਆਦ ਇੱਕ ਮਹੱਤਵਪੂਰਨ ਵਿਰੋਧਤਾਈ ਆ ਕਿ ਸ਼ਹਿਰਾਂ ਦੇ ਦਸਤਕਾਰ ਵਪਾਰੀ ਇੱਕ ਪਾਸੇ ਨੇ, ਸਮੰਤੀ ਲੁੱਟ ਜਿਹੜੀ ਉਹਨਾਂ ਦੀ ਦੂਜੇ ਪਾਸੇ ਸਮੰਤਾਂ ਦੁਆਰਾ ਤੇ ਰਾਜ ਪ੍ਰਬੰਧ ਦੁਆਰਾ। ਇਸ ਵਾਸਤੇ ਇੱਕ ਵਿਰੋਧਤਾਈ ਹੈ ਜਿਹੜੀ ਵਿਰੋਧਤਾਈ ਕਿਸੇ ਨਾ ਕਿਸੇ ਰੂਪ ਵਿੱਚ ਅੰਦੋਲਨ ਵਿੱਚ ਪ੍ਰਗਟ ਹੁੰਦੀ ਹੈ। ਔਰ ਦੂਸਰੀ ਮੁੱਖ ਵਿਰੋਧਤਾਈ ਕਿਸਾਨ ਤੇ ਸਮੰਤ ਵਿਚਲੀ ਵਿਰੋਧਤਾ ਹੈ, ਕਿਉਂਕਿ ਸਮੰਤੀ ਲਗਾਨ ਦਾ ਬਹੁਤ ਭਾਰੀ ਬੋਝ, ਔਰ ਇੰਨਾ ਭਾਰੀ ਬੋਝ ਸਮੰਤੀ ਲਗਾਨ ਦਾ ਤੇ ਸਮੰਤਵਾਦ ਦੇ ਪਤਨ ਦੇ ਦੌਰ ਵਿੱਚ ਲਾਲਚ ਹੋਰ ਵੱਧ ਜਾਂਦਾ। ਇਸੇ ਵਾਸਤੇ ਅਸੀਂ ਕਿਸਾਨੀ ਵਿਦਰੋਹ ਸਾਰੇ ਦੇ ਸਾਰੇ ਮੱਧਕਾਲ ਵਿੱਚ ਵੇਖਦੇ ਹਾਂ। ਔਰ ਸੰਗਠਿਤ ਰੂਪ ਵਿੱਚ ਜਿਹੜੇ ਕਿਸਾਨੀ ਵਿਦਰੋਹ ਨੇ ਉਹ ਸਾਡੇ ਇਸ ਖਿੱਤੇ ਵਿੱਚ ਜੱਟ ਤੇ ਜਾਟਾਂ ਦੇ ਵਿਦਰੋਹਾਂ ਦੇ ਰੂਪ ਵਿੱਚ ਆਉਂਦੇ। ਜੱਟ ਵਿਦਰੋਹ ਬਾਅਦ ਵਿੱਚ ਸਿੱਖ ਵਿਦਰੋਹ ਵਿੱਚ ਚਲਾ ਜਾਂਦਾ ਹੈ, ਤੇ ਜਾਟਾਂ ਦੇ ਵਿਦਰੋਹ ਇਹਦੇ ਤੁਹਾਨੂੰ ਸਾਰਿਆਂ ਨੂੰ ਜਿਹਦੇ ਵਿੱਚ ਆ ਹੁਣ ਵਾਲਾ ਹਰਿਆਣਾ, ਯੂਪੀ ਵਾਲਾ ਇਲਾਕਾ ਤੇ ਸਾਰਾ ਦਿੱਲੀ ਵਾਲਾ ਇਲਾਕਾ ਹੁੰਦਾ। ਇਹ ਉਸ ਵਿਰੋਧਤਾਈ ਨੂੰ ਪ੍ਰਤੀਬਿੰਬਿਤ ਕਰਦੇ ਸਨ ਜਿਹੜੀ ਕਿਸਾਨ ਤੇ ਸਮੰਤ ਵਿਚਲੀ ਵਿਰੋਧਤਾਈ ਹੈ। ਔਰ
E.M. रेइसनर विद्वान ने, हाँ जी रशियन विद्वान, उन्होंने एक लेख आ उन्होंने लिखा 17वीं 18वीं सदी में भारत में लोक लहर उन्होंने लेख का नाम है, वो बैकग्राउंड जाते वो लिखते हैं 180 81 सफे ते कि सिखां दे तीजे गुरु अमरदास की सरगर्मी बारे वो अपने सारे पैरोकारां नूं, क्योंकि ये विद्वानां दी सूरत है कि दस्तावेजी सबूतां नाल सारा कुछ अपना लिखते, वो अपने सारे पैरोकारां नूं एक कतार विच बिठाउंदा है। मैं वो विरोध जी समाज दी विरोधतां किवें प्रगट होंदियां इन्हां लहरां, दो विरोधतां दसियां ना, कारीगरां दी, दस्तकारां दी, वपारियां दी समंत नाल, किसान दी ते समंत दी विरोधता है। ये विरोधता है जिहदे चों सारे यूटोपिया ते सारे सुधार निकलदे हैं। और वो आंदा भी वो अपने पैरोकारां नूं एक कतार विच बिठाउंदा है ते उन्हां नूं मजबूर करदा है कि वो उसदे लंगर विचों खाना खाण, भावें वो किसी भी जात दे होण, ते इस गल तो बिल्कुल आजाद कि वो जट हन जां रमते भट्ट हन जां मुसलमान ब्राह्मण खत्तरी व्यापारी चूड़े चौकीदार जां तरखान हन, ये उन्होंने हवाला देंगे। ते इस किताब में अगे जाके लिखता है कि 17वीं सदी दीयां बगावतां विच उही सिख भाईचारे का बुनियादी वड्डा अंग सन ये जिहड़े वर्ग ने जिन्हां दा नाम है, पर इसे दौर में ही दरम्याने ते छोटे व्यापारी ते दस्तकार भी इस सिक्ख्या नूं मन्नण लग पे, ते जिवें कि खाफी खान ने लिखा 18वीं सदी में सिखां का बहुता हिस्सा जट्टां दे कबीलियां विचों, बहुता हिस्सा विचों जट कबीले उहदे विच शामिल हुंदे ने, ते थोड़ा हिस्सा पंजाब दे खत्तरियां विचों ते नास्तिकां दे दूजे निकम्मे कबीलियां विचों सी, कि उस वेले दे हवाले। रूसी विद्वान अशरफियान का भी तुहानूं मैं हवाला देना चाहुंदा कि धार्मिक सुधारक जिहड़े ने, धार्मिक सुधारक ने जिहड़े मध्यकाल दे, वो भगती लहर जिहड़ी आ असल विच भारती वसों दीयां विशाल परतां दी समंत विरोधी जमहूरी विचारधारा दी भाव मुख तौर ते शहर दी वपारक कारीगर वसों ते किसी हद तक किसानी दी अपनी तरह दी समाजी राजनीतिक ते धार्मिक सदाचारक विचारां दी प्रणाली सी। सानू इस नजरिए तो जिहड़ा हैगा उस जमाती नजरिए तो सानू उस दौर नूं थोड़ा समझना चाहिए। इस बैकग्राउंड दे विच जिहड़ी हैगी घटना वापरदी आ कि एक दौर चल रहा, इस दौर दे विच 17वीं सदी दे विच या 18वीं सदी दे विच इहदा पतन शुरू होंदा। 18वीं सदी में जिहड़ी मुगल सल्तनत आ, जिहड़ा केंद्री राज आ, समंती राज प्रबंध आ भारत दा, समंती राज प्रबंध तो मतलब जिहड़ा गुप्ता काल तो लैके ते ओहदी अपनी तीसरी स्टेज मुगल काल तक पहुंचदा, और वो जिहड़ा ओहदा पतन शुरू होंदा। और ये पतन शुरू होने दीयां समकाली घटनावां ने, क्योंकि पतन का दौर एक संकट का दौर होंदा, और संकट का दौर विद्रोहां का दौर भी होंदा, और जिहड़ी हैगियां विचारधारक खेत्र में भी बड़े बड़े नवे प्रयोग होंदे ने। तुहानूं 18वीं सदी के सिख लहरां का भी जिक्र है, यानी सिख विद्रोह, सतनामी विद्रोह, बंदेला विद्रोह, जाट विद्रोह, ये जदों जिहड़ा हिंदुस्तान का समंतवाद के पतन के दौर के नाल मुख घटनावां दे विचों पैदा ये ने। और पैदावारी शक्तियां ते पैदावारी संबंधां का विरोध है जिहड़ा वो हुण वो सिस्टम अगे चल नहीं पा रहा। ਉਹਦੇ ਵਿੱਚ ਕਿਸੇ औरंगजेब ਦੀਆਂ कुछ गलतियां का सवाल नहीं, व्यक्तिगत या किसी दूसरे के अकबर के गुणों का सवाल नहीं, क्योंकि वो देश जिथे पहुंच रहा मैं अगे जाके तुहानूं होर दसदा कि जिहड़ा संकट ते राजनीतिक स्थिरता ते ਉਹਦੇ ਵਿੱਚ लोकां दी भूमिका है, जिहड़े विद्रोहां दी भूमिका ये हमेशा ही जुड़ी रही है। और एक मैं चीज इत्थे स्पष्ट करनी चाहुंदा, बहुत सारे लोगों के दिमाग 'ਚ है कि वो बड़े चलाक एक कौम सी व्यापारियों की, वो आए तो भारत नूं गुलाम बना के ले। असल में की होया, सारे संसार दे विच एक गति भी चल रही कि सारे संसार पुरातन समंती दौर नूं अलविदा कह रहा है, एक नवा दौर आ रहा। उस नवे दौर दे विच जिहड़ी हैगी अलग अलग खिते अलग अलग भूमिका विच आउंदे ने, ते वो किवें ने किवें आउंदे आ कि लगभग वो ये मुगल सल्तनत दा पतन दा दौर ही नहीं, ये दुनिया भर दियां जिहड़ियां समंती सल्तनतां ने उन्हां दे पतन दा दौर। मुगल सल्तनत के पतन की समकाली ऑटोमान सल्तनत है, वो पतन है। इसे का समकाली सफाविद सल्तनत है, वो पतन है। ये सब तो वड्डियां, ये तिन्ने सल्तनतां सब तो वड्डियां सल्तनतां ने उस वेले दे संसार में। मुगल सल्तनत भी कोई छोटी नहीं, ऑटोमान साम्राज्य आ, ये सफाविद साम्राज्य है जिहड़ा सारा पर्शियन ईरान ते सारा अरब ते सारा उहदे विच आ। इस वास्ते एक समकाली घटना है। उस समय सारा संसार अलविदा कह रहा पुरातन दुनिया नूं, उदों ही भारत में समंतवाद का जिहड़ा
पतन हो रहा, विश्व के वड्डे साम्राज्य जिहड़े हैगे इस वास्ते ये कहना कि मुगलों की नलैकी नाल खत्म होया, सारी दुनिया चो खत्म हो रहा, क्योंकि सारी दुनिया में एक नवी गति पैदा हो रही है और नवी गति जिहड़ी अगे जाके बुरजुआजी नूं जन्म दिंदी है, यानी पूरे समांतवाद के गर्भ विच एक पूंजीवाद जिहड़ा हैगा उभर रहा, पूंजीवाद जिहड़ा हैगा जन्म लै रहा। भारत में उसका की असर होया एक गल अलग है। सारी दुनिया में भावें हर जगह दी अपनियां वक्खरियां विशेषतावां ने, परंतु पुरातन समंती संसार दीयां नीहां लगियां सन, जिथे एक पासे क्लासिकल रूप में जो जिहड़ा हैगा नेपरे चढ़दा है इंग्लैंड ते फ्रांस दे विच, जिथे पूरे प्रबोधन के रूप में ते बड़ी इनकलाबी तरीके नाल उत्थे नेपरे चढ़दा है, जिहदे विच अपनियां सारियां जिहड़ियां हैगियां परंपरागत गंदमंद समंतवाद दा होण ही दिंदा, बाकी सारे थावां ते कुछ समझौते करदा है। रूस च समझौते करदा है समंतवाद दीयां पुरातन जिहड़ियां हैगियां गंदियां पछड़ियां कदरां कीमतां। जर्मनी च अमरीका में जिहड़ा हैगा पूंजीवाद है बिल्कुल अपने अलग तरीके नाल हुंदा है, वो एक अलग हिस्ट्री है। इस वास्ते इसे दौर विच ये अलग अलग तरीके नाल हुंदा और उस समय इतिहास के इस पूंजीवादी दौर में मोटे तौर पर सारे संसार को अपनी गिरफ्त में लै लिया और पूंजी जी क्लासिकल दौर की पूंजी है तो यूरोप के पूंजीवाद है, वो जदों आजाद मुकाबले का अपना दौर खत्म करके वो साम्राजवाद में कन्वर्ट बदल रही है। वो बस्तियां की दौड़ में लग पई, अपने कच्चे माल के अड्डे चाहिए, बस्तियां चाहिए, किहड़ी चीज़ की लोड़, पूंजीवाद नूं किहड़ी चीज़ की लोड़ है। पूंजीवाद में जी सब तो पहली एक चीज़ की लोड़ बहुत ज्यादा होंदी है, सस्ती किरत की लोड़ होंदी, किरत शक्ति की लोड़ होंदी है, और दूसरी उन्हें कच्चे माल की लोड़ सी बहुत। इस वास्ते लाजमी तौर पर पूरे विश्व के जे कुछ खिते पूंजीवाद की जिहड़ी सफर है उहदे आगू बनते हैं तो कुछ खिते उहदे स्रोत भी बनते उहदियां लोड़ां दे, जिन्हां विचों अफ्रीका वर्गे देश उन्होंने गुलाम मुहैया करने के केंद्र बन जाते हैं और एशिया ते लातीनी अमरीका वर्गे जिहड़े खिते ने ये उन्होंने कच्चे माल के स्रोत में बदल जाते हैं। इनू कमांतरी वर्तारे के तौर पर जो नहीं समझांगे तो फिर असीं इहदियां सारियां कड़ियां एक दूजे नाल जुड़ियां नूं समझ सकते हैं। आपां कह सकते हैं कि इत्थे वो पूंजी जिहड़ी हैगी आ उहदे च बदल रही है। दूजे पासे संसार के कुछ देशों में कच्चे माल का समान वेचण दीयां मंडियां जिहड़ा हैगा तो मंडियां की सारी दौड़ ये पूरे का पूरा की है, ये पूरे का पूरा एक वर्तारा है जिहड़ा समांतवाद के खत्म होना पूंजीवाद आ रहा संसार मनुख के इतिहास में, उहदे विच जिहड़े हैगे वो अलग अलग जगह ते मतलब किवें मनुख की जिहड़ी हैगी उहनूं वंडियां पैंदियां ने ते किवें उहदा कीता जांदा। पर भारत विच की होया, भारत में यह होया कि जिहड़ा सहज विकास क्लासिकल ढंग का इत्थे नहीं हो सकिया इंग्लैंड वर्गा, इंग्लैंड ते फ्रांस वर्गा ते रूस च भी नहीं होया, जर्मनी च भी नहीं होया, अमरीका च भी नहीं होया, हर एक दीयां अपनियां विशेषताएं, पर फिर भी उत्थे होया थोड़े थोड़े फर्क नाल काफी महत्वपूर्ण होया। यूरोप ने पुरातनता नूं खिहड़ा छडा लिया, पर जिहड़ा भारत वर्गे देश दीयां कुछ अपनियां वो एक वखरा विषय कि इत्थों दीयां कुछ अपने थल्ले जिहड़े हैगे हालात ने, जिहड़े हालात इत्थों दीयां पैदावारी शक्तियां दा पद्धर भी उहनूं निर्धारित करता है, इत्थों दीयां राजनीतिक विचारधारक बनतरां जिहड़ियां सभ्याचार दीयां वो भी इहनूं तय करदियां। वो सारियां चीज़ां दे बावजूद इत्थों दी जिहड़ी सहज विकास की किरिया है उहदा पूंजीवाद दा जिस युग विच इह किरिया वापरदी है उस युग दे विच इहदी आपां नूं कोई इतिहासकार जिवें कहंदे भ्रूण हत्या हो गई, और वो जिहड़ी भ्रूण हत्या हो गई वो भ्रूण हत्या का नतीजा यह आ कि हिंदुस्तान की आर्थिकता नूं एक विशेष नां दिता जा सकदा, एक बस्तीवादी आर्थिकता के दौर में सुट दित्ती गई। बस्तीवादी आर्थिकता के दौर का मतलब यह आ कि कच्चे माल की दुनिया के जिहड़ा पूंजीवाद आ रहा सी उहदे कच्चे माल की बस्ती के रूप में जिहड़ी इहदी भूमिका जिहड़ी हैगी तय कर दी गई, क्योंकि साम्राज्य दे विच साम्राज्य पूंजी भूमिका तय करती है। अफ्रीका की भूमिका उन्हें तय की वो गुलामां के रूप में। इहदे बारे मैं तुहानूं एक मिसाल भी देनी चाहांगा। फिर इहदे बावजूद कि पूंजीवाद ने पुराने संसार नूं तबाह करके मनुखी इतिहास में एक वड्डी पलांघ भरी, पर इस वड्डी पलांघ दा बहुत वड्डी कीमत मनुखी खून ते मनुखी जानन की तबाही के रूप में तार के ही भरी जा सकती ये सारी। और ये मतलब असीं ये वेखदे हां कि औरंगजेब की मौत ते भारत ते अंग्रेज़ां दे लगभग मुकम्मल कब्जे के विचकारले इतिहास नूं मतलब इस वर्तारे नूं असीं इस नज़रिए तो सानूं वेखण की कोशिश करनी चाहिए। लगभग एक सदी का वर्तारा है जिहदे विच सारियां गल्लां तय हो गईयां ते इत्थे जिहड़ा है कब्जा हो गया। यानी गल्लां इन्नियां सरल नहीं कि एक व्यापारी चलाक आया तो ईस्ट इंडिया कंपनी का तो उन्हें साडे ते कब्जा कर लिया, इत्थों के लोग भोले ही इदां दी कुछ नहीं। परंतु इन्ना कह सकते हैं कि विश्व इतिहास के इस पूंजीवादी दौर में भारत में जो होया वो सहज विकास की भ्रूण हत्या सी,
ਜੋ ਵਿਸ਼ਵ ਸਾਮਰਾਜਵਾਦ ਦੀ ਪੂੰਜੀ ਦੀ ਜ਼ਰੂਰਤ ਸੀ। ਸਾਮਰਾਜਵਾਦ ਬਾਰੇ ਲੈਨਨ ਨੇ ਕਿਹਾ ਸੀ, ਮੈਂ ਇਹ ਆਜ਼ਾਦ ਮੁਕਾਬਲੇ ਦੇ ਪੂੰਜੀਵਾਦ ਦਾ ਮੁਕਾਬਲਾ ਨਹੀਂ ਸੀ, ਕਿਉਂਕਿ ਉਸ ਦੌਰ 'ਚ ਸਾਰੀ ਇੱਥੇ ਵਾਪਰੀ ਜਦੋਂ ਸਾਮਰਾਜਵਾਦ ਵਿੱਚ ਉਹ ਬਦਲ ਰਿਹਾ, ਔਰ ਇਹ ਆਜ਼ਾਦ ਵਪਾਰ ਦਾ ਮੁਕਾਬਲੇ ਵਾਲਾ ਦੌਰ ਨਹੀਂਗਾ ਸਾਮਰਾਜਵਾਦ। ਸਾਮਰਾਜਵਾਦ ਦੀ ਪੂੰਜੀ ਕੀ ਆ? ਲੈਨਨ ਕਹਿੰਦੇ ਤਗੜੇ ਵੱਲੋਂ ਮਾੜੇ ਦਾ ਗਲ ਘੁੱਟਣਾ ਸੀ। ਮਤਲਬ ਸਾਮਰਾਜਵਾਦ ਦੀ ਵਿਸ਼ੇਸ਼ਤਾ ਦੇ ਵਿੱਚ ਇਹ ਵੀ ਸ਼ਾਮਲ ਹੈ ਕਾਮਰੇਡ ਲੈਨਨ ਦੇ ਹਵਾਲੇ ਨਾਲ, ਕਿ ਸਾਮਰਾਜਵਾਦ ਦੀ ਵਿਸ਼ੇਸ਼ਤਾ ਹੈ ਕਿ ਜਿਹੜੀ ਅਸੀਂ ਚੀਜ਼ ਵੇਖ ਰਹੇ ਹਾਂ ਸਾਮਰਾਜਵਾਦ ਦੇ ਦੌਰ ਵਿੱਚ, ਇਹ ਪੂੰਜੀਵਾਦੀ ਮੁਕਾਬਲਾ ਨਹੀਂਗਾ, ਇਹ ਤਕੜਾ ਮਾੜੇ ਦਾ ਗਲ ਘੁੱਟ ਰਿਹਾ। ਪਰ ਉਹ ਗਲ ਘੁੱਟਣ 'ਚ ਜਿਹੜੀ ਭਾਰਤ ਦਾ ਗਲ ਇਸ ਤਰੀਕੇ ਨਾਲ ਘੁੱਟਿਆ ਗਿਆ, ਇਹਨੂੰ ਗਲ ਘੁੱਟ ਕੇ ਕੱਚੇ ਮਾਲ ਦੀ ਮੰਡੀ, ਅਫਰੀਕਾ ਨੂੰ ਉਦਾਂ ਗੁਲਾਮ ਬਣਾ ਕੇ, ਔਰ ਭਾਰਤ ਵਿਸ਼ੇਸ਼ ਤੌਰ ਤੇ ਯਾਨੀ ਕਿ ਬਸਤੀਵਾਦੀ ਸਾਮਰਾਜਵਾਦੀ ਆਰਥਿਕ ਰਾਜਨੀਤਿਕ ਪ੍ਰਬੰਧ ਦਾ ਜਿਹੜਾ ਮਾਡਲ ਹੈ ਉਹ ਭਾਰਤ ਵਿੱਚ ਸਾਡੇ ਸਾਹਮਣੇ ਆਉਂਦਾ, ਯਾਨੀ ਪੂਰੇ ਇਤਿਹਾਸ ਦੇ ਪ੍ਰਸੰਗ ਵਿੱਚ ਅਸੀਂ ਇਹਦੇ ਵਿੱਚ ਸ਼ਾਮਲ ਹੁੰਦਾ। ਔਰ ਉਹਨਾਂ ਘਟਨਾਵਾਂ ਦਾ ਨਹੀਂ ਜ਼ਿਕਰ ਕਿ ਉਹ ਕਿਵੇਂ ਹੋਇਆ, ਉਹ ਵਪਾਰੀ ਆਏ, ਵਪਾਰਕ ਪੂੰਜੀ ਆਈ ਪਹਿਲਾਂ, ਉਹਦੇ ਲਗਭਗ ਪਹਿਲੇ ਦੌਰ 'ਚ ਆ ਜਾਂਦੀ ਹੈ, ਜਾਂ ਬਾਬਰ ਤੋਂ ਵੀ ਪਹਿਲਾਂ ਵਾਸਕੋ ਡੀ ਗਾਮਾ ਆ ਗਿਆ 1498 ਵਿੱਚ, ਪੁਰਤਗਾਲੀ ਇੱਥੇ ਆ ਗਏ ਨੇ। ਔਰ 18ਵੀਂ ਸਦੀ ਦੇ ਵਿੱਚ ਜੇ ਅਸੀਂ ਜਿਹੜਾ ਗੱਲ ਕਰ ਰਹੇ ਹਾਂ 18ਵੀਂ ਸਦੀ ਦੇ ਕਿਰਿਆ ਲਗਭਗ ਭਾਰਤ ਦੀ ਭੂਮਿਕਾ ਤੈਅ ਹੋ ਜਾਂਦੀ ਹੈ ਕਿ ਉਹ ਵਿਸ਼ਵ ਪੂੰਜੀਵਾਦ ਦੇ ਇਸ ਦੌਰ ਦੇ ਵਿੱਚ ਉਹਦੀ ਭੂਮਿਕਾ ਤੈਅ ਹੋ ਜਾਂਦੀ ਆ, ਕੱਚੇ ਮਾਲ ਦੀ ਮੰਡੀ ਦੇ ਤੇ ਵਿਕੇ ਮਾਲ ਦੀ ਮੰਡੀ ਦੇ ਤੇ ਕੱਚੇ ਮਾਲ ਦੇ ਸਰੋਤ ਦੇ ਤੌਰ ਤੇ। ਔਰ ਇਸ ਸਥਿਤੀ ਦੇ ਵਿੱਚ ਭਾਰਤੀ ਦਰਸ਼ਨ ਦੀ ਸਰਗਰਮੀ ਨੂੰ ਸਾਨੂੰ ਜਿਹੜਾ ਹੈਗਾ ਸਮਝਣਾ ਪਏਗਾ ਕਿ ਭਾਰਤੀ ਦਾਰਸ਼ਨਿਕਾਂ ਦਾ ਕੀ ਰੋਲ ਹੈ ਤੇ ਕਿਵੇਂ ਹੋਇਆ। ਔਰ ਇਹਨੂੰ ਕੁਝ ਲੋਕ ਜਿਹੜਾ ਬੰਗਾਲ 'ਚ ਭਾਰਤ ਦੇ ਵਿਦਵਾਨਾਂ ਦੀ ਜਿਹੜੀ ਹੈਗੀ ਸਾਰ ਤੇ ਚਿੰਤਨ ਦਾ ਕੰਮ ਇਸ 18ਵੀਂ ਸਦੀ ਵਿੱਚ ਸ਼ੁਰੂ ਹੁੰਦਾ, ਔਰ ਉਹਨੂੰ ਕਈ ਭਾਰਤੀ ਸੰਸਕਰਣ ਵੀ ਆਉਂਦੇ ਨਵ ਜਾਗਰਣ ਦਾ। ਇਹ ਭਾਰਤੀ ਸੰਸਕਰਣ ਤੇ ਹੈ ਨਵ ਜਾਗਰਣ ਦਾ, ਪਰ ਸਾਡਾ ਨਵ ਜਾਗਰਣ ਜਿਵੇਂ ਯੂਰਪ ਦਾ ਨਵ ਜਾਗਰਣ ਤੇ ਪ੍ਰਬੋਧਨ ਬੀਤੇ ਦੇ ਸਾਰੇ ਨਾਲੋਂ ਇਨਕਲਾਬੀ ਤੋੜ ਵਿਛੋੜਾ ਕਰਦਾ। ਇਹਨੇ ਤੋੜ ਵਿਛੋੜਾ ਤੇ ਕੀ ਕਰਦਾ ਨਾ, ਇਹਦਾ ਪੁਰਾਣੇ ਦੇ ਸਾਰੇ ਬੀਤੇ ਨਾਲੋਂ ਨਾੜੂਆ ਹੀ ਨਹੀਂ ਕੱਟਿਆ ਗਿਆ। ਜਿਵੇਂ ਦਾ ਬੱਚਾ ਤੇ ਜੰਪਿਆ ਨਾੜੂ ਨਹੀਂ ਕੱਟਿਆ ਗਿਆ। ਉਹ ਸਾਰਾ ਜਿਹੜਾ ਹੈਗਾ ਉਹਦੇ ਤੋਂ ਪ੍ਰੇਰਨਾ ਲੈਂਦਾ ਰਿਹਾ, ਖੂਨ ਦੀ ਸਪਲਾਈ ਇਹਦੀ ਪੁਰਾਣੇ ਤੋਂ ਹੀ ਹੁੰਦੀ ਗਈ। ਇਸ ਵਾਸਤੇ ਇਹਦੀ ਟ੍ਰੈਜਡੀ ਹੈ ਸਾਡੇ ਭਾਰਤ ਦੀ, ਇਹ ਗੱਲ ਸਾਨੂੰ ਦਿਮਾਗ 'ਚ ਰੱਖਣੀ ਚਾਹੀਦੀ ਹੈ। ਔਰ ਭਾਰਤ ਵਿੱਚ ਸਮਾਂਤਵਾਦ ਦੇ ਪਤਨ ਸਮੇਂ ਬਸਤੀਵਾਦੀ ਲੁੱਟ ਦੀਆਂ ਹਾਲਤਾਂ ਵਿੱਚ ਉਧਰੋਂ ਬਸਤੀਵਾਦੀ ਲੁੱਟ ਦਾ ਦੌਰ ਸ਼ੁਰੂ ਹੋ ਗਿਆ। ਇਹ ਸਰਮਾਏਦਾਰੀ ਦੇ ਵਿਕਾਸ ਦੀ ਸਾਡੀ ਗਾਥਾ ਇਹ ਭਾਰਤੀ ਸਮਾਂਤਵਾਦ ਦੇ ਪਤਨ ਤੋਂ ਬਾਅਦ ਬਸਤੀਵਾਦੀ ਲੁੱਟ ਵਿੱਚ ਸੁੱਟ ਦਿੱਤੇ ਗਏ। ਇੱਥੇ ਜੋ ਕੁਝ ਚਿੰਤਨ ਦੇ ਖੇਤਰ ਵਿੱਚ ਸਾਡੇ ਸਾਹਮਣੇ ਆਇਆ ਉਹ ਆਪਣੀਆਂ ਜਮਾਂਦਰੂ ਕਮਜ਼ੋਰੀਆਂ ਨਾਲ ਜੂਝਦਾ ਹੈ। ਚਿੰਤਨ ਦੇ ਖੇਤਰ ਵਿੱਚ ਕੰਮ ਹੋਇਆ ਉਹ ਸਾਡੀ ਵਿਰਾਸਤ ਹੈ, ਅਸੀਂ ਉਹਨੂੰ ਓਨ ਕਰਦੇ, ਉਹਦੀ ਅਸੀਂ ਗੱਲ ਕਰਾਂਗੇ ਜਿਵੇਂ ਨਾ ਕਿਹਾ ਸਾਨੂੰ ਕਰਨੀ ਚਾਹੀਦੀ। ਔਰ ਉਹ ਜਿਹੜੀ ਹੈਗੀ ਇਹਦੇ ਬਾਵਜੂਦ ਉਹ ਕੀ ਆ ਸਾਨੂੰ ਉਹਦਾ ਪਤਾ, ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਹੁਣ ਦੇ ਚਿੰਤਨ ਦੀਆਂ ਕਮਜ਼ੋਰੀਆਂ ਨੂੰ ਦੂਰ ਕਰ ਸਕੀਏ। ਉਹ ਆਪਣੀਆਂ ਸਾਰੀਆਂ ਕਮਜ਼ੋਰੀਆਂ ਨਾਲ ਜੂਝਦਾ ਹੋਇਆ ਆਪਣੇ ਬੀਤੇ ਨਾਲੋਂ ਇਨਕਲਾਬੀ ਤੋੜ ਵਿਛੋੜਾ ਨਾ ਕਰ ਸਕਣ ਦੇ ਬਾਵਜੂਦ ਆਪਣੇ ਇਤਿਹਾਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਸਾਹਮਣੇ ਲਿਆਉਣ ਲਈ ਯਤਨਸ਼ੀਲ ਨਜ਼ਰ ਆਉਂਦਾ ਹੈ। ਇਸ ਵਾਸਤੇ ਇਹਨੂੰ ਭਾਰਤੀ ਸੰਸਕਰਣ ਪ੍ਰਬੋਧਨ ਦਾ ਵੀ ਕਿਹਾ ਜਾ ਸਕਦਾ। ਸਮਾਜਿਕ ਰਾਜਨੀਤਿਕ ਪ੍ਰਬੰਧ ਵਿਚਲੀਆਂ ਬੁਰਾਈਆਂ ਨੂੰ ਖਤਮ ਕਰਨ ਦੇ ਇਮਾਨਦਾਰ ਕੋਸ਼ਿਸ਼ ਦੇ ਬਾਵਜੂਦ, ਉਹਨਾਂ ਦੀ ਇਮਾਨਦਾਰ ਕੋਸ਼ਿਸ਼ ਹੈ ਕਿ ਭਾਰਤ ਵਿੱਚ ਸਾਰੀਆਂ ਬੁਰਾਈਆਂ ਖਤਮ ਹੋਣ, ਸਾਡਾ ਦੇਸ਼ ਜਿਹੜਾ ਹੈਗਾ ਆਪਣਾ ਸਾਡਾ ਸਵੈਮਾਨ ਬਹਾਲ ਹੋਵੇ, ਆਪਣੇ ਅਤੀਤ ਦੇ ਕੋਝ ਤੇ ਗੰਦਮੰਦ ਤੋਂ ਛੁਟਕਾਰਾ ਪਾ ਸਕਣ ਵਿੱਚ ਸਫਲ ਨਹੀਂ ਹੋ ਸਕੇ। ਸਾਨੂੰ ਆਪਣਾ ਵਿਸ਼ਲੇਸ਼ਣ ਕਰਦਿਆਂ ਸਮਾਂ ਇਹ ਸਾਰਾ। ਔਰ ਇਸ ਵਿਸ਼ੇਸ਼ ਬਸਤੀਵਾਦੀ ਦੌਰ ਦਾ ਚਿੰਤਨ ਕਲਾਸੀਕਲ ਬੁਰਜੂਆ ਦੌਰ ਵਰਗੇ ਮਹਾਂਮਾਨਵ ਨੂੰ ਪੈਦਾ ਕਰ ਸਕਣ ਦੇ ਕਦੀ ਵੀ ਸਮਰੱਥ ਨਹੀਂ ਹੋ ਸਕਦੇ। ਇਸ ਵਾਸਤੇ ਸਾਡੇ ਦਾਰਸ਼ਨਿਕ ਨੂੰ ਜਦੋਂ ਆਪਾਂ ਕਹਿੰਦੇ ਆ ਕਿ ਯੂਰਪ ਨੇ ਮਹਾਂਮਾਨਵ ਪੈਦਾ ਕੀਤੇ, ਭਾਰਤ ਵਿੱਚ ਉਹ ਪੈਦਾ ਨਹੀਂ ਹੋਏ, ਤੇ ਉਹ ਸਾਡੇ ਦਾਰਸ਼ਨਿਕਾਂ ਜਾਂ ਸਾਡੇ ਵਿਅਕਤੀਆਂ ਦੇ ਨਾਂ ਨਹੀਂ ਲੱਗਣਾ ਚਾਹੀਦਾ ਕਿ ਉਹਨਾਂ ਦਾ ਕਸੂਰ ਆ। ਭਾਰਤ ਦੇ ਇਤਿਹਾਸ ਦੀਆਂ ਇੱਕ ਵਿਸ਼ੇਸ਼ ਪਰਿਸਥਿਤੀਆਂ ਨੇ ਜਿਹਦੇ ਵਿੱਚ ਇਹ ਪੈਦਾ ਹੋ ਸਕਦਾ, ਔਰ ਜੋ ਪੈਦਾ ਹੋਇਆ ਸਾਨੂੰ ਉਹਨੂੰ ਮਤਲਬ ਜਿਹੜਾ ਹੈਗਾ ਆਪਣੇ ਵਿਰਾਸਤ ਦੇ ਰੂਪ ਵਿੱਚ ਸਾਨੂੰ ਉਹਦਾ ਵਿਸ਼ਲੇਸ਼ਣ ਕਰਨਾ ਚਾਹੀਦਾ। ਸਾਡੇ ਚਿੰਤਕਾਂ ਦੀ ਇਹ ਅਸਫਲਤਾ ਉਹਨਾਂ ਦੇ ਵਿਅਕਤੀਗਤ ਯਤਨਾਂ ਦੀ ਜਾਂ ਇਮਾਨਦਾਰ ਕੋਸ਼ਿਸ਼ ਦੀ ਅਸਫਲਤਾ ਨਹੀਂ, ਸਗੋਂ ਸਾਡੇ ਇਤਿਹਾਸ ਦੀ ਵਿਸ਼ੇਸ਼ ਸਥਿਤੀ ਇਸ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ। ਇਸ ਰੋਸ਼ਨੀ ਦੀ ਸਾਨੂੰ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਬਣਦਾ ਮਾਨ ਸਨਮਾਨ ਦੇਣਾ ਬੜਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਦਾਰਸ਼ਨਿਕ ਚਿੰਤਨ ਦੇ ਇਤਿਹਾਸ ਦੀਆਂ ਕਮਜ਼ੋਰੀਆਂ ਤੇ ਪ੍ਰਾਪਤੀਆਂ ਨੂੰ ਇਤਿਹਾਸਕ ਪ੍ਰਪੇਖ ਵਿੱਚ ਹੀ ਵੇਖਣਾ ਚਾਹੀਦਾ ਤਾਂ ਕਿ ਸਰਵਹਾਰਾ ਨਵ ਜਾਗਰਣ ਤੇ ਸਰਵਹਾਰਾ ਪ੍ਰਬੋਧਨ ਦੇ ਇਸ ਦੌਰ ਵਿੱਚ ਜਿਹੜੇ ਦੌਰ ਚੱਜ ਅਸੀਂ ਆਪਣੇ ਦਾਰਸ਼ਨਿਕ ਚਿੰਤਨ ਵਿੱਚ ਜੋ ਵੀ ਸ਼ਾਨਦਾਰ ਆ ਉਹਨੂੰ ਸਾਂਭ ਸਕੀਏ ਤੇ ਜੋ ਵੀ ਮਰ ਚੁੱਕਾ ਤੇ ਤਿਆਗਣਯੋਗ ਆ ਉਹਦੇ ਤੋਂ ਛੁਟਕਾਰਾ ਪਾ ਸਕੀਏ। ਇਸ ਨਜ਼ਰੀਏ ਤੋਂ ਅਸੀਂ ਉਹਦੀ ਸ਼ੁਰੂਆਤ ਕਰਨ ਲੱਗੇ ਹਾਂ। ਹਲਕਾ ਜਿਹਾ ਮੈਂ ਤੁਹਾਨੂੰ ਉਹਦੀ ਜਾਣਕਾਰੀ ਦੇ ਕੇ ਇੱਕ ਲੈਕਚਰ ਇੱਥੇ ਹੋਰ ਦਿਆਂਗੇ ਤੇ ਸਾਡੇ ਭਾਰਤੀ ਦਰਸ਼ਨ ਜਿਹੜਾ ਹੈਗਾ 18ਵੀਂ 19ਵੀਂ ਸਦੀ ਦਾ ਤੇ 20ਵੀਂ ਸਦੀ ਦਾ
ये करके ये ते लैक्चर 2-3 फिर असीं जिहड़ा हैगा ज्ञान उदय काल नूं फिर असीं वो चंगी तरह समझ सकते हैं। और इस तो पहला कि असीं इहदी गल करिए सानूं इतिहास के पदार्थां की संकल्प नूं फिर दोहराउणा चाहिए। कामन लैनन का मैं हवाला देंगा, जिस तरह क्योंकि उदा बहुत लंबा हो जाता फिर वो ठोस हवाला। जिस तरह मनुख का ज्ञान प्रकृति नूं भाव विकास करते पदार्थ नूं जो कि उसकी स्वैधीन होंद रखती, आजाद होंद रखती, प्रतिबिंबित करता है। यानी मनुख का ज्ञान प्रकृति नूं प्रतिबिंबित करता है। इस तरह मनुख का समाजिक ज्ञान भाव ਉਹਦੇ ਵੱਖੋ ਵੱਖਰੇ ਵਿਚਾਰ ਜਾਂ ਸਿਧਾਂਤ, ਦਰਸ਼ਨ, ਧਰਮ, ਰਾਜਨੀਤੀ, ਸਮਾਜ ਦੇ ਆਰਥਿਕ ਪ੍ਰਬੰਧ ਨੂੰ ਪ੍ਰਤੀਬਿੰਬਿਤ ਕਰਦਾ ਹੈ। ਜਦੋਂ ਅਸੀਂ ਕਿਸੇ ਦਾਰਸ਼ਨਿਕ ਚਿੰਤਨ ਦੀ ਗੱਲ ਕਰਦੇ ਹਾਂ, ਲਾਜ਼ਮੀ ਤੌਰ ਤੇ ਉਹਦਾ ਚਿੰਤਨ ਚਾਹੇ ਧਰਮ ਦੇ ਵਿੱਚ ਹੈ, ਚਾਹੇ ਦਰਸ਼ਨ ਦੇ ਵਿੱਚ ਹੈ, ਚਾਹੇ ਕਿਸੇ 'ਚ ਹੈ, ਰਾਜਨੀਤੀ 'ਚ, ਉਸ ਵੇਲੇ ਦੇ ਆਰਥਿਕ ਪ੍ਰਬੰਧ ਦਾ ਪ੍ਰਤੀਬਿੰਬਨ ਵੀ ਹੁੰਦਾ ਹੈ ਆਪਣੇ ਢੰਗ ਨਾਲ। ਰਾਜਸੀ ਸੰਸਥਾਵਾਂ ਜਿਹੜੀਆਂ ਉਸ ਵੇਲੇ ਬਣਦੀਆਂ ਆਰਥਿਕ ਆਧਾਰ ਦਾ ਅਸਾਰ ਹੁੰਦੀਆਂ, ਜਿਵੇਂ ਦਾ ਥੱਲੇ ਉਹਦੇ ਮੁਤਾਬਕ ਬਣਦਾ। ਉਦਾਹਰਨ ਵਜੋਂ ਅਸੀਂ ਵੇਖਦੇ ਹਾਂ ਕਿ ਆਧੁਨਿਕ ਯੂਰਪੀ ਰਾਜਾਂ ਦੇ ਵੱਖਰੋ ਵੱਖਰੇ ਰਾਜਨੀਤਿਕ ਰੂਪ, ਕਈ ਰੂਪ ਨੇ ਯੂਰਪੀ ਰਾਜਾਂ ਦੇ ਵੱਖੋ ਵੱਖਰੇ। ਪ੍ਰੋਲਤਾਰੀਆਂ ਉੱਪਰ ਬੁਰਜੁਆਜੀ ਦੇ ਗਲਬੇ ਨੂੰ ਪੱਕਿਆਂ ਕਰਨ ਵਿੱਚ ਸਹਾਈ ਹੁੰਦੇ। ਰੂਪ ਭਾਵੇਂ ਕਿੰਨੇ ਨੇ, ਬੁਨਿਆਦੀ ਚੀਜ਼ ਉਹਨਾਂ ਦੀ ਸਾਂਝੀ ਆ ਕਿ ਉਹ ਪ੍ਰੋਲਤਾਰੀ ਤੇ ਬੁਰਜੁਆਜੀ ਦੇ ਗਲਬੇ ਨੂੰ ਪੱਕਿਆਂ ਕਰਨ ਦੇ ਰੂਪ ਨੇ। ਮਾਰਕਸ ਦਾ ਫਲਸਫਾ परिपूर्ण दार्शनिक पदार्थवाद है, जिसने मनुखता नूं अते खास करके मजदूर जमात नूं ज्ञान का एक शक्तिशाली साधन दिता है। मार्क्सवाद के 3 सोमिਆਂ ਵਿੱਚੋਂ ਇਹ ਦਿੱਤਾ ਹੈ। इस तरह मैं एक होर हवाला देना चाहांगा। रूसी विद्वान वी बरोदोव ने लिखा, इस तरह इतिहासिक पदार्थवाद इतिहास के कानून यानी समाज की या व्यक्ति की चेतना विच जां प्रकृति विचों नहीं लभदा। मनुख दे चेतना च जां उहदे प्रकृति चों नहीं, सगों मनुखां दी समाजिक हस्ती यानी मनुख दी समाजिक हस्ती विचों ये चीज मिलदी अते उत्पादन संबंधां दे ठोस इतिहासक प्रबंध हेठ उन्हां दी पदार्थक उत्पादन दी सरगर्मी विचों लभदा। मनुख दी समाजिक हस्ती उहदी पदार्थक उत्पादन दी शक्ति है, पदार्थक उत्पादन च उहदी भूमिका की है, उहदे विचों तुहानूं सारे। मार्क्स ने लिखा सी, चेतना कदे भी होर कुछ नहीं हो सकती सवाए चेतन हस्ती दे। चेतना की है? चेतन हस्ती है। अते मनुखां दी हस्ती की है? वो चेतन असल समाजिक अमल है। ਜਿਹੜਾ ਉਹ ਸਮਾਜਿਕ ਅਮਲ ਕਰ ਰਹੇ ਨੇ, ਕੀ ਸਮਾਜਿਕ ਅਮਲ ਕਰ ਰਹੇ ਨੇ? ਉਹ ਮਨੁੱਖ ਦੀ ਹਸਤੀ ਹੈ। ਤੇ ਸਮਾਜਿਕ ਅਮਲ ਕੀ ਆ ਕਿ ਪੈਦਾਵਾਰੀ ਸੰਬੰਧਾਂ ਚੋਂ ਕੀ ਭੂਮਿਕਾ ਨਿਭਾ ਰਹੇ। ਗੱਲ ਸਮਝ ਗਏ? ਇਹ ਇਤਿਹਾਸਕ ਪਦਾਰਥਵਾਦੀ ਨਜ਼ਰੀਆ। ਮਾਰਕਸ ਨੇ ਲਿਖਿਆ ਸੀ ਕਿ ਮਨੁੱਖਾਂ ਦਾ ਸਮਾਜਿਕ ਇਤਿਹਾਸ ਹਮੇਸ਼ਾ ਹੀ ਉਹਨਾਂ ਦੇ ਵਿਅਕਤੀਗਤ ਵਿਕਾਸ ਦਾ ਇਤਿਹਾਸ ਹੁੰਦਾ ਹੈ। ਮਨੁੱਖ ਦਾ ਧਿਆਨ ਦੇਣ ਵਾਲੀ ਸਮਾਜਿਕ ਇਤਿਹਾਸ ਹਮੇਸ਼ਾ ਹੀ ਉਹਨਾਂ ਦੇ ਵਿਅਕਤੀਗਤ ਵਿਕਾਸ ਦਾ ਇਤਿਹਾਸ ਹੁੰਦਾ ਹੈ, ਕਿਉਂਕਿ ਵਿਅਕਤੀਗਤ ਹਸਤੀ ਦੇ ਤੌਰ ਤੇ ਉਹ ਕਿਸੇ ਕਾਰਵਾਈ 'ਚ ਰੁੱਝੇ ਹੁੰਦੇ, ਭਾਵੇਂ ਉਹ ਇਸ ਤੋਂ ਚੇਤਨ ਹੋਣ ਜਾਂ ਨਾ। ਇਹ ਗੱਲ ਉਹਨਾਂ ਨੇ ਪੈਰਿਸ ਵਿੱਚ ਕੋਈ ਪਾਵੇਲ ਵਾਸੀਲੀਏ ਵਿੱਚ ਆਨੰਦਕੋਵ ਨੂੰ ਲਿਖੀ ਚਿੱਠੀ ਵਿੱਚ ਇਹਦਾ ਹਵਾਲਾ ਦਿੱਤਾ ਮਾਰਕਸ ਨੇ। ਔਰ 17ਵੀਂ ਸਦੀ ਵਿੱਚ ਸ਼ੁਰੂ ਹੋਇਆ ਸਮੰਤੀ ਪ੍ਰਬੰਧ ਦੇ ਖੇਰੂ ਹੋਣ ਦੇ ਦੌਰ ਦੀ ਕਿਰਿਆ, ਕਿਉਂਕਿ ਭਾਰਤ ਵਿੱਚ ਸਮੰਤੀ ਪ੍ਰਬੰਧ ਦੇ ਖੇਰੂ ਹੋਣ ਦਾ ਜਿਹੜੀ ਕਿਰਿਆ ਉਹ ਲਗਭਗ ਉਹ 17ਵੀਂ ਸਦੀ ਸ਼ੁਰੂ ਹੋ ਜਾਂਦੀ ਹੈ, ਜਦੋਂ ਜਿਹਨੂੰ ਆਪਾਂ ਜੇ ਰਾਜਨੀਤਿਕ ਕੋਈ ਤਰੀਕ ਨਹੀਂ ਮਿਥੀ ਜਾ ਸਕਦੀ, ਪਰ ਮੁੱਖ ਤੌਰ ਤੇ ਰਾਜਨੀਤਿਕ ਰੂਪ ਦੇ ਵਿੱਚ ਜਿਹੜਾ ਸੰਕਟ ਉਹ ਬੇਲਗਾਮ ਹੋ ਜਾਂਦਾ ਹੈ, ਉਹਦੇ ਟਾਈਮ ਹੀ ਹੋ ਜਾਂਦਾ ਔਰੰਗਜ਼ੇਬ ਤੋਂ ਬਾਅਦ। ਔਰ 18ਵੀਂ ਸਦੀ ਵਿੱਚ ਇਹ ਬਹੁਤ ਗਤੀ ਫੜ ਜਾਂਦਾ ਮੰਤਵਾਦ ਦਾ ਖੇਰੂ ਹੋਣਾ, ਜਿਹੜਾ ਵਿੱਚ ਵਪਾਰੀਆਂ ਤੇ ਸ਼ਾਹੂਕਾਰਾਂ ਤੇ ਨਿਰਭਰਤਾ ਬਹੁਤ ਵੱਧ ਗਈ। ਦੱਬੇ ਕੁਚਲੇ ਤੇ ਕੰਗਾਲ ਲੋਕਾਂ ਨੇ ਮੁਕਾਬਲਾ ਕਰਨਾ ਜਾਂ ਵਿਰੋਧ ਕਰਨਾ ਸ਼ੁਰੂ ਕਰਦੇ ਆ ਮੱਧ ਦੌਰ ਵਿੱਚ ਰਹੇ। ਔਰ ਮੁਗਲ ਸਲਤਨਤ ਦੀਆਂ ਨੀਹਾਂ ਕਿਸਾਨਾਂ, ਕਾਰੀਗਰਾਂ ਤੇ ਖੇਤਰੀ ਬਗਾਵਤਾਂ ਨੇ ਹਿਲਾ ਦਿੱਤੀਆਂ। ਔਰ ਸਰਮਾਏਦਾਰ ਸੰਬੰਧਾਂ ਦੇ ਆਜ਼ਾਦ ਰੂਪ ਵਿੱਚ ਵਿਕਾਸ ਹੋਣ ਦੀ ਥਾਂ ਦੇਸ਼ ਦੀ ਇਤਿਹਾਸਕ ਹੋਣੀ ਨੇ ਇੱਕ ਵੱਖਰਾ ਰੁਖ ਲਿਆ, ਜਿਹੜਾ ਭਾਰਤ ਵਿੱਚ। ਔਰ ਭਾਰਤ ਵਿੱਚ ਬਰਤਾਨਵੀ ਹਕੂਮਤ ਸਰਲੇਖ ਹੇਠ ਮਾਰਕਸ ਦਾ ਹਵਾਲਾ ਇੱਥੇ ਕਾਫੀ ਪ੍ਰਸੰਗਕ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਬਰਤਾਨੀਆ ਵੱਲੋਂ ਹਿੰਦੁਸਤਾਨ ਉੱਤੇ ਲਿਆਂਦੀ ਗਈ ਮੁਸੀਬਤ ਉਸ ਮੁਸੀਬਤ ਨਾਲੋਂ ਬੁਨਿਆਦੀ ਤੌਰ ਤੇ ਵੱਖਰੀ ਤੇ ਕਿਤੇ ਜ਼ਿਆਦਾ ਤੀਖਣ ਕਿਸਮ ਦੀ ਸੀ। ਮੈਂ ਵਿੱਚ ਰੋਕ ਕੇ ਗੱਲ ਕਰਦਾ, ਕਿਉਂਕਿ ਇੱਥੇ ਇੱਕ ਗੱਲ ਸਮਝੋ, ਪਿਛਲੀਆਂ ਸਾਰੀਆਂ ਤਬਦੀਲੀਆਂ ਸਮਾਂਤਵਾਦ ਦੇ ਘੇਰੇ ਦੇ ਵਿੱਚ
ਇਹ ਇੱਕ ਦੌਰ ਹੈ ਜਦੋਂ ਸਮੰਤਵਾਦ ਜਾ ਕੇ ਪੂੰਜੀਵਾਦ ਦੀ ਪ੍ਰਬੰਧ ਆ ਰਿਹਾ, ਤੇ ਉਸ ਦੌਰ ਦੀ ਤਬਦੀਲੀ, ਪੂਰੇ ਦੇ ਪੂਰੇ ਯੁੱਗ ਦੀ ਤਬਦੀਲੀ। ਫਿਰ ਮੈਂ ਦੁਬਾਰਾ ਸ਼ਿਟ ਦੇਣਾ ਦਾ ਵਾਲਾ ਕਿ ਬਰਤਾਨੀਆ ਵੱਲੋਂ ਹਿੰਦੁਸਤਾਨ ਤੇ ਲਿਆਂਦੀ ਗਈ ਮੁਸੀਬਤ ਉਸ ਮੁਸੀਬਤ ਨਾਲੋਂ ਬੁਨਿਆਦੀ ਤੌਰ ਤੇ ਵੱਖਰੀ ਤੇ ਕਿਤੇ ਜ਼ਿਆਦਾ ਤੀਖਣ ਕਿਸਮ ਦੀ ਸੀ, ਜਿਹੜੀ ਮੁਸੀਬਤ ਕਿ ਪਹਿਲਾਂ ਕਦੀ ਵੀ ਹਿੰਦੁਸਤਾਨ ਨੂੰ ਝੱਲਣੀ ਪਈ ਹੋਵੇ। ਸਾਰੀਆਂ ਖਾਨਾ ਜੰਗੀਆਂ, ਹਮਲੇ, ਇਨਕਲਾਬ, ਜਿੱਤਾਂ, ਕਾਲ, ਹਿੰਦੁਸਤਾਨ ਵਿੱਚ ਇੱਕ ਤੋਂ ਬਾਅਦ ਦੂਜੀ ਵਾਪਰਨ ਵਾਲੀ ਕਾਰਵਾਈ ਭਾਵੇਂ ਕਿੰਨੀ ਵੀ ਅਜੀਬ ਤਰ੍ਹਾਂ ਨਾਲ ਜਟਲ, ਤੇਜ਼ ਅਤੇ ਤਬਾਹਕੁਨ ਲੱਗੇ, ਪਰ ਇਹ ਆਪਣੀ ਸਤ੍ਹਾ ਤੋਂ ਹੇਠਾਂ ਨਹੀਂ ਸੀ ਜਾਂਦੀ। ਇੰਗਲੈਂਡ ਨੇ ਭਾਰਤੀ ਸਮਾਜ ਦਾ ਸਾਰਾ ਢਾਂਚਾ ਹੀ ਤਹਿਸ-ਨਹਿਸ ਕਰ ਦਿੱਤਾ ਹੈ, ਪਰ ਮੁੜ ਸਾਰੀ ਦੀਆਂ ਅਲਾਮਤਾਂ ਕਿਤੇ ਨਜ਼ਰ ਨਹੀਂ ਆ ਰਹੀਆਂ। ਇਹਨੂੰ ਉਸ ਦੌਰ ਦੀ ਸਮਕਾਲੀ ਟਿੱਪਣੀਆਂ ਨੂੰ ਔਰ ਵਿਸ਼ੇਸ਼ ਸਥਿਤੀ ਜਿਹੜੀ ਇੱਥੋਂ ਦੀ ਜਿਹੜੀ ਹੈਗੀ ਅਸੀਂ ਵੇਖਦੇ ਹਾਂ ਕਿ ਪੁਰਾਣੇ ਸਮੰਤੀ ਪ੍ਰਬੰਧਾਂ ਨੂੰ ਖਤਮ ਕਰਨ ਦੀ ਥਾਂ ਬਸਤੀਵਾਦੀਆਂ ਨੇ ਕੀ ਕੀਤਾ ਕਿ ਸਮੰਤਵਾਦ ਦੇ ਢਹਿ ਢੇਰੀ ਆਉਣ ਦੇ ਦੌਰ ਵਿੱਚ ਬਸਤੀਵਾਦ ਜਿਹੜੀ ਸਾਮਰਾਜਵਾਦੀ ਪੂੰਜੀ ਜਿਹਨੇ ਹਿੰਦੁਸਤਾਨ ਨੂੰ ਆਪਣੀ ਬਸਤੀ ਬਣਾ ਲਿਆ, ਜਿਹਨੂੰ ਅਸੀਂ ਬਸਤੀਵਾਦੀ ਆਰਥਿਕਤਾ ਨੇ ਭਾਰਤ ਵਿੱਚ, ਉਹਨੇ ਕੁਝ ਵਿਸ਼ੇਸ਼ ਰੁਖ ਅਖਤਿਆਰ ਕੀਤਾ ਕਿ ਉਹਦੀ ਲੋੜ ਜਿਹੜੀ ਇਹ ਸੀ ਕੱਚੇ ਮਾਲ ਦੀ, ਇਸ ਵਾਸਤੇ ਉੱਥੇ ਇੱਥੋਂ ਦੇ ਸਮੰਤਵਾਦ ਡਿੱਗਦੇ ਸਮੰਤਵਾਦ ਨੂੰ ਬਚਾ ਲਿਆ, ਉਹਨੂੰ ਆਪਣੇ ਪਿਲਰ ਦੇ ਰੂਪ ਵਿੱਚ ਵਰਤਿਆ। ਰਜਨੀਕਾਂਤ ਦੱਤ ਨੇ ਸੋਸ਼ਲ ਪ੍ਰੋਪ ਆਫ ਬ੍ਰਿਟਿਸ਼ ਇੰਪੀਰੀਅਲਿਜ਼ਮ ਕਿਹਾ ਇੱਥੋਂ ਦੇ ਫਿਊਡਲਿਜ਼ਮ ਨੂੰ, ਕਿ ਉਹ ਇਹਦੇ ਪਿਲਰ ਭਾਰਤ ਵਿੱਚ ਖੇਰੂ ਹੋਰੇ ਟੋਟਰੇ ਸਮੰਤਵਾਦ ਨੂੰ ਉਹਨੇ ਆਪਣੇ ਰੂਪ ਵਿੱਚ ਉਹਨੂੰ ਜਿਹੜਾ ਹੈਗਾ ਬਚਾ ਲਿਆ। ਇਸ ਵਾਸਤੇ ਇੱਥੇ ਉਹਨਾਂ ਨੇ ਆਪਣੀ ਲੁੱਟ ਨੂੰ ਤੇਜ਼ ਕਰਨ ਲਈ, ਕੱਚੇ ਮਾਲ ਨੂੰ ਇੰਗਲੈਂਡ 'ਚ ਖੜਨ ਲਈ, ਉਹਨੇ ਆਪਣੇ ਲੁਟੇਰੇ ਮਨਸੂਬਿਆਂ ਦੇ ਮੁਤਾਬਕ ਆਪਣੀ ਨੀਤੀਆਂ ਨੂੰ ਢਾਲਦੇ ਹੋਏ ਭਾਰਤ ਦੇ ਸਮਾਜੀ ਆਰਥਿਕ ਪਛੜੇਵੇਂ ਨੂੰ ਕਾਇਮ ਰੱਖਿਆ। ਆਪਣੀ ਲੋੜ ਅਨੁਸਾਰ ਇੱਕ ਖਾਸ ਤਬਕੇ ਦੀ ਵਿਦਿਆ ਦਾ ਪ੍ਰਬੰਧ ਕੀਤਾ, ਜੋ ਰੂਪ ਵਜੋਂ ਹਿੰਦੁਸਤਾਨੀ ਉਹ ਇਸ ਤਰ੍ਹਾਂ ਦੇ ਮਤਲਬ ਵਿਦਵਾਨ ਉਹਨਾਂ ਦੀ ਚਾਹੁੰਦੇ ਸਨ, ਇਸ ਤਰ੍ਹਾਂ ਦੇ ਪੜ੍ਹੇ ਲਿਖੇ ਕਾਇਮ ਗਰੁੱਪ ਤਬਕਾ ਪੈਦਾ ਕਰਨ ਦੀ ਜਿਹੜੀ ਹੈਗੀ ਉਹਨਾਂ ਨੇ ਕੋਸ਼ਿਸ਼ ਕੀਤੀ, ਜੋ ਆਪਣੇ ਰੂਪ ਵਜੋਂ ਹਿੰਦੁਸਤਾਨੀ ਹੋਣ ਤੇ ਸੋਝ ਸਵਾਦਾਂ ਵੱਲ ਪੱਖੋਂ ਅੰਗਰੇਜ਼ ਹੋਣ। ਔਰ ਇਹ ਇੱਕ ਦੌਰ ਸੀ। ਇਹ ਇੱਕ ਬੰਨੇ ਅੰਗਰੇਜ਼ਾਂ ਦੀ ਇਹ ਸਰਗਰਮੀਆਂ, ਉਹਨਾਂ ਦੀ ਇਹ ਨੀਤੀ ਹੈ, ਦੂਸਰੇ ਬੰਨੇ ਲਗਾਨ ਦੀ, ਕਿਉਂਕਿ ਜ਼ਗੀਰਦਾਰੀ ਨੂੰ ਬਚਾ ਲਿਆ ਗਿਆ, ਉਹਨੂੰ ਉਹਨਾਂ ਨੇ ਆਪਣੇ ਰੂਪ ਵਿੱਚ ਰੱਖ ਲਿਆ। ਔਰ ਉਹ ਇੱਥੇ ਬੜੇ ਭਾਰਤ ਵਿੱਚ ਰੈਜ਼ਿਸਟੈਂਸ ਜਾਂ ਜਿਹਨਾਂ ਦੇ ਵਿਦਰੋਹ ਵੀ ਨਾਲ ਦੀ ਨਾਲ ਹੀ ਅੰਗਰੇਜ਼ਾਂ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਨੇ, ਔਰ ਜਿਹਦੇ ਵਿੱਚ ਬਹੁਤ ਪ੍ਰਸਿੱਧ ਕਿਸਾਨਾਂ ਕਾਰੀਗਰਾਂ ਦੀਆਂ ਬਗਾਵਤਾਂ ਜਿਹੜੀਆਂ ਹੈਗੀਆਂ ਉਹਨੇ 1831 ਤੇ 1800 ਤੋਂ ਲੈ ਕੇ 46 ਤੱਕ ਬੰਗਾਲ ਦੇ ਵਿੱਚ ਬੜੇ ਵੱਡੇ ਵਿਦਰੋਹ ਜਿਹੜਾ ਹੈਗਾ ਉਹ ਕਾਰੀਗਰਾਂ ਦਾ ਤੇ ਕਿਸਾਨਾਂ ਦੇ ਵਿਦਰੋਹ ਦਾ ਦੌਰ ਆ। ਇਹਨਾਂ ਬਗਾਵਤਾਂ ਨੇ ਇੱਥੇ ਇੱਕ ਜਿਹੜਾ ਖਿੱਤਾ ਸਿੱਖ ਰਾਜਾ ਉਹਨੂੰ ਅਸੀਂ ਅਲੱਗ ਛੱਡਦੇ ਹਾਂ ਕਿਉਂਕਿ ਉਹ ਅਲੱਗ ਹਿਸਟਰੀ ਆ, ਅੱਗੇ ਜਾ ਕੇ ਉਹ ਵੀ ਇਸ ਧਾਰੇ 'ਚ ਸ਼ਾਮਲ ਹੋ ਜਾਂਦਾ ਪੰਜਾਬ ਨੂੰ ਗੁਲਾਮ ਕਰਨ ਤੋਂ ਬਾਅਦ। ਇਹਨਾਂ ਬਗਾਵਤਾਂ ਨੇ ਸਮੁੱਚੀ ਢਾਂਚੇ ਨੂੰ ਹਿਲਾ ਦਿੱਤਾ ਤੇ ਸਰਮਾਏਦਾਰੀ ਸੰਬੰਧਾਂ ਲਈ ਜਿਹੜੀਆਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਵੀ ਬਗਾਵਤਾਂ ਜਿਹੜੀਆਂ ਹੋਈਆਂ ਉਹ ਸਮੰਤੀ ਪ੍ਰਬੰਧ ਨੂੰ ਜਿਹੜੀਆਂ ਹੈਗੀਆਂ ਉਹ ਚੈਨ ਨਹੀਂ ਉਹਨਾਂ ਨੇ ਲੈਣ ਦਿੱਤਾ, ਔਰ ਹਿੰਦੁਸਤਾਨ 'ਚ ਪੂੰਜੀਵਾਦ ਦੇ ਵਿਕਾਸ ਲਈ ਰਾਹ ਜਿਹੜਾ ਹੈਗਾ ਉਹ ਬਣਾਉਣ ਲਈ ਆਧਾਰ ਤਿਆਰ ਕੀਤਾ। ਔਰ ਬਸਤੀਵਾਦੀ ਸ਼ਕਤੀਆਂ ਵਪਾਰੀ ਬਣ ਕੇ ਆਈਆਂ, ਧਾੜਵੀ ਬਣ ਕੇ ਇੱਥੇ ਜਿਹੜਾ ਹੈਗਾ ਉਹਨਾਂ ਨੇ ਧਨ ਕਮਾਇਆ ਤੇ ਸਾਜ਼ਿਸ਼ਾਂ ਕਰਦੇ ਹੋਏ, ਤੇ ਪਰ ਆਪਣੇ ਅਗਲੇ ਦੌਰ ਵਿੱਚ ਨਵੇਂ ਜਰੈਤੀ ਜਾਂ ਖੇਤੀ ਦਾ ਕਿਸਾਨੀ ਦਾ ਪ੍ਰਬੰਧ ਉਹਨਾਂ ਨੇ ਜਿਹੜਾ ਕੀਤਾ, ਇੱਥੇ ਜ਼ਿਮੀਂਦਾਰੀ, ਰਈਤਵਾੜੀ ਤੇ ਮਹਿਲਵਾੜੀ, ਤੁਹਾਨੂੰ ਉਹਦੇ ਬਾਰੇ ਪਤਾ ਹੀ ਹੈ, ਉਹ ਕਰਕੇ ਹੁਣ ਉਹ ਮਤਲਬ ਸਮੰਤੀ ਸ਼ਾਹ ਦੀ ਭੂਮਿਕਾ ਵੀ ਨਿਭਾ ਰਹੀ। ਵਿਸ਼ਵ ਸਾਮਰਾਜਵਾਦੀ ਪੂੰਜੀ ਦੀਆਂ ਵੀ ਪ੍ਰਤੀਨਿਧ ਨੇ। ਭਾਰਤ ਦੇ ਵਿੱਚ ਸਮੰਤਵਾਦ ਨੂੰ ਆਪਣੀਆਂ ਲੋੜਾਂ ਮੁਤਾਬਕ ਬਚਾ ਕੇ ਸਮੰਤੀ ਰੈਂਟ ਅਗਰਾਉਂਡ ਦਾ ਵੀ ਜਿਹੜਾ ਹੈਗਾ ਉਹਨਾਂ ਨੇ ਉਹ ਬਣ ਗਈਆਂ। ਔਰ ਕੌਮੀ ਬੁਰਜੁਆਜੀ ਦੀ ਅਜੇ ਜਮਾਤ ਦੇ ਰੂਪ ਵਿੱਚ ਹੋਂਦ ਨਹੀਂ, ਅਸੀਂ ਉਸ ਦੌਰ ਤੇ ਪਹੁੰਚੇ ਜਿੱਥੇ ਅਜੇ ਹੋਂਦ ਨਹੀਂ ਨਜ਼ਰ ਆ ਰਹੀ। ਪ੍ਰੋਲਤਾਰੀ ਦੇ ਜਮਾਤ ਵਜੋਂ ਅਜੇ ਮਤਲਬ ਥੋੜਾ ਇਤਿਹਾਸ ਦੇ ਰੰਗਮੰਚ ਤੇ ਅਜੇ ਕੁਝ ਹਿੰਦੁਸਤਾਨ 'ਚ ਦੇਰ ਹੈ, ਕਿਉਂਕਿ ਅਸੀਂ ਉਸ ਦੌਰ 'ਚ ਉਹਦੇ ਗੁਰੂਆਂ ਤੇ ਪਹੁੰਚ ਗਏ। ਔਰ ਯੂਰਪੀ ਵਿਦਿਆ ਵਾਲੇ ਭਾਰਤੀ ਬੁੱਧੀਜੀਵੀਆਂ ਵਿੱਚ ਜਿਹੜੇ ਰੁਝਾਨ ਨੇ ਉਸ ਸਮੇਂ, ਉਹ ਦੋ ਮੁੱਖ ਰੁਝਾਨ ਨੇ। ਕੁਝ ਬਸਤੀਵਾਦੀ ਹਕੂਮਤ ਦੀ ਨੌਕਰੀ ਕਰਦੇ ਨੇ ਪੜ੍ਹ ਕੇ, ਔਰ ਬਸਤੀਵਾਦੀਆਂ ਤੇ ਇੱਥੇ ਭੂਮੀਪਤੀਆਂ ਨਾਲ ਗੱਠਜੋੜ ਕਰਕੇ ਆਪਣਾ ਮਤਲਬ ਨਜ਼ਾਰੇ ਲੈਂਦੇ ਨੇ, ਜਿਹੜੇ ਅੰਗਰੇਜ਼ੀ ਸਿੱਖਿਆ ਲੈ ਕੇ ਜਿਹੜਾ ਸਾਡੇ ਇੱਥੇ ਪੜ੍ਹਿਆ ਲਿਖਿਆ ਤਬਕਾ ਪੈਦਾ ਹੋਇਆ। ਇਹਦੇ ਬਾਵਜੂਦ ਇੱਕ ਹੋਰ ਤਬਕਾ ਉਸੇ ਪੜ੍ਹਾਈ ਦੇ ਨਤੀਜੇ ਵਜੋਂ ਇਨਕਲਾਬੀ ਅੰਦੋਲਨਾਂ ਤੇ ਵਿਚਾਰਾਂ ਤੋਂ ਦੂਰੀ ਤੇ ਰੱਖਦਾ, ਪਰ ਇਸ ਜ਼ੁਲਮ ਤੇ ਜੋ ਹੋ ਰਿਹਾ ਉਹਦੇ ਨਾਲ ਹਮਦਰਦੀ ਉਹਦੇ ਵਿੱਚ ਪੈਦਾ ਹੋ ਰਹੀ। ਉਹਨੂੰ ਆਪਾਂ ਇਨਕਲਾਬੀ ਨਹੀਂ ਕਹਿ ਸਕਦੇ, ਪਰ ਉਹਦੇ ਨਾਲ ਹਮਦਰਦੀ ਆ ਅਤੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਲੱਗ ਪਿਆ ਪੜ੍ਹਿਆ ਲਿਖਿਆ ਤਬਕਾ। ਕਿਉਂਕਿ ਯੂਰਪੀ ਜਿਹੜੀ ਹੈਗੀ ਆ ਉਹ ਪ੍ਰਬੋਧਨ ਕਾਲ ਦੇ ਵਿਦਵਾਨਾਂ ਨੂੰ ਪੜ੍ਹਨ ਤੋਂ ਬਾਅਦ, ਜਿਹੜੀ ਆਜ਼ਾਦੀ ਦੀ ਜਿਹੜੀ ਉਹ ਸਾਰੀਆਂ ਜਿਹੜੀਆਂ ਪੜ੍ਹਨ ਤੋਂ ਬਾਅਦ, ਸੁਣਨ ਤੋਂ ਬਾਅਦ, ਉਹਨਾਂ ਦੇ ਵਿੱਚ ਇੱਥੋਂ ਦੇ ਭਾਰਤ ਬਾਰੇ ਫਿਕਰਮੰਦੀਆਂ, ਇੱਥੋਂ ਦੇ ਲੋਕਾਂ ਦੇ ਉੱਤੇ ਜਿਹੜਾ ਹੋ ਰਿਹਾ ਜ਼ੁਲਮ ਉਹਦੇ ਬਾਰੇ ਫਿਕਰਮੰਦੀ, ਇਹ ਚੀਜ਼ਾਂ ਅਸੀਂ ਚਿੰਤਨ ਮੁੱਢਲੇ ਪੜ੍ਹੇ ਲਿਖੇ ਜਿਹੜਾ ਤਬਕਾ ਹੈ ਭਾਰਤ ਵਿੱਚ ਤੇ ਖਾਸ ਕਰਕੇ ਬੰਗਾਲ ਵਿੱਚ, ਉਹਨਾਂ ਵਿੱਚ ਵਿਚਾਰ ਜਿਹੜੇ ਹੈਗੇ ਉਹ
ਉਹਨਾਂ ਦੇ ਬੀਜ ਜਿਹੜੇ ਹੈਗੇ ਉਹ ਪੁੰਗਰਨੇ ਸ਼ੁਰੂ ਹੋ ਜਾਂਦੇ। ਔਰ ਪੱਛਮੀ ਤਰਜ਼ ਦੇ ਸਰਮਾਏਦਾਰੀ ਪ੍ਰਬੰਧ ਉਹਨਾਂ ਦਾ ਮਾਡਲ ਆ, ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਕਿ ਉਸੇ ਤਰ੍ਹਾਂ ਦਾ ਸਰਮਾਏਦਾਰੀ ਪ੍ਰਬੰਧ ਸਾਡੇ ਦੇਸ਼ 'ਚ ਵੀ ਹੋਣਾ ਚਾਹੀਦਾ। ਔਰ ਉਹ ਦੋਗਲੀ ਗੱਲ ਨੂੰ ਉਹਨਾਂ ਦੇ ਦਿਲ ਨੂੰ ਚੁੱਭਦੀ ਆ ਕਿ ਉੱਥੇ ਇਹਨਾਂ ਦਾ ਇਹ ਪ੍ਰਬੰਧ ਹੈ ਅੰਗਰੇਜ਼ਾਂ ਦਾ ਤੇ ਯੂਰਪ ਵਾਲਿਆਂ ਦਾ, ਸਾਡੇ ਇੱਥੇ ਉਹ ਪ੍ਰਬੰਧ ਲਾਗੂ ਨਹੀਂ ਕਰ ਰਹੇ ਇਹਦੇ। ਇਸ ਵਾਸਤੇ ਉਹਨਾਂ ਦੇ ਦਿਮਾਗ ਵਿੱਚ ਲੋਕ ਉਹ ਹੁੰਦੇ ਆ। ਔਰ ਸਮਾਂਤਰਵਾਦ ਦੇ ਉਹ ਵਿਰੋਧੀ ਨੇ। ਸਮਾਂਤਰਵਾਦ ਉਹਨਾਂ ਨੂੰ ਜਾਂ ਪੁਰਾਤਨ ਭਾਰਤੀ ਜੋ ਵੀ ਹੈਗਾ ਉਹਦੇ ਤੋਂ ਜੋ ਪੜ੍ਹਨ ਲਿਖਣ ਕਰਕੇ ਉਹਨਾਂ ਦੇ ਵਿਰੋਧੀ ਹੋ ਗਏ ਨੇ। ਪਰ ਉਹ ਨਾਲ ਦੀ ਨਾਲ ਅੰਗਰੇਜ਼ਾਂ ਦੀ ਦੋਗਲੀ ਨੀਤੀ ਤੇ ਵੀ ਔਰ ਲੋਕਾਂ ਦੇ ਹੋਰੇ ਜ਼ੁਲਮ ਬਾਰੇ ਵੀ, ਯਾਨੀ ਦੋ ਧਾਰਾਵਾਂ ਨੇ। ਇੱਕ ਧਾਰਾ ਲੋਕਾਂ ਨਾਲ ਹਮਦਰਦੀ ਵਾਲੀ ਧਾਰਾ ਦੇ ਸ਼ੁਰੂਆਤ ਹੁੰਦੀ ਆ, ਦੂਸਰੇ ਪਾਸੇ ਜਿਹੜੀ ਅੰਗਰੇਜ਼ਾਂ ਨਾਲ ਗੱਠਜੋੜ ਵਾਲੀ। ਔਰ ਬਰਤਾਨਵੀ ਸ਼ਕਤੀਆਂ ਸਮੰਤੀ ਖੜੋਤ ਦੇ ਖਿਲਾਫ ਤੇ ਭਾਰਤ ਦੀਆਂ ਅਗਾਂਹਵਧੂ ਸ਼ਕਤੀਆਂ ਦੀਆਂ ਜਿਹੜੀਆਂ ਹੈਗਾ ਹਮਾਇਤ ਦਾ ਇੱਕ ਜਿਹੜਾ ਹੈਗਾ ਚਿੰਤਨ ਦੇ ਖੇਤਰ ਵਿੱਚ ਕਾਰਵਾਈ ਸ਼ੁਰੂ ਹੁੰਦੀ ਆ। ਔਰ ਭਾਰਤ ਕਿਉਂਕਿ ਫਕੀਰ ਮੰਗਤਿਆਂ ਦਾ ਦੇਸ਼ ਆ, ਬੜੇ ਬੜੇ ਗਿਰੋਹ ਆਪਣਾ ਪਹਿਲਾਂ ਪਰੰਪਰਾਗਤ, ਔਰ ਉਹ ਸੰਸਾਰਿਕ ਜੀਵਨ ਦੀ ਅਸਾਰਤਾ, ਯੋਗ, ਅੰਤਰ ਧਿਆਨ, ਇਹੋ ਜਿਹੇ ਬਕਵਾਸ ਦਾ ਪ੍ਰਚਾਰ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਹੈ ਇਸ ਦੌਰ 'ਚ। ਔਰ ਇਸ ਦੌਰ 'ਚ ਇਹ ਪੜ੍ਹੇ ਲਿਖੇ ਲੋਕ ਇਹ ਵੀ ਆਉਂਦੇ ਨੇ ਕਿ ਇਹਦੀ ਵੀ ਨਿਰਰਥਕਤਾ ਲੋਕਾਂ 'ਚੋਂ ਦੱਸਣੀ ਚਾਹੁੰਦੇ ਕਿ ਇਹ ਨਹੀਂ, ਇਹ ਹਿੰਦੁਸਤਾਨ ਨੂੰ ਤੇ ਕਿਸੇ ਹੋਰ ਚੀਜ਼ ਦੀ ਲੋੜ ਹੈ। ਯਾਨੀ ਉਹਨਾਂ ਦੇ ਦਿਮਾਗ 'ਚ ਕਿ ਇਹਨਾਂ ਨੂੰ ਤੇ ਇੱਕ ਅੰਗਰੇਜ਼ਾਂ ਵਾਲਾ ਪੂੰਜੀਵਾਦ ਦਾ ਪ੍ਰਬੰਧ ਚਾਹੀਦਾ ਜਿਹੋ ਜਿਹਾ ਯੂਰਪ ਵਿੱਚ। ਇਸ ਵਾਸਤੇ ਉਹ ਉਹਨਾਂ ਦੀ ਜਿਹੜੀ ਇਹ ਨਵੇਂ ਹੁੰਦੇ। ਹਮਾਯੂੰ ਕਬੀਰ ਨੇ ਲਿਖਿਆ, ਹਮਾਯੂੰ ਕਬੀਰ ਦੇ ਭਗਵਾਨ ਨੇ, ਕਿ ਮਨੁੱਖੀ ਮਨ ਦੀਆਂ ਬਹੁ ਪਰਤਵੀ ਸਰਗਰਮੀਆਂ ਜੋ ਕਿ ਪੁਰਾਤਨ ਭਾਰਤ ਦੇ ਜੀਵਨ ਦੀ ਵਿਲੱਖਣਤਾ ਸੀ, ਮੱਧਕਾਲ ਦੇ ਸਮੇਂ ਤੱਕ ਅਕਾਮੀ ਤਿਆਗੀ ਨੀਰਸਤਾ ਬਣ ਕੇ ਰਹਿ ਗਈਆਂ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਤਿਆਗੀ ਪੁਣੀ ਦੀ ਜਹਨੀਅਤ ਵਿਦੇਸ਼ੀ ਜਿੱਤ ਤੇ ਗਲਬੇ ਦਾ ਇੱਕ ਲਾਜ਼ਮੀ ਫਲ ਹੈ। ਜਦੋਂ ਗੁਲਾਮੀ ਦੀ ਜੀਵਨ ਬੰਦਾ ਜਿਉਂਦਾ ਨਾ ਤਾਂ ਉਹਦੇ ਤਿਆਗਵਾਦ ਬੜਾ ਹੁੰਦਾ ਕਿ ਹੁਣ ਤੇ ਆਪਾਂ ਨੂੰ ਕੁਝ ਮਿਲਣਾ ਨਹੀਂ, ਚੱਲ ਅੱਗੇ ਤੇ ਮਿਲੂ। ਮੁਸਲਿਮ ਸਮਾਜ ਵਰਗੇ ਸਮਾਜ ਨੇ ਵੀ ਜਿਹੜਾ ਕਿ ਬੁਨਿਆਦੀ ਤੌਰ ਤੇ ਤਿਆਗ ਵਿਰੋਧੀ ਹੈ, ਭਾਰਤ ਉੱਪਰ ਬਰਤਾਨਵੀ ਫਤਿਹ ਤੋਂ ਮਗਰੋਂ ਤਿਆਗੀਆਂ ਵਾਲਾ ਵਤੀਰਾ ਧਾਰਨ ਕਰ ਲਿਆ। ਸਾਡੇ ਭਾਰਤ ਦੇ ਮੁਸਲਮਾਨ ਵੀ ਤਿਆਗੀ ਬਣ ਗਏ ਜਦੋਂ, ਕਿਉਂਕਿ ਗੁਲਾਮੀ ਦੇ ਜਿਹੜਾ ਉਹਨਾਂ ਦਾ ਬੋਧ ਸੀ ਉਹਨਾਂ ਨੂੰ। ਔਰ ਵਰਤਮਾਨ ਵਿਚਲੀਆਂ ਕੌੜੀਆਂ ਹਾਰਾਂ ਦੀ ਚੇਤਨਤਾ ਨੂੰ ਬਾਹਰ ਕੱਢਣ ਲਈ, ਕੌੜੀ ਹਾਰ ਹੈ ਉਹਨੂੰ ਬਾਹਰ ਕੱਢਣ ਲਈ ਅਗਲੇ ਜਨਮ ਵਿੱਚ ਇਨਾਮ ਤੇ ਸ਼ਾਨ ਦੀਆਂ ਆਸਾਂ ਦਾ ਆਸਰਾ ਲਿਆ ਜਾਂਦਾ ਸੀ। ਭਾਰਤੀ ਵਿਰਸੇ ਦੇ ਵਿੱਚ ਉਹਨਾਂ ਨੇ ਹਮਾਯੂੰ ਕਬੀਰ ਨੇ ਲਿਖਿਆ। ਔਰ ਵਸਤੂਗਤ ਵਿਚਾਰਵਾਦੀ ਵੇਦਾਂਤਵਾਦੀ ਫਲਸਫਾ ਅੱਜ ਵੀ ਭਾਰਤ ਵਿੱਚ ਬਹੁਤ ਪ੍ਰਚਲਿਤ ਸੀ। ਔਰ ਸਾਰੀਆਂ ਧਾਰਮਿਕ ਸੰਪਰਦਾਵਾਂ ਉਹਦੀ ਗੱਲ ਕਰਦੀਆਂ ਸਨ। ਔਰ ਉਹ ਜਿਹੜਾ ਅਦਵੈਤ ਵਿਦਾਂਤ ਹੈ ਉਹ ਤੇ ਕੱਟੜਤਾ ਦੇ ਹੱਕ ਵਿੱਚ ਭੁਗਤਦਾ। ਔਰ ਉਤਲੀਆਂ ਜਮਾਤਾਂ ਵਿੱਚ ਅੱਜ ਵੀ ਹਿੰਦੁਸਤਾਨ ਦੇ ਵਿੱਚ ਪੰਡਿਤ ਮਲਾਣੇ ਜਾਂ ਚਾਹੇ ਉਹਨਾਂ ਦੇ ਵਿੱਚ ਇਹਦੇ ਨਾਲ ਮਿਲਦੇ ਹੋਰ ਸਿਧਾਂਤ ਨੇ। ਸੂਫੀਵਾਦ ਦਾ ਸਿਧਾਂਤ ਅਦਵੈਤ ਵਿਦਾਂਤ ਦੇ ਬਹੁਤ ਨੇੜੇ ਹੈ। ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਹੈ ਭਾਰਤ ਦੇ ਜਿਹੜਾ ਕਲੀਨ ਵਰਗ ਆ ਉਹਦੇ ਵਿੱਚ ਬਹੁਤ ਹਰਮਨ ਪਿਆਰੀਆਂ ਨੇ, ਤੇ ਪੜ੍ਹੇ ਲਿਖੇ ਅਨਸਰ ਤੇ ਕਲੀਨ ਵਰਗ ਚੋਂ ਹੀ ਆ ਰਿਹਾ ਕਿਉਂਕਿ ਸਾਨੂੰ ਉਸ ਵੇਲੇ ਤੇ। ਪਰ ਇਹਦੇ ਬਾਵਜੂਦ ਵਿਦਵਾਨ ਇੱਕ ਨੇ ਜ਼ਿਕਰ ਕੀਤਾ ਕਿ ਉਸ ਵੇਲੇ ਚਾਰ ਵਾਕ, ਨਿਆਏ, ਵਿਸ਼ੇਸ਼ਕ, ਮੀਮਾਂਸਾ, ਸਾਖ ਇਹ ਵੀ ਪ੍ਰੈਕਟਿਸ ਇਹਨਾਂ ਵਿਚਾਰਾਂ ਦਾ ਵੀ ਭਾਰਤ ਵਿੱਚ ਹੈ, ਕਿਉਂਕਿ ਉਹ ਵੀ ਪ੍ਰਚਾਰ ਚੱਲ ਰਿਹਾ। ਕਿਉਂਕਿ ਉਹਦੀ ਇੱਕ ਮਿਸਾਲ ਲੇਖ ਨੇ ਦਿੱਤੀ ਇੱਕ ਨੇ ਕਿ ਆਂਧਰਾ ਦਾ ਕਵੀ ਵਾਮਨ ਜਿਹੜਾ ਹੈਗਾ ਉਹ ਬਹੁਤ ਹਰਮਨ ਪਿਆਰਾ ਕਵੀ ਸੀ, ਜਿਹੜਾ ਮਤਲਬ ਵੇਦਾਂਤ ਨੂੰ ਨਹੀਂ ਸੀ ਮੰਨਦਾ, ਔਰ ਜਿਹਦੀਆਂ ਕਵਿਤਾਵਾਂ ਤਰਕ ਦੇ ਹੱਕ ਵਿੱਚ ਸਨ, ਆਜ਼ਾਦੀ ਦੇ ਪਿਆਰ ਨਾਲ ਭਰਪੂਰ ਸਨ। ਉਸ ਵੇਲੇ ਹੋਇਆ। ਇਸ ਵਾਸਤੇ ਇਹ ਆ ਉਹ ਚਿੰਤਨ ਦੀ ਪਰਿਸਥਿਤੀ। ਔਰ 18ਵੀਂ ਸਦੀ ਦੇ ਅਖੀਰ ਤੇ ਜਮਾਤੀ ਸੰਘਰਸ਼ ਤੇਜ਼ ਹੋਣਾ ਸ਼ੁਰੂ ਹੁੰਦਾ। ਕਿਸਾਨਾਂ ਤੇ ਸਮੰਤ ਵਿਚਲਾ ਵਿਰੋਧ ਨਵਾਂ ਜਿਹੜਾ ਹੈਗਾ ਉਹ ਸਾਰਾ ਪਾਉਣੇ ਨੇ ਦਸਤਕਾਰੀਆਂ ਤੇ ਔਰ ਦਾਰਸ਼ਨਿਕ ਸਰਗਰਮੀ ਧਰਮ ਸੁਧਾਰ ਦੇ ਰੂਪ ਵਿੱਚ ਪ੍ਰਗਟ ਹੋਣ ਦਾ ਪਿਆਰ ਉਹਦੇ ਵਿੱਚ ਇਸੇ ਧਰਮ ਸੁਧਾਰ ਦੀ ਜਿਹੜੀ ਭਾਵਨਾ ਹੈ ਹਿੰਦੁਸਤਾਨ ਦੇ ਵਿੱਚ, ਉਹਦੀ ਜਿਹੜਾ ਪਹਿਲਾ ਪ੍ਰਸਿੱਧ ਮਤਲਬ ਜਿਹੜੀ ਹੈਗੀ ਉਹਦੀ ਮਤਲਬ ਉਹਦਾ ਫਲ ਆ ਉਹ ਰਾਜਾ ਰਾਮ ਮੋਹਨ ਰਾਏ ਆ, ਜਿਹੜਾ 1772 ਤੋਂ 1833 ਦਾ ਉਹਦਾ ਜੀਵਨ ਕਾਲ ਆ। ਔਰ ਉਹ ਚਿੰਤਕ ਨੂੰ ਪੈਦਾ ਕੀਤਾ। ਇਹ ਬੁਰਜੂਆ ਪ੍ਰਬੋਧਕ ਜਿਹੋ ਜਿਹਾ ਵੀ ਇਹ ਸੀ ਅਤੇ ਧਰਮ ਸੁਧਾਰਕ ਲਹਿਰਾਂ ਦੇ ਪੂਰਵਗਾਮੀ ਨੇ, ਜਿਹੜੀਆਂ ਅੱਗੇ ਜਾ ਕੇ ਧਰਮ ਸੁਧਾਰ ਲਹਿਰਾਂ ਭਾਰਤ ਤੇ ਜ਼ੋਰ ਫੜਦੀਆਂ, ਉਹਦਾ ਪੂਰਵਗਾਮੀ ਦੇ ਤੌਰ ਤੇ ਸੀ ਰਾਜਾ ਰਾਮ ਮੋਹਨ ਰਾਏ ਨੇ। ਰਾਮ ਮੋਹਨ ਰਾਏ ਨੂੰ ਅਸੀਂ ਵੇਖਦੇ ਹਾਂ ਕਿ ਇਹ ਜਿਹੜਾ ਹੈਗਾ ਉਹਦੇ ਵਿੱਚ ਇਹਨੂੰ ਅਸੀਂ ਨੋਟ ਕਰਦੇ ਹਾਂ। ਰਾਧਾ ਨਗਰ ਨਾਂ ਦੇ ਪਿੰਡ ਦੇ ਵਿੱਚ ਬ੍ਰਾਹਮਣ ਜ਼ਿਮੀਂਦਾਰ ਦਾ ਲੜਕਾ ਸੀ ਅਤੇ ਔਰ ਵਿਦਿਆ ਦਾ ਕਿਉਂਕਿ ਭਾਰਤ 'ਚ ਪ੍ਰਸਾਰ ਹੋ ਰਿਹਾ ਸੀ ਔਰ ਬਹੁਤ ਵਿਦਵਾਨ ਸੀ। ਇਤਿਹਾਸ, ਧਰਮ, ਫਲਸਫਾ ਤੇ ਪੜ੍ਹਨ ਦੀ ਉਦੋਂ ਰਵਾਇਤ ਸੀ ਭਾਰਤ ਵਿੱਚ, ਔਰ ਵਿਦੇਸ਼ੀ ਭਾਸ਼ਾਵਾਂ ਦਾ ਔਰ ਇਸਲਾਮ, ਬੁੱਧ ਮਤ ਤੇ ਹਿੰਦੂ ਫਲਸਫਾ, ਯੂਰਪੀ ਫਲਸਫੇ ਦਾ ਅਧਿਐਨ ਕੀਤਾ ਔਰ ਬੇਕਨ ਦਾ ਮਤਲਬ ਅਧਿਐਨ ਕੀਤਾ ਔਰ ਵਿਗਿਆਨਕ ਲਿਖਤਾਂ ਦਾ ਵੀ ਇਹਨੇ ਅਧਿਐਨ ਕੀਤਾ, ਉਹਦਾ ਜ਼ਿਕਰ ਹੁੰਦਾ।
ਤੇ ਇਸ ਵਾਸਤੇ ईसाई मत ਨੂੰ ਸਮਝਣ ਲਈ ਉਹਨੇ ਹਿਬਰੂ ਤੇ ਯੂਨਾਨੀ ਤੇ ਪੂਰੀ ਮੁਹਾਰਤ ਹਾਸਲ ਕੀਤੀ। और फ्रांसीसी इनकलाब ते समकाली बुर्जुआ जमहूरी लहरां दा अध्ययन भी कीता और इसे इन्नी मतलब विद्वतापूर्ण प्रतिभा बारे रोमारोला ने लिखा। रोमारोला बारे तुम जानते हो, फ्रेंच मतलब ड्रामाकार सी, बड़ा एक मतलब विद्वान सी। उन्हें लिखा कि ਉਹਦੇ ਗਿਆਨ ਦਾ ਪਸਾਰ ਹਿਮਾਲਿਆਈ ਇਤਿਹਾਸ ਤੋਂ ਲੈ ਕੇ ਯੂਰਪ ਦੇ ਵਿਗਿਆਨਕ ਅਨੁਸ਼ਾਸਨਾਂ ਤੱਕ ਸੀ। ਸੰਸਕ੍ਰਿਤ, ਅਰਬੀ, ਫਾਰਸੀ ਤੇ ਅੰਗਰੇਜ਼ੀ ਦਾ ਵਿਦਵਾਨ। ਇਹ ਵਸਤੂਗਤ ਵਿਚਾਰਵਾਦੀ ਵਿਦਾਂਤਵਾਦੀ ਸੀ। ਦਾਰਸ਼ਨਿਕ ਆਧਾਰ ਤੇ ਵਸਤੂਗਤ ਵਿਚਾਰਵਾਦੀ ਵਿਦਾਂਤਵਾਦੀ ਹੈ। ਔਰ ਰਾਮਾਨੁਜ ਦੀ ਸੇਧ ਵਿੱਚ ਇਹ ਵਿਦਾਂਤਵਾਦ ਨੂੰ ਜਿਹੜਾ ਹੈਗਾ ਅੱਗੇ ਵਧਾਉਣ ਦਾ ਜਿਹੜਾ ਹੈਗਾ ਯਤਨਸ਼ੀਲ ਆ। ਔਰ ਇਹ ਕਹਿੰਦਾ ਕਿ ਵਿਦਾਂਤਵਾਦ ਠੀਕ ਆ, ਬ੍ਰਹਮ ਦੀ ਹਸਤੀ ਸਹੀ ਆ, ਪਰ ਸ਼ੰਕਰ ਦੀ ਜਿਹੜੀ ਹਕੀਕਤ ਨੂੰ ਨਾ ਪ੍ਰਵਾਨ ਕਰਨ ਦੀ ਗੱਲ ਗਲਤ ਆ। ਉਹਦੇ ਵਿੱਚ ਵਾਅਦਾ ਕਰਦਾ ਕਿ ਹਕੀਕੀ ਸੰਸਾਰ ਆ, ਇਹ ਰੀਅਲ ਸੰਸਾਰ ਆ। ਯਾਨੀ ਉਸ ਵੇਲੇ ਵਿਚਾਰਵਾਦ ਦੇ ਖੇਤਰ ਵਿੱਚ ਇਹ ਜਿਹੜਾ ਹੈਗਾ ਇੱਕ ਮਤਲਬ ਇਹ ਥੋੜਾ ਵਾਧਾ। ਉਹਨੇ ਲਿਖਿਆ ਕਿ ਅਸੀਂ ਇੱਕ ਹਸਤੀ ਦੀ ਸ਼ਰਨ ਲੈਂਦੇ ਹਾਂ, ਇਸ ਨੂੰ ਉਸ ਮੂਲ ਤੱਤ ਵਜੋਂ ਵੇਖਦੇ ਹਾਂ ਜਿਹੜਾ ਬ੍ਰਹਿਮੰਡ ਵਿਚਲੇ ਸਭ ਕੁਝ ਨੂੰ ਸਜੀਵ ਕਰਦਾ ਹੈ ਤੇ ਨਿਯਮਤ ਕਰਦਾ ਹੈ ਅਤੇ ਸਾਰੀਆਂ ਵਿਅਕਤੀਗਤ ਆਤਮਾਵਾਂ ਦਾ ਮੂਲ ਸੋਮਾ ਹੈ, ਜਿਹੜੀਆਂ ਆਪਣੇ ਵਿਅਕਤੀਗਤ ਸਰੀਰਾਂ ਵਿੱਚ ਲਗਭਗ ਇੱਕੋ ਜਿਹੇ ਤਰੀਕੇ ਨਾਲ ਸਜੀਵ ਹੁੰਦੀਆਂ ਹਨ ਅਤੇ ਉਹਨਾਂ ਉੱਪਰ ਰਾਜ ਕਰਦੀਆਂ ਹਨ। ਸ਼ੰਕਰ ਵਾਂਗ ਸੰਸਾਰ ਨੂੰ ਮਾਇਆ ਦੀ ਹਕੀਕਤ ਸਮਝਦਾ ਸੀ ਉਹ, ਔਰ ਵਿਚਾਰਵਾਦੀ ਪੋਜੀਸ਼ਨਾਂ ਤੇ ਦ੍ਰਿੜ ਰਹਿੰਦਿਆਂ ਵੀ ਉਹਨੇ ਪਦਾਰਥਵਾਦ ਨੂੰ ਕੁਝ ਜ਼ਰੂਰੀ ਛੋਟਾਂ ਦਿੱਤੀਆਂ। ਉਹਦੀਆਂ ਲਿਖਤਾਂ ਵਿੱਚ ਆਉਂਦਾ ਕਿ ਪਦਾਰਥ ਸਦੀਵੀ ਹੈ, ਇਹਨੂੰ ਕਿਸੇ ਨੇ ਸਿਰਜਿਆ ਨਹੀਂ, ਇਹ ਹਮੇਸ਼ਾ ਸੀ। ਪਰਮਾਤਮਾ ਦੀ ਨਿਗਰਾਨੀ ਵਿੱਚ ਪਦਾਰਥ ਦੇ ਅਣੂ ਜਿਹੜੇ ਹੈਗੇ ਨੇ ਉਹ ਸਰਗਰਮੀ ਕਰਦੇ ਨੇ, ਪਰ ਕਰਦੇ ਨੇ ਪਰਮਾਤਮਾ ਨੂੰ ਸਿਰਜਦਾ ਨਹੀਂ। ਔਰ ਸਾਰੀਆਂ ਵਸਤਾਂ ਜਾਂ ਪਦਾਰਥ ਨੇ ਜਾਂ ਰੂਹਾਨੀ ਨੇ, ਕੁਝ ਚੀਜ਼ਾਂ ਰੂਹਾਨੀ ਨੇ, ਕੁਝ ਪਦਾਰਥਕ ਨੇ। ਔਰ ਹਰੇਕ ਪਦਾਰਥਕ ਚੀਜ਼ ਪਰਮਾਤਮਾ ਦੀ ਨਿਗਰਾਨੀ ਹੇਠ ਸਰਬ ਵਿਆਪਕ ਪਦਾਰਥ ਵਿੱਚੋਂ ਆਪਣਾ ਸੋਮਾ ਲੈਂਦੀ ਹੈ ਅਤੇ ਇਹ ਵਾਪਸ ਫਿਰ ਆਪਣੇ ਸੋਮੇ ਕੋਲ ਚਲੀ ਜਾਂਦੀ ਹੈ। ਯਾਨੀ ਇਹ ਪਦਾਰਥਕ ਕਣ ਸਦੀਵੀ ਨੇ, ਪਰਮਾਤਮਾ ਦੀ ਰਜ਼ਾ ਨਾਲ ਵੱਖ ਵੱਖ ਰੂਪ ਧਾਰਦੇ ਨੇ। ਯਾਨੀ ਇਹ ਤੇ ਮਾਮਾ ਦੇ ਹਵਾਲੇ ਦਿੱਤੇ ਆਪਾਂ ਉਹਦੀ ਜ਼ਿਆਦਾ ਨਹੀਂ। ਮੇਨ ਗੱਲ ਇਹ ਆ ਕਿ ਉਹ ਵਿਦਾਂਤਵਾਦੀ ਦਾਰਸ਼ਨਿਕ ਆ, ਉਹ ਭਾਰਤ ਵਿੱਚ ਸੁਧਾਰ ਕਰਨਾ ਚਾਹੁੰਦਾ, ਭਾਰਤ ਵਿੱਚ ਜਾਤੀਵਾਦ ਦਾ ਵਿਰੋਧ ਕਰਦਾ ਹੈ, ਭਾਰਤ ਦੀਆਂ ਨਵੀਆਂ ਹਕੀਕਤਾਂ ਵਿੱਚ ਉਹ ਸੁਧਾਰ ਕਰਨਾ ਚਾਹੁੰਦੇ ਨੇ, ਪਰ ਉਹ ਵਿਦਾਂਤਵਾਦ ਤੋਂ ਅੱਗੇ ਲੰਘਣ ਦੀ ਹਿੰਮਤ ਨਹੀਂ ਕਰ ਸਕੇ। ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸੀਮਾਂ, ਇਸ ਵਾਸਤੇ ਇਹਦੇ ਬਾਵਜੂਦ ਉਹਦੀ ਵਿਦਵਤਾ ਨਾਲ, ਉਹਦੇ ਪ੍ਰਭਾਵ ਨਾਲ ਬਹੁਤ ਜਿਹੜਾ ਹੈਗਾ ਉਹ ਬਹੁਤ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਲਗਭਗ ਇਹਨੂੰ ਨਾਸਤਿਕ ਦੇ ਤੌਰ ਤੇ ਇਹਨੂੰ ਮਤਲਬ ਜਿਹੜਾ ਹੈਗਾ ਦਰਜਾ ਮਿਲਿਆ ਭਾਰਤ ਵਿੱਚ ਸਨਾਤਨੀ ਧਾਰਮਿਕ ਸਭਾਵਾਂ ਵੱਲੋਂ। ਔਰ ਯੂਰਪੀ ਮਾਡਲ ਤੇ ਉਸਰੀ ਆਧੁਨਿਕ ਪ੍ਰਕਿਰਤਿਕ ਵਿਗਿਆਨਾਂ ਤੇ ਆਧਾਰਿਤ ਧਰਮ ਨਿਰਪੱਖ ਵਿਦਿਆ ਦੇ ਹੱਕ ਵਿੱਚ ਉਹ ਆਂਦਾ ਜਿਹੜੀ ਪੁਰਾਣੀ ਪੰਡਤਾਂ ਵਾਲੀ ਵਿਦਿਆ ਉਹ ਬੰਦ ਹੋਣੀ ਚਾਹੀਦੀ ਹੈ। ਔਰ ਬਰੋਦੋਵ ਨੇ ਉਹਦੇ ਬਾਰੇ ਲਿਖਿਆ ਹੈ ਕਿ ਉਹਦਾ ਵਿਸ਼ਵਾਸ ਸੀ ਕਿ ਸੰਸਕ੍ਰਿਤ ਸਿਆਣਪ ਦੇਸ਼ ਨੂੰ ਹਨੇਰੇ ਵਿੱਚ ਰੱਖ ਰਹੀ ਹੈ। ਜੇ ਅਸੀਂ ਭਾਰਤੀ ਵਿਗਿਆਨ ਦੀ ਸਮਕਾਲੀ ਅਵਸਥਾ ਦੀ ਤੁਲਨਾ ਉਸ ਅਵਸਥਾ ਨਾਲ ਕਰੀਏ ਜਿਹੜੀ ਬੇਕਨ ਤੋਂ ਪਹਿਲਾਂ ਦੇ ਸਮੇਂ ਵਿੱਚ ਇੰਗਲੈਂਡ ਨਾਲ ਮਿਲਦੀ ਸੀ, ਕਿਉਂਕਿ ਬੇਕਨ ਵਗੈਰਾ ਨੂੰ ਇੰਗਲੈਂਡ 'ਚ ਵੀ ਕਹਿਣਾ ਪਿਆ ਵੀ ਸਿਰਫ ਹੁਣ ਗ੍ਰੀਕ ਤੇ ਲੈਟਨ ਨਾਲ ਨਹੀਂ ਸਰਨਾ, ਹੁਣ ਮਤਲਬ ਅੱਗੇ ਮਤਲਬ ਇਸੇ ਤਰ੍ਹਾਂ। ਔਰ 1817 ਵਿੱਚ ਇਹਨੇ ਕਲਕੱਤੇ ਵਿੱਚ ਕਾਲਜ ਖੋਲਿਆ, ਪਹਿਲਾ ਕਾਲਜ ਜਿਹੜਾ ਹੈਗਾ ਉਹ ਖੋਲਦਾ 1817 ਵਿੱਚ, ਜਿਹਦੇ ਵਿੱਚ ਭਾਰਤੀ ਭਾਸ਼ਾਵਾਂ ਦੇ ਨਾਲ ਨਾਲ ਯੂਰਪੀ ਭਾਸ਼ਾਵਾਂ ਪੜ੍ਹਾਈਆਂ ਗਈਆਂ। ਔਰ ਇੱਕ ਹੋਰ ਦਿਲਚਸਪ ਗੱਲ ਤੁਹਾਨੂੰ ਦੱਸਣ ਚਾਹੀਦੀ, ਯੂਟੋਪੀਆ ਜਿਹੜਾ ਹੈਗਾ ਇਹਨਾਂ ਦਾ, ਇਹ ਕਾਲਪਨਿਕ ਸਮਾਜਵਾਦੀਆਂ ਨੂੰ ਬਹੁਤ ਸਾਰੇ ਜਿਹੜੇ ਹੈਗੇ ਪ੍ਰਬੋਧਨ ਕਾਲ ਦੇ ਵਿਦਵਾਨਾਂ ਨੂੰ ਪਰਸਨਲੀ ਮਿਲਦਾ ਰਿਹਾ ਜਾ ਕੇ, ਔਰ ਉਹਨੂੰ ਮਿਲਿਆ। ਔਰ ਰਾਬਰਟ ਓਵੇਨ ਜਿਹੜਾ ਆਪਣਾ ਬੜਾ ਪ੍ਰਸਿੱਧ ਕਾਲਪਨਿਕ ਸਮਾਜਵਾਦੀ ਆ, ਉਹਨੂੰ ਇਹ ਮਿਲਿਆ ਜਾ ਕੇ, ਵਿਸ਼ੇਸ਼ ਤੌਰ ਤੇ ਮਿਲਿਆ। ਉਹਦੇ ਤੋਂ ਇਹ ਬਹੁਤ ਪ੍ਰਭਾਵਿਤ ਸੀ। ਜਾਤ ਪਾਤ ਦਾ ਵਿਰੋਧੀ ਸੀ, ਕੱਟੜ ਸਨਾਤਨੀ ਮੂਰਤੀ ਪੂਜਾ ਦਾ ਵਿਰੋਧੀ ਸੀ। ਉਹ ਕਹਿੰਦਾ ਕਿ ਮੂਰਤੀ ਪੂਜਾ ਇਹ ਸਾਰੀਆਂ ਮੰਦਿਰਾਂ ਦੇ ਵਿੱਚ ਕਰਮਕਾਂਡ ਸਭ ਬੋਗਸ ਨੇ, ਔਰ ਵੈਦਿਕ ਧਰਮ ਜਿਹੜਾ ਹੈਗਾ ਉਹਦੀ ਬਹਾਲੀ ਕਰਨੀ ਚਾਹੀਦੀ, ਉਹਨੂੰ ਸ਼ੁੱਧ ਕਰਨਾ ਚਾਹੀਦਾ, ਉਹਨੂੰ ਮੰਦਿਰਾਂ, ਕਰਮਕਾਂਡਾਂ, ਮੂਰਤੀ ਪੂਜਾ ਇਹਨਾਂ ਚੀਜ਼ਾਂ ਤੋਂ ਮੁਕਤ ਕਰਨਾ ਚਾਹੀਦਾ। ਔਰ ਉਹ ਆਤਮਾ ਦੇ ਔਰ ਇੱਕ ਹੋਰ ਉਹਦੇ ਦਲੇਰੀ ਕੀਤੀ ਕਿ ਮਤਲਬ ਵੈਦਿਕ ਵਿਦਾਂਤਵਾਦ ਦੇ ਇਤਿਹਾਸ ਵਿੱਚ ਉਹ ਪਹਿਲਾ ਹੀ ਬੰਦਾ ਹੈ ਜਿਹਨੇ ਪੁਨਰ ਜਨਮ ਦੇ ਸਿਧਾਂਤ ਤੇ ਕੋਈ ਬਹੁਤ ਸਪਸ਼ਟ ਨਹੀਂ ਲਿਖਿਆ, ਪਰ ਉੱਤੇ ਕਿੰਤੂ ਕੀਤਾ ਕਿ ਇਹ ਵੀ ਮਤਲਬ ਜਿਹੜਾ ਹੈਗਾ ਇਹਦੇ ਤੇ ਵੀ ਵਿਚਾਰਨਾ ਚਾਹੀਦਾ। ਉਹ ਇਸ ਵਾਸਤੇ ਇਹ ਸੀ ਉਹਦੇ ਵਿਚਾਰ। ਔਰ ਯੂਰਪੀ ਮਿਸ਼ਨਰੀਆਂ ਦਾ ਵਿਰੋਧੀ ਸੀ ਕਿ ਹਿੰਦੁਸਤਾਨ ਦੀ ਜਿਹੜੀ ਸੱਭਿਆਚਾਰਿਆਂ ਨੂੰ ਤਬਾਹ ਕਰ ਰਹੇ ਨੇ ਯੂਰਪੀ ਮਿਸ਼ਨਰੀ, ਔਰ ਸਾਡੇ ਧਰਮਾਂ 'ਚ ਸੁਧਾਰ ਕਰਕੇ, ਉਹਦਾ ਸ਼ੁੱਧੀਕਰਨ ਕਰਕੇ, ਉਹਨੂੰ ਸਨਾਤਨੀ ਪਰੰਪਰਾਵਾਂ ਤੋਂ ਮੁਕਤ ਕਰਕੇ, ਉਹਨੂੰ ਜਿਹੜਾ ਹੈਗਾ ਉਹ ਕਰਕੇ ਤੇ ਅਸੀਂ ਜਿਹੜਾ ਹੈਗਾ ਹਿੰਦੁਸਤਾਨ ਦੇ ਸੱਭਿਆਚਾਰ ਨੂੰ ਬਚਾ ਸਕਦੇ ਹਾਂ। ਔਰ ਉਹਨੇ ਕਿਹਾ ਕਿ ਈਸਾਈਆਂ ਦੇ ਬਹੁਤੇ ਵਿਸ਼ਵਾਸ ਕਈ ਪੱਖਾਂ ਤੋਂ ਹਿੰਦੂਆਂ ਦੇ ਆਮ ਵਿਸ਼ਵਾਸਾਂ ਜਿੰਨੇ ਹੀ ਵਿਉਤਾ ਨੇ। ਉਹਨੇ ਵੀ ਕਿਹਾ ਕਿ ਜਿਵੇਂ ਸਾਡੇ ਬੜੇ ਵਿਉਤਾ ਮਤਲਬ ਹਿੰਦੂ ਸਨਾਤਨੀ ਵਿਸ਼ਵਾਸ ਨੇ,
ਉਵੇਂ ਈਸਾਈਆਂ ਵਿੱਚ ਵੀ। ਔਰ ਇਸੇ ਵਿਸ਼ਵਾਸਾਂ ਦੇ ਤਹਿਤ 1828 ਵਿੱਚ ਉਹਨੇ ਬ੍ਰਹਮੋ ਸਮਾਜ ਦੀ ਨੀਂਹ ਰੱਖੀ। ਜਿਨ੍ਹਾਂ ਨੇ ਉਹਦੇ ਬਾਰੇ ਬੰਦੋਪਾਧਿਆਏ ਦੇ ਨਾਵਲ ਪੜ੍ਹੇ ਉਹਨਾਂ ਨੂੰ ਇਹਦੇ ਬਾਰੇ ਪਤਾ ਕਿ ਬ੍ਰਹਮੋ ਸਮਾਜ ਲਗਭਗ ਛੇਕਿਆ ਸਮਾਜ ਸੀ, ਸਨਾਤਨੀ ਜਿਹੜਾ ਹੈਗਾ ਬੰਗਾਲੀ ਪੱਧਰ ਜਿਹੜਾ ਹੈਗਾ ਸਮਾਜ ਸੀ ਉਹਦੇ ਵੱਲੋਂ। ਔਰ ਉਹਦੇ ਵਿੱਚ ਕਿਉਂਕਿ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ ਜਾਂਦਾ, ਯਾਨੀ ਇਹਦੇ 'ਚ ਸਾਨੂੰ ਯੂਟੋਪੀਆ ਵੀ ਨਜ਼ਰ ਆਉਂਦਾ, ਇਹਦੇ 'ਚ ਹੋਰ ਵੀ ਸਾਰਾ ਇਹ ਮਤਲਬ ਜਿਹੜਾ ਹੈਗਾ ਭਾਰਤ ਵਿੱਚ ਇੱਕ ਬੁਰਜੂਆ ਸਿਸਟਮ ਨੂੰ ਲਿਆਉਣ ਦੀ ਜਿਹੜੀ ਹੈਗੀ ਇੱਛਾ ਵੀ ਨਜ਼ਰ ਆਉਂਦੀ ਆ। ਉਹ ਸਾਰੇ ਦੇ ਬਾਵਜੂਦ ਪਰ ਉਹ ਦਾਰਸ਼ਨਿਕ ਪੱਧਰ ਤੇ ਵਿਦਾਂਤਵਾਦ ਤੋਂ ਅੱਗੇ ਨਹੀਂ ਜਾ ਸਕਦਾ। ਰੰਗ ਜਾਤ ਕੌਮੀਅਤ ਤੇ ਵਿਸ਼ਵਾਸ ਜਿਹੜਾ ਹੈਗਾ ਤੇ ਧਰਮ ਇਹਨਾਂ ਸਾਰਿਆਂ ਤੋਂ ਦੀ ਮਨਾਹੀ ਸੀ ਉਹ ਬ੍ਰਹਮੋ ਸਮਾਜ ਦੇ ਵਿੱਚ। ਇਸ ਆਧਾਰ ਤੇ ਨਹੀਂ ਕੋਈ ਵੀ ਦਾਖਲ ਹੋ ਸਕਦਾ ਸੀ। ਤੇ ਸ਼ੰਕਰ ਤੋਂ ਨਾ ਮਤਲਬ ਇਹਦੇ ਵਿੱਚ ਲਗਭਗ ਸਾਰਿਆਂ ਦੇ ਲਈ ਦਰਵਾਜ਼ੇ ਖੁੱਲੇ ਸਨ। ਪਰ ਸਭ ਤੋਂ ਵੱਧ ਸਰਗਰਮ ਮੈਂਬਰ ਜਿਹੜੇ ਉਹਨਾਂ ਦਾ ਜਿਹੜਾ ਗਰੁੱਪ ਸੀ ਉਹਨਾਂ ਚੋਂ ਇੱਕ ਦਵਾਰਕਾਨਾਥ ਟੈਗੋਰ ਸਨ। ਦਵਾਰਕਾਨਾਥ ਟੈਗੋਰ ਬੰਗਾਲੀ ਵਿਦਵਾਨ ਨੇ। ਇਹ ਜਿਹੜਾ ਮਸ਼ਹੂਰ ਰਵਿੰਦਰਨਾਥ ਟੈਗੋਰ ਹੈ ਉਹਦਾ ਦਾਦਾ ਸੀ ਦਵਾਰਕਾਨਾਥ ਟੈਗੋਰ। ਔਰ ਇਹਨਾਂ ਦਾ ਮਕਸਦ ਕੀ ਸੀ? ਦੇਸ਼ ਦੀਆਂ ਅਗਾਂਹ ਵਧੂ ਸ਼ਕਤੀਆਂ ਨੂੰ ਇਕੱਠਾ ਕਰਨਾ, ਸੱਭਿਆਚਾਰਕ ਮਿਆਰ ਨੂੰ ਉੱਚਾ ਚੁੱਕਣਾ। ਬ੍ਰਹਮੋ ਸਮਾਜ ਨੇ ਆਪਣੇ ਮਕਸਦ ਘੋਸ਼ਿਤ ਕੀਤੇ। ਸਤੀ ਪ੍ਰਥਾ ਦਾ ਵਿਰੋਧ, ਅੰਤਰਜਾਤੀ ਵਿਆਹਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਉਤਸ਼ਾਹਿਤ ਕਰਨਾ ਔਰ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਚਾਰ ਇਹਨਾਂ ਦੇ ਘੋਸ਼ਿਤ ਆਸ਼ੇ ਸਨ। ਔਰ ਵਿਗਿਆਨਕ ਵਿਦਿਆ ਦਾ ਪ੍ਰਚਾਰ ਲਈ ਮਤਲਬ ਯਤਨ ਕਰਨੇ, ਜਿਹਦੇ ਲਈ ਇਹਨਾਂ ਨੇ ਉਹ ਵਿਦਿਅਕ ਸੰਸਥਾਵਾਂ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਔਰ ਜਗਰਾਫੀਆ, ਤਾਰਾ ਵਿਗਿਆਨ, ਜਿਓਮੈਟਰੀ ਤੇ ਵਿਆਕਰਨ ਨੇ ਖਾਸ ਕਰਕੇ ਗੈਰ ਧਾਰਮਿਕ ਵਿਦਿਆਵਾਂ ਦਾ ਇਹਨਾਂ ਨੇ ਬਕਾਇਦਾ ਬ੍ਰਹਮੋ ਸਮਾਜ ਵਾਲਿਆਂ ਨੇ ਪਾਠ ਪੁਸਤਕਾਂ ਤਿਆਰ ਕੀਤੀਆਂ। ਇਸ ਤਰੀਕੇ ਨਾਲ ਇਹਨਾਂ ਨੇ ਵਿਦਿਆ ਦਾ ਪ੍ਰਚਾਰ ਕੀਤਾ ਔਰ ਉਹ ਸਕੂਲ ਵਗੈਰਾ ਵੀ ਖੋਲੇ। ਔਰ ਬ੍ਰਹਮੋ ਸਮਾਜ ਦੇ ਵਿਰੁੱਧ ਇਹ ਕੱਟੜੀ ਨੇ ਮਤਲਬ ਇਹਦਾ ਫਿਰ ਮੁਹਿੰਮ ਸ਼ੁਰੂ ਕੀਤੀ ਤੇ ਇੱਕ ਧਰਮ ਸਭਾ ਬਣਾਈ, ਜਿਹੜੀ ਧਰਮ ਸਭਾ ਇਹਨਾਂ ਨੂੰ ਮਤਲਬ ਜੇ ਆਪਣੇ ਪੰਜਾਬ ਚ ਹੁੰਦੇ ਤੇ ਤਨਖਾਹੀਏ ਕਹੀ ਜਾਂਦਾ, ਇਹਨਾਂ ਨੂੰ ਮਤਲਬ ਸਮਾਜ ਚੋਂ ਕੱਢਦੀ। ਇਹ ਮਤਲਬ ਜਿਹੜਾ ਹੈਗਾ ਪਹਿਲੇ ਦੌਰ ਦਾ ਜਿਹੜਾ ਹੈਗਾ ਚਿੰਤਨ ਦੇ ਪ੍ਰਤੀਨਿਧ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਇੱਕ ਰਾਮ ਮੋਹਨ ਰਾਏ ਜੀ ਦੀ ਅਸੀਂ ਇੱਥੇ ਗੱਲ ਕੀਤੀ ਹੈ। ਔਰ ਉਹਨੂੰ ਰਮਾਰੋਲਾ ਨੇ ਲਿਖਿਆ ਕਿ ਭਾਰਤ ਦੇ ਚਿੰਤਨ ਦੇ ਖੇਤਰ ਵਿੱਚ ਭਾਰਤੀ ਜ਼ਮੀਨ ਵਿੱਚ ਰਾਮ ਮੋਹਨ ਰਾਏ ਨੇ ਡੂੰਘਾ ਹਲ ਵਾਇਆ। ਮਤਲਬ ਇਹਨੇ ਮਤਲਬ ਕਾਫੀ ਇੱਕ ਸਰਗਰਮੀ ਜਿਹੜੀ ਹੈਗੀ ਉਹ ਸ਼ੇਰ ਦਿੱਤੀ। ਯਾਨੀ ਇਸ ਰੋਸ਼ਨੀ 'ਚ ਸਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਕੀ ਨੇ, ਇਹਨਾਂ ਦੀ ਪ੍ਰਾਪਤੀ ਕੀ ਆ, ਇਹ ਕਿਹੜੇ ਦੌਰ ਦੀ ਪੈਦਾਵਾਰ ਨੇ ਔਰ ਇਹਨਾਂ ਦੇ ਦੌਰ ਦੀ ਪੈਦਾਵਾਰ ਤੋਂ ਬਿਨਾਂ ਇਹਨਾਂ ਦੀ ਸੀਮਾ ਕੀ ਹੈ। ਔਰ ਇਹਨਾਂ ਦੀ ਸੀਮਾ ਵਿਅਕਤੀਗਤ ਹੀ ਨਹੀਂ, ਇਹਨਾਂ ਦੀ ਸੀਮਾ ਇਤਿਹਾਸ ਦੀ ਸੀਮਾ ਵੀ। ਔਰ ਮਤਲਬ ਨਾ ਤੇ ਸਾਨੂੰ ਇਹਨਾਂ ਨੂੰ ਪੂਜਣ ਦੀ ਹੱਦ ਤੱਕ ਉੱਚੇ ਚੁੱਕ ਦੇਣਾ ਚਾਹੀਦਾ ਤੇ ਨਾ ਹੀ ਇਹਨਾਂ ਦੀ ਜਿਹੜੀ ਮਤਲਬ ਭਾਰਤ ਨੂੰ ਦੇਣ ਹੈ ਉਹਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ, ਕਿਉਂਕਿ ਉਹਨਾਂ ਖਾਸ ਹਾਲਤਾਂ 'ਚ ਸਾਡੇ ਭਾਰਤ ਵਿੱਚ ਇਹੋ ਜਿਹਾ ਹੀ ਕੁਝ ਪੈਦਾ ਹੋ ਸਕਦਾ ਹੈ। ਉਹ ਸਾਡੀ ਵਿਰਾਸਤ ਹੈ ਔਰ ਉਹਨੂੰ ਅੱਗੇ ਵਿਕਸਿਤ ਕਰਨਾ, ਉਹਦੇ ਵਿੱਚ ਜੋ ਵੀ ਗਲਤ ਹੈ ਉਹਨੂੰ ਖਤਮ ਕਰਦੇ ਹਾਂ। ਔਰ ਦੂਸਰਾ ਪ੍ਰਸਿੱਧ ਹਸਤੀ ਜਿਹੜੀ ਹੈਗੀ ਆ ਉਹ ਦਵਿੰਦਰਨਾਥ ਟੈਗੋਰ ਹੋਏ। ਇਹ ਜਿਹੜੇ ਦਵਿੰਦਰਨਾਥ ਟੈਗੋਰ ਨੇ, ਅੱਗੇ ਪਤਾ ਮੈਂ ਗਲਤ ਨਹੀਂ ਦੱਸਦਾ, ਨਹੀਂ ਉਹ ਦਾਦੂ ਜੋ ਦਵਾਰਕਾਨਾਥ ਨੇ ਦੱਸਿਆ, ਇਹ ਦਵਿੰਦਰਨਾਥ ਟੈਗੋਰ ਦਵਾਰਕਾਨਾਥ ਦੇ ਬੇਟੇ ਨੇ ਤੇ ਰਵਿੰਦਰਨਾਥ ਟੈਗੋਰ ਦੇ ਪਿਤਾ ਨੇ। ਇਹਨਾਂ ਦਾ 1817 ਤੋਂ 1905 ਦਾ ਸਮਾਂ। ਔਰ ਬ੍ਰਹਮੋ ਸਮਾਜ ਦੇ ਬਾਨੀਆਂ ਵਿੱਚੋਂ ਇੱਕ ਦਵਾਰਕਾਨਾਥ ਦਾ ਇਹ ਲੜਕਾ ਹੈ ਔਰ 1842 ਚ ਬ੍ਰਹਮੋ ਸਮਾਜ ਵਿੱਚ ਵੀ ਸ਼ਾਮਲ ਹੋਇਆ। ਇਹ ਦਵਿੰਦਰਨਾਥ ਟੈਗੋਰ, ਅਕਸ਼ੈ ਕੁਮਾਰ, ਇਹ ਬੜੇ ਪ੍ਰਸਿੱਧ ਹਸਤੀਆਂ ਨੇ ਬੰਗਾਲੀ ਵਿਦਵਾਨਾਂ ਦੀਆਂ ਔਰ ਇਹ ਬੜੇ ਨੇੜੇ ਦੇ ਸਾਥੀ ਸਨ। ਔਰ ਇਹਨਾਂ ਨੇ ਵੀ ਬਹੁਤ ਕੰਮ ਕੀਤਾ ਵਿਦਿਆ ਦੇ ਪ੍ਰਚਾਰ ਲਈ। ਪਰ ਇਹਨਾਂ ਦੀ ਮੁੱਖ ਜਿਹੜੀ ਸੀ ਫਰਕ ਸੀ, ਇਹ ਰਾਜਾ ਰਾਮ ਮੋਹਨ ਰਾਏ ਦੇ ਆਲੋਚਕ ਵੀ ਸਨ। ਇਹਨਾਂ ਥੋੜਾ ਉਤੋਂ ਫਰਕ ਪਾਇਆ। ਰਾਜਾ ਰਾਮ ਮੋਹਨ ਰਾਏ ਦੀ ਪੱਛਮ ਮੁਖਤਾ ਤੇ ਅਸਾਈ ਨੈਤਿਕਤਾ ਵੱਲ ਜਿਹੜਾ ਝੁਕਾਅ ਸੀ ਉਹਦੇ ਆਲੋਚਕ ਸਨ। ਇਹਦੇ ਵੀ ਪੱਛਮ ਇਹ ਕੁਝ ਭਾਰਤੀ ਸੰਸਕਰਣ ਵੱਲ ਨੂੰ ਜਿਹੜਾ ਹੈਗਾ ਜ਼ਿਆਦਾ ਵੱਧ ਰਹੇ ਸਨ। ਔਰ ਭਾਰਤੀ ਲੋਕਾਂ ਦੀਆਂ ਕੌਮੀ ਪਰੰਪਰਾਵਾਂ ਦੇ ਅਧਿਐਨ ਤੇ ਜ਼ੋਰ ਦਿੱਤਾ ਇਹਨਾਂ ਕਿ ਸਾਨੂੰ ਭਾਰਤ ਦੀਆਂ ਜਿਹੜੀਆਂ ਹੈਗੀਆਂ ਉਹਦੇ ਤੇ ਜ਼ਿਆਦਾ ਅਧਿਐਨ ਦੇਣਾ ਚਾਹੀਦਾ। ਰਾਮ ਮੋਹਨ ਰਾਏ ਜਿਹੜਾ ਹੈਗਾ ਉਹ ਕਿਹਾ ਵੀ ਉਹ ਥੋੜਾ ਜਿਹਾ ਨਜ਼ਰਅੰਦਾਜ਼ ਕਰਦਾ ਭਾਰਤੀ ਪਰੰਪਰਾਵਾਂ ਨੂੰ। ਔਰ ਉਹਨਾਂ ਮੁਤਾਬਕ ਪੰਤਾਊ ਮਲਗੋਭੇ ਅਤੇ ਬਾਹਰੀ ਪ੍ਰਭਾਵਾਂ ਤੋਂ ਸ਼ੁੱਧ ਕੀਤਾ ਗਿਆ ਹਿੰਦੂ ਮਤ ਭਾਰਤ ਦੀ ਪੁਨਰ ਸਰਜੀਤੀ ਦਾ ਮਿਆਰ ਬਣ ਸਕਦਾ। ਉਹ ਕਹਿੰਦੇ ਨੇ ਕਿ ਇੱਕ ਤੇ ਪੰਤਾਊ ਮਲਗੋਭਾ ਕੱਢਣਾ ਚਾਹੀਦਾ, ਇਹਦੇ ਚੋਂ ਇਹਨੂੰ ਸ਼ੁੱਧ ਕਰਨਾ ਚਾਹੀਦਾ ਤੇ ਇੱਕ ਮਤਲਬ ਜਿਹੜਾ ਹੈਗਾ ਇਹ ਬਾਹਰੀ ਪ੍ਰਭਾਵ ਜਿਹਨਾਂ ਨੇ ਖਰਾਬ ਕੀਤਾ ਉਹਨਾਂ ਨੂੰ ਕੱਢ ਕੇ ਤੇ ਭਾਰਤ ਦਾ ਜਿਹੜਾ ਹੈਗਾ ਸਵੈਮਾਨ ਭਾਲ ਕੀਤਾ ਜਾ ਸਕਦਾ, ਪੁਰਾਤਨ ਭਾਰਤ ਵਾਲਾ। ਅੰਗਰੇਜ਼ਾਂ ਨੂੰ ਇਹਨਾਂ ਦੀਆਂ ਸਾਧ ਔਰ ਇਹ ਥੋੜਾ ਜਿਹਾ ਇਹਦਾ ਕਾਰਨ ਵੀ ਸੀ। ਇਹ ਬੀਤੇ ਚੋਂ ਜਿਹੜਾ ਲੱਭਦੇ ਸੀ ਇਹਦਾ ਕਾਰਨ ਵੀ ਸੀ। ਆਪਾਂ ਭਾਰਤ ਜਿਹਨੇ ਪਹਿਲੇ ਚਿੰਤਕ ਇੱਕ ਤੇ ਜੇ ਮਜ਼ਦੂਰ ਜਮਾਤ ਉਸ ਰੂਪ ਵਿੱਚ ਹੋਂਦ ਵਿੱਚ ਵੀ ਨਹੀਂ ਆਈ ਜਿਹੜੀ ਸਰੋਤ ਬਣ ਸਕੇ, ਜਿਹਦੇ ਵਿਚਾਰ ਇਹਨਾਂ ਦੇ ਦਿਮਾਗਾਂ ਰਾਹੀਂ ਪ੍ਰਤੀਬਿੰਬਿਤ ਹੋ ਸਕਣ, ਪ੍ਰਵਾਹਿਤ ਹੋ ਸਕਣ, ਉਹ ਜੇ ਜਮਾਤ ਵੀ ਇਤਿਹਾਸ ਦੇ ਰੰਗਮੰਚ ਤੇ ਨਹੀਂ ਸੀ। ਕੁਝ ਭਾਰਤ ਨੂੰ ਵਿਸ਼ੇਸ਼ ਸਥਿਤੀ ਵਿੱਚ ਸੁੱਟ ਦਿੱਤਾ ਗਿਆ ਔਰ ਅੰਗਰੇਜ਼ ਇਹਦੇ ਤੋਂ ਸਾਵਧਾਨ ਹੋ ਗਏ ਔਰ ਉਹਨਾਂ ਨੇ ਇਹਨਾਂ ਤੇ ਕਾਫੀ ਪਾਬੰਦੀਆਂ ਲਾਈਆਂ ਔਰ ਇਹਨਾਂ ਦੇ ਉੱਤੇ ਮਤਲਬ ਜਿਹੜਾ ਹੈਗਾ ਰੋਕਾਂ ਲਾਉਣ ਦੀ ਉਹ ਸਾਰੇ ਇਹਨਾਂ ਦੀਆਂ ਸਰਗਰਮੀਆਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਔਰ ਇਸ ਵਾਸਤੇ ਅਸੀਂ ਕਹਿ ਸਕਦੇ ਹਾਂ
अगां उदों नौजवानों ने एक होर ग्रुप बनाया, कई नौजवानों ने रल के एक युवक बंगाल का नाम का ग्रुप बनाया जिहड़ियां पीढ़ियां। और युवक बंगाल नाम का जिहड़ा ग्रुप सी, ये ग्रुप की सब तो वड्डी खूबी सी कि फ्रांसीसी प्रबोधन ते अमरीकी आज़ादी की जंग तो सब तो ज़्यादा प्रभाव सी। यानी फ्रांसीसी जिहड़ा हैगा ज्ञान उदय दा काल है, प्रबोधन दा काल है, ते अमरीकी जिहड़ी आज़ादी दा जिहड़ा सी जंग सी, ਉਹਦਾ प्रभाव ਅਸੀਂ ਭਾਰਤ ਦੇ ਚਿੰਤਨ ਵਿੱਚ युवक बंगाल ਦੇ ਜਿਹੜੇ ਸਰਗਰਮੀਆਂ ਦੇ ਰੂਪ ਵਿੱਚ ਵੇਖਦੇ ਹਾਂ। ਔਰ ਜਿਹਦੇ ਮੁੱਖ ਮੈਂਬਰ ਸਨ ਬੰਦੋਪਾਧਿਆਏ, ਬੜਾ ਵੱਡਾ ਲੇਖਕ ਵੀ ਹੈ, ਆਪਣੇ ਪੰਜਾਬੀ ਚ ਅਨੁਵਾਦ ਵੀ ਹੋਇਆ, ਰਾਮ ਗੋਪਾਲ ਘੋਸ਼ ਤੇ ਭਾਸ਼ਕ, ਇਹ ਬੜੇ ਵੱਡੇ। ਔਰ ਇੱਕ ਚੀਜ਼ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਇਸੇ युवक बंगाल ਦੀ ਇੱਕ ਬੜੀ ਜ਼ਬਰਦਸਤ ਹਸਤੀ ਹੈਨਰੀ ਡੀ ਰੋਜ਼ੀਓ ਹੈ, ਜਿਹੜਾ 30 ਸਾਲ ਦੀ ਉਮਰ ਵਿੱਚ ਜਿਹਦੀ ਮੌਤ ਹੋ ਗਈ। और युवक बंगाल के इस ग्रुप के विचों यानी इस सरगर्मी की अगली दिशा किधर नूं लैंदी है। आपां वेखदे कि किवें चीज़ां अगे वधदियां कि वो पहला एक विद्वान है हिंदुस्तान दे विच जिन्हें खुल्लम खुल्ला पदार्थवादी संकल्प नूं जिहड़ा है ओहदी सपोर्ट कीती, मटीरियलिस्टिक जिहड़ी दार्शनिक धारा की सपोर्ट की। और इस धारा दे विच चाहे मकैनिकल मटीरियलिज्म तो अगे नहीं गया, पर वो एक मतलब मकैनिकल मटीरियलिस्ट सी। 1809 च जन्म होया, 43 च है जिहड़ा मर गया। कालज विच वो पढ़ाउंदा सी और ਉਹਦੇ ਪਦਾਰਥਵਾਦੀ ਵਿਚਾਰਾਂ ਕਰਕੇ ਹੀ ਕਾਲਜ ਦੇ ਅਧਿਆਪਕ ਦੇ ਕੰਮ ਤੋਂ ਉਹਦੀ ਛੁੱਟੀ ਕਰ ਦਿੱਤੀ ਗਈ ਬ੍ਰਿਟਿਸ਼ ਹਕੂਮਤ ਵੇਲੇ। युवक बंगाल ਦਾ ਇੱਕ ਵਿਚਾਰਧਾਰਕ ਆਗੂ ਸੀ ਔਰ ਇਹਦਾ ਮਤਲਬ ਅੱਗੇ ਜਾ ਕੇ ਬੜਾ ਅਸਰ ਪੈਂਦਾ ਬੰਗਾਲ ਦੇ ਵਿੱਚ ਔਰ ਕਿਸੇ ਨਾ ਕਿਸੇ ਰੂਪ ਵਿੱਚ ਅਗਲੇ ਕ੍ਰਾਂਤੀਕਾਰੀ ਲਹਿਰਾਂ ਦੇ ਇਹਦੇ ਵਿਚਾਰਾਂ ਦਾ ਬਹੁਤ ਜ਼ਿਆਦਾ ਅਸਰ ਪਿਆ। ਔਰ ਉਹ ਆਪਣੀ ਭਾਰਤ ਨੂੰ ਆਪਣੀ ਮਾਤ ਭੂਮੀ ਕਹਿੰਦਾ ਸੀ ਔਰ ਉਹ ਕਹਿੰਦਾ ਕਿ ਮੇਰੀ ਮਾਤ ਭੂਮੀ ਇੱਕ ਐਸਾ ਬਾਜ ਆ ਜਿਹਦੇ ਖੰਭ ਬੰਨੇ ਹੋਏ ਨੇ। ਪਦਾਰਥਵਾਦੀ ਵਿਚਾਰਾਂ ਦਾ ਖੁੱਲਾ ਮਹਿਤੀ और जिस कारण उन्होंने दसिया भी अध्यापक छुट्टी हो गई। और पुर्तगाली व्यापारी का लड़का सी, अंग्रेज मां का पुत्र सी। पुर्तगाली व्यापारी का लड़का अंग्रेज मां का पुत्र सी। भारत की आज़ादी की जिहड़ी हैगी उन्हें इत्थे क्योंकि इत्थे ही जम्मिया पलिया और बहुत जिहड़ियां हैगियां ओहदियां इनकलाबी कवितावां दे तौर ते रामधू कवितावां कह लो दे तौर ते मशहूर ओहदियां कवितावां दा भी संग्रह है। जंगीरा दा फकीर ओहदी बड़ी प्रसिद्ध कविता जे किने विचों कढ के पढ़नी होवे और ओहदे प्रभाव विच बंदोपाध्याय जिहड़े बंदोपाध्याय वर्गे जिहड़े विद्वान ने वो पदार्थवादी बने। मटीरियलिस्टिक जिहड़ा हैगा ओहदा मतलब जिहड़ा हैगा बंगाल दे विच एक धारा जिहड़ी हैगी वो शुरू हो जाती है। और इन्हां दे इसे युवक बंगाल के बहुत सारे मैंबरां ने जदों जनेऊ संस्कार बंगाली बहुत तुहानूं पता होना चाहिए कि बंगाली समाज बड़ा परंपरागत समाज सी। जनेऊ ते दूसरा ते सारा तुहानूं पता होएगा। और युवक बंगाल के मैंबरां ने बड़ी ਹੁਣ ਸਾਨੂੰ ਇਹ ਏਡੀ ਔਖੀ ਨਹੀਂ ਲੱਗਦੀ, ਪਰ ਉਦੋਂ ਉਹਨਾਂ ਨੂੰ ਇਹ ਬਹੁਤ ਵੱਡੀ ਗੱਲ ਸੀ ਕਿ ਉਹਨਾਂ ਨੇ ਜਨੇਊ ਸੰਸਕਾਰ ਤੋਂ ਮਨਾ ਕਰ ਦਿੱਤਾ। ਸਾਡੇ ਨਾਮਧਾਰੀਆਂ ਨੂੰ ਨਹੀਂ ਇਹ ਓਪਰੀ ਲੱਗਦੀ ਕਿ ਸਾਡੇ ਤੇ ਇੱਥੇ ਚੰਗਾ ਜੂਤ ਹੋਇਆ, ਨਾਮਧਾਰੀਆਂ ਨੂੰ ਪਤਾ ਹੈ। ਅੱਛਾ, ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਕਈ ਪ੍ਰੋਗਰਾਮਾਂ ਵਿੱਚ। ਤੇ ਜਦੋਂ ਇਹਨਾਂ ਨੂੰ ਮੈਂਬਰਾਂ ਨੂੰ ਜ਼ਬਰਦਸਤੀ ਮੰਦਿਰ ਵਿੱਚ ਖੜਿਆ ਗਿਆ ਨਾ ਕਰਨ ਦੇ ਬਾਵਜੂਦ ਵੀ, ਤੇ ਸੰਧਿਆ ਪਾਠ ਕਰਨ ਲਈ ਇਹਨਾਂ ਨੂੰ ਕਿਹਾ ਗਿਆ, ਤੇ ਇਹਨਾਂ ਨੇ ਸੰਧਿਆ ਪਾਠ ਕਰਨ ਦੀ ਥਾਂ ਇਲੀਅਡ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਅੰਗਰੇਜ਼ੀ ਵਾਲੇ ਜਾਣਦੇ एक बड़ी वड्डी इतिहासक घटना बंगाल जिहदे करके फिर उन्होंने पंडितां नूं ते मौलाणियां नूं पिछे हटना पिया। और इन्होंने ईसाई प्रथावां दी बड़ी करड़ी आलोचना की। इन्होंने ये जिहड़े सी साडे युवक बंगाल दे और धर्म नूं पुजारियां ते पादरियां दी सूखम चाल लाने, इहदा अपनी अखबारां दे विच भी ओहदे लेखां च उन्होंने पुजारियां ते पादरियां नूं कहा ये लोकां दे जां ते कट्टर दुश्मन ने ते जां ये अज्ञानी ने, जां ते अज्ञानी ने ते जे अज्ञानी नहीं है तो फिर मतलब कट्टर दुश्मनों की कैटेगरी चाहते हैं। और ब्रह्मो समाज के सुधारवादी विचारों के युवक बंगाल के पुजारी विरोधी विचार ये पहला दार्शनिक चिंतन है भारत 18वीं सदी के 19वीं सदी के शुरू 18वीं के भारत के समाजिक जीवन में ਸਾਹਿਤਕ ਵਿਗਿਆਨਕ ਤੇ ਸੱਭਿਆਚਾਰ ਦੇ ਵਿਕਾਸ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ। ਇਸ ਵਾਸਤੇ ਅਸੀਂ ਇਹਨੂੰ ਜਿਹੜਾ ਹੈਗਾ ਸਮਝ ਲਿਆ ਕਿ ਸਾਰੇ ਸਾਡੇ ਨੂੰ ਜਾਣਨਾ ਚਾਹੀਦਾ। और बंगाली में हरमन प्याला रसाला युवक बंगाल ने जिहड़ा शुरू किया बड़ा तत्वबोधनी पत्रिका जी 1839 च इहदा बहुत ज्यादा जिहड़ा हैगा प्रचार सी। और पदार्थवादी विचारां दे लेख इहदे विच वड्डी गिनती में छापदे सन। और बाद विच इन्हां दे विचारां इन्हां दोवां लहरां दे प्रचारां दे प्रभाव च हिंदू देश भगत अखबार भी कढनी शुरू होई। और इन्हां अखबार दे विच युवक बंगाल वल्लों कढे गए तत्वबोधनी पत्रिका दे विच उस वेले मजदूरां ते किसानां दे अंदोलनां दीयां रिपोर्टां भी छपदियां सन। पर नील के बागों में कुड़ियां की मंदी हालत बारे, टैक्सां के बोझ से नपीड़े जा रहे किसानों बारे रोह भरपूर लेख जिहड़े है एक विद्वान ने लिखा भी इन्हां दे विच सानूं पढ़न नूं मिले। और बस्तीवादी जबर के खिलाफ भारतीय लोगों नूं एकमुठ हो के मतलब जिहड़ा हैगा
ਕੀਤੀ ਗਈ ਕਾਰਵਾਈ ਇਹਦੇ ਨਾਲ ਇਸ ਦੌਰ ਤੋਂ ਅੱਗੇ ਜਾ ਕੇ ਜਿਹੜੀ ਕਾਰਵਾਈ ਵੱਡੀ ਹੁੰਦੀ ਆ, ਹਾਲਾਂਕਿ ਉਹ ਕਾਰਵਾਈ ਆਪਣੇ ਤੌਰ ਤੇ ਆ, ਉਹ ਕੋਈ ਇਹਨਾਂ ਨੇ ਸ਼ੁਰੂ ਨਹੀਂ ਕੀਤੀ। 1857 ਦਾ ਜਿਹੜਾ ਹੈਗਾ ਵੱਡਾ ਵਿਦਰੋਹ, ਇਹਦੇ ਤੋਂ ਪਹਿਲਾਂ ਉਹ ਨੀਲ ਵਿਦਰੋਹ ਆ ਬੰਗਾਲ ਦੇ ਵਿੱਚੋਂ ਜਿਹੜੇ ਹੈਗੇ ਉਹ ਵਿਦਰੋਹ ਚੱਲ ਰਹੇ ਨੇ। ਯਾਨੀ ਇੱਕ ਬੰਨੇ ਜਮਾਤੀ ਸੰਘਰਸ਼ ਚੱਲ ਰਿਹਾ, ਕਿਉਂਕਿ ਮੈਂ ਤੁਹਾਨੂੰ ਤਾਂ ਦੱਸਣ ਕਿ ਸਮਾਜ ਦੇ ਵਿੱਚ ਕੋਈ ਤਬਦੀਲੀ ਚੱਲ ਰਹੀ ਹੁੰਦੀ ਜਦੋਂ ਵਿਦਵਾਨਾਂ ਦੇ ਦਿਮਾਗਾਂ ਰਾਹੀਂ ਉਹ ਪ੍ਰਤੀਬਿੰਬਤ ਹੁੰਦੀ ਹੈ। ਇਹ ਕੋਈ ਭਾਵੇਂ ਉਹ ਵਿਦਵਾਨ ਉਸ ਤਬਦੀਲੀ ਨਾਲ ਸਿੱਧੇ ਰੂਪ ਵਿੱਚ ਜੁੜੇ ਹੋਣ ਜਾਂ ਨਾ ਜੁੜੇ ਹੋਣ। ਇਸ ਵਾਸਤੇ 1859 ਤੋਂ 1860 ਚ ਨੀਲ ਦੀ ਫੇਰ ਬਗਾਵਤ ਹੋਈ ਇੱਕ ਬਹੁਤ ਤਗੜੀ, ਪਰੰਤੂ ਬੁੱਧੀਜੀਵੀਆਂ ਦੀਆਂ ਅੰਗਰੇਜ਼ ਵਿਰੋਧੀ ਇਹ ਸਾਰੇ ਇੱਕ ਬੰਨੇ ਅੰਦੋਲਨ ਚੱਲ ਰਹੇ ਨੇ। ਭਾਰਤ ਚ ਏਡਾ ਵੱਡਾ ਗਦਰ ਵੀ ਸ਼ੁਰੂ ਹੋ ਗਿਆ, ਔਰ ਦੂਸਰੇ ਬੰਨੇ ਜਿਹੜਾ ਹੈਗਾ ਬੰਗਾਲ ਦੇ ਵਿੱਚ ਨੀਲ ਦੇ ਜਿਹੜੀ ਹੈਗੇ ਤੋਂ ਸਾਰੇ ਚੱਲ ਰਹੇ ਨੇ। ਪਰ ਇਹਦੇ ਬਾਵਜੂਦ ਵੀ ਜਿਹੜੇ ਬੁੱਧੀਜੀਵੀਆਂ ਦੇ ਸਰਕਲ ਨੇ ਜਿਹੜੇ ਬਹੁਤ ਮਹੱਤਵਪੂਰਨ ਕੰਮ ਵੀ ਕਰ ਰਹੇ ਨੇ, ਪਰ ਉਹ ਆਪਣੀ ਕਾਰਵਾਈ ਦੇ ਵਿੱਚ ਅਜੇ ਬੜੇ ਮਤਲਬ ਡਰੂ ਨੇ। ਉਹ ਅਜੇ ਵੀ ਕੋਈ ਸਰਗਰਮ ਕਾਰਵਾਈ ਕਰਨ ਦੀ ਬਜਾਏ ਅਪੀਲਾਂ ਪਟੀਸ਼ਨਾਂ ਮਤਲਬ ਇੱਥੋਂ ਤੱਕ ਚੱਲ ਵੀ ਥੋੜਾ ਜਿਹਾ ਆਪਣਾ ਰੱਖਦੇ ਆ, ਅਪੀਲਾਂ ਕਰਦੇ ਨੇ, ਪਟੀਸ਼ਨਾਂ ਦਾਇਰ ਕਰਦੇ ਨੇ। ਔਰ ਇਹਨਾਂ ਦਾ ਮੁੱਖ ਨਿਸ਼ਾਨਾ ਉਹ ਘੋਸ਼ਿਤ ਕਰਦੇ ਨੇ ਕਿ ਕੌਮੀ ਸੱਭਿਆਚਾਰ ਦੀ ਸੰਭਾਲ ਕਰਨਾ। ਮਿਸ਼ਨਰੀਆਂ ਵੱਲੋਂ ਪ੍ਰਚਾਰੇ ਜਾਂਦੇ ਈਸਾਈ ਮਤ ਦੇ ਮੁਕਾਬਲੇ ਲਈ ਜਿਹੜਾ ਹੈਗਾ ਦਵਿੰਦਰਨਾਥ ਟੈਗੋਰ ਦਾ ਉਦਮ ਨਾਲ ਤੇ ਬ੍ਰਹਮੋ ਸਮਾਜ ਦੇ ਵਿਚਾਰਾਂ ਦੇ ਪ੍ਰਚਾਰ ਲਈ ਬਹੁਤ ਸਾਰੇ ਸਕੂਲ ਖੁੱਲੇ। ਔਰ ਬੁਰਜੂਆ ਕੌਮੀ ਆਜ਼ਾਦੀ ਦੇ ਲੀਡਰ ਤਾਂ ਨਹੀਂ ਅਜੇ ਪੈਦਾ ਹੋਏ, ਪਰ ਉਹਦੇ ਜਿਹੜੇ ਪਹਿਲੇ ਅਗਵਾਨੂ ਨੇ ਉਹ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ। ਬੰਗਾਲ ਵਿੱਚ ਮਤਲਬ ਵੱਡੇ ਪੱਧਰ ਤੇ ਫੈਲੀ ਸੀ। 19ਵੀਂ ਸਦੀ ਦੇ 5ਵੇਂ ਦਹਾਕੇ ਵਿੱਚ ਜਿਹੜਾ ਹੈਗਾ ਦੇਸ਼ ਵਿੱਚ ਇਹ ਬਹੁਤ ਜ਼ਿਆਦਾ ਫਿਰ ਜਿਹੜੀ ਹੈਗੀ ਵਿਚਾਰਧਾਰਕ ਪੱਧਰ ਤੇ ਫੈਲਦੀ ਹੈ, ਇਹ ਜਿਹੜੇ ਬੰਗਾਲ ਵਾਲੇ ਵਿਚਾਰ। ਔਰ ਉਹਦਾ ਨਤੀਜਾ ਕੀ ਹੋਇਆ ਕਿ ਕੌਮੀ ਭਾਸ਼ਾਵਾਂ ਦੇ ਵਿੱਚ ਸਾਰੇ ਦੇਸ਼ ਵਿੱਚ ਸਾਹਿਤਕ ਸਰਗਰਮੀਆਂ ਸ਼ੁਰੂ ਹੋ ਗਈਆਂ, ਔਰ ਪ੍ਰੈਸ ਵੀ ਸ਼ੁਰੂ ਹੋ ਗਈਆਂ, ਔਰ ਨਵੀਂ ਵਿਦਿਆ ਦੀ ਭੁੱਖ ਵਧਣ ਲੱਗੀ। ਲਗਭਗ ਸਾਰੀ ਜਗ੍ਹਾ ਮੰਗ ਭਾਰਤ ਵਿੱਚ ਵਿਦਿਆ ਦਾ ਜਿਹੜਾ ਹੈਗਾ ਔਰ ਆਧੁਨਿਕ ਗਿਆਨ ਤੇ ਆਧੁਨਿਕ ਸੱਭਿਆਚਾਰ ਦੀ ਲੋੜ ਮਹਿਸੂਸ ਹੋਣ ਲੱਗੀ ਵੀ ਸਾਨੂੰ ਵੀ ਸਿੱਖਣਾ ਚਾਹੀਦਾ ਦੁਨੀਆ 'ਚ ਕੀ ਹੋ ਰਿਹਾ। ਔਰ ਨਵੇਂ ਵਿਚਾਰਕ ਤੇ ਸੁਧਾਰਕ ਪੈਦਾ ਹੋਣ ਲੱਗੇ, ਔਰ ਜਿਹਦਾ ਮਤਲਬ ਦੱਖਣ ਵਿੱਚ ਵੀ ਸਾਰੀ ਜਗ੍ਹਾ। ਆਂਧਰਾ ਵਿੱਚ ਲక్ష్ਮੀ ਨਰਸੂ ਤੇ ਵੀਰੇਸ਼ ਲਿੰਗਮ, ਇਹਨਾਂ ਨੇ ਐਜੂਕੇਸ਼ਨ ਵਿਦਿਆ ਦੇ ਪ੍ਰਸਾਰ ਲਈ ਕਾਫੀ ਕੰਮ ਕੀਤਾ। ਮਹਾਰਾਸ਼ਟਰ ਵਿੱਚ ਪ੍ਰਥਮ ਸਮਾਜ ਕਾਇਮ ਕੀਤਾ ਗਿਆ। ਯਾਨੀ ਇਹ ਬੰਗਾਲ, ਮਹਾਰਾਸ਼ਟਰ ਤੇ ਆਂਧਰਾ ਉਹ ਇਲਾਕੇ ਨੇ ਜਿੱਥੇ ਪੂੰਜੀਵਾਦ ਦੇ ਮੁੱਢਲੇ ਅੰਸ਼ ਸਭ ਤੋਂ ਪਹਿਲਾਂ ਪ੍ਰਗਟ ਹੁੰਦੇ, ਔਰ ਉਹਦੇ ਕਰਕੇ ਉਹ ਵੀ ਹੁੰਦਾ। ਔਰ ਇਹ ਸੁਸਾਇਟੀਆਂ ਤੇ ਧਰਮ ਸੁਧਾਰਕ ਰੁਝਾਨ ਜਿਹੜੇ ਹੈਗੇ ਨੇ ਉਹ ਸ਼ੁਰੂ ਹੋ ਜਾਂਦੇ ਨੇ। ਔਰ ਲਹਿਰਾਂ ਤੇ ਰੁਝਾਨ ਜਿਹੜੇ ਨੇ ਵਿਦਿਆ ਦੇ ਪ੍ਰਸਾਰ ਜੋ ਸਾਰਾ ਤੇ ਸੁਸਾਇਟੀਆਂ ਬਣਨੀਆਂ, ਇਹ ਸਾਰਾ ਸਮਾਂਤਵਾਦ ਦੇ ਸੰਕਟ ਤੇ ਪੂੰਜੀਵਾਦੀ ਵਿਕਾਸ ਦੀਆਂ ਲੋੜਾਂ ਨੂੰ ਪ੍ਰਗਟ ਕਰਦੇ ਨੇ ਕਿ ਪੂੰਜੀਵਾਦ ਦਾ ਵਿਕਾਸ ਭਾਰਤ ਵਿੱਚ ਜਨਮ ਲੈ ਰਿਹਾ, ਸ਼ੁਰੂ ਹੋ ਗਿਆ। ਔਰ 19ਵੀਂ ਸਦੀ ਦੇ 8ਵੇਂ ਦਹਾਕੇ ਤੱਕ ਇਹ ਸੰਬੰਧ ਯਾਨੀ 1880-85 ਤੱਕ ਇਹ ਸੰਬੰਧ ਮੁੱਢਲੇ ਦੇ ਰੂਪ ਵਿੱਚ ਸਨ। ਨਵ ਜਨਮੀ ਬੁਰਜੁਆਜੀ ਰਾਜਨੀਤਿਕ ਤੌਰ ਤੇ ਬਸਤੀਵਾਦੀ ਤਾਕਤਾਂ ਤੇ ਨਿਰਭਰ ਸੀ। ਬੁਰਜੁਆਜੀ ਤੇ ਪੈਦਾ ਹੋ ਗਈ ਉਹਦੇ ਵਿਚਾਰ, ਪਰ ਉਹ ਅੱਜ ਵੀ ਬਸਤੀਵਾਦੀ ਤਾਕਤਾਂ ਤੇ ਨਿਰਭਰ ਹੈ। ਇਸ ਦੇ ਵਿਚਾਰ ਧਾਰਕਾਂ ਦੀਆਂ ਮੰਗਾਂ ਆਪਾ ਵਿਰੋਧੀ ਤੇ ਬੇਦਿਲੀ ਨਾਲ ਕੀਤੀਆਂ ਹੁੰਦੀਆਂ ਸਨ। ਇਹਨਾਂ ਬੁਰਜੂਆ ਅੰਸ਼ਾਂ ਦੀ ਵਿਚਾਰਧਾਰਾ ਧਾਰਮਿਕ ਪ੍ਰਭਾਵ ਤੋਂ ਛੁਟਕਾਰਾ ਨਹੀਂ ਪਾ ਸਕੀ ਸੀ ਯੂਰਪੀ ਬੁਰਜੁਆਜੀ ਨਾਲ, ਕਿਉਂਕਿ ਇੱਥੋਂ ਦੀ ਬੁਰਜੁਆਜੀ ਤੇ ਬੜੀ ਕਮਜ਼ੋਰ, ਡਰੂ ਤੇ ਬੜੀ ਨਿਰਭਰ ਆ ਜੇ ਉੱਤੇ। ਹੋਰ ਕਾਰਕਾਂ ਤੋਂ ਇਲਾਵਾ ਕਿਉਂ ਇੰਨੀ ਡਰੂ ਆ? ਭਾਰਤ ਦੀ ਗੁਲਾਮੀ ਨੇ ਇਹਨਾਂ ਧਾਰਮਿਕ ਚਿੰਤਕਾਂ ਦੇ ਧਾਰਮਿਕ ਖਾਸੇ ਨੂੰ ਨਿਰਧਾਰਿਤ ਕੀਤਾ। ਇਹਨਾਂ ਦੇ ਧਾਰਮਿਕ ਤੇ ਪਿੱਛੇ ਨੂੰ ਨਾ ਟੁੱਟਣ ਦਾ ਉਹਨਾਂ ਦੀ ਗੁਲਾਮ ਜਿਹਨੀਅਤ ਤੇ ਗੁਲਾਮੀ ਦੀ ਹਾਲਤ ਉਹਦੇ ਵਿੱਚ ਉਹਨੂੰ ਵੀ ਕੀਤਾ, ਕਿਉਂਕਿ ਬਸਤੀਵਾਦੀ ਗਲਬੇ ਕਾਰਨ ਇਹ ਖਤਰਾ ਘਰ ਕਰ ਰਿਹਾ ਸੀ ਕਿ ਭਾਰਤ ਆਪਣੀ ਕੌਮੀ ਪਛਾਣ ਹੀ ਨਾ ਗਵਾ ਦੇ। ਇੱਕ ਡਰ ਬੈਠਾ ਹੋਇਆ ਕਿ ਭਾਰਤ ਜਿਸ ਦੀ ਰਾਖੀ ਦੀ ਇਹ ਬੁੱਧੀਜੀਵੀ ਧਰਮ ਨੂੰ ਕੁਦਰਤੀ ਸਹਿ ਚੇਤਨਾ ਦੇ ਪ੍ਰਗਟਾ ਦੇ ਇੱਕੋ ਇੱਕ ਰੂਪ ਵਿੱਚ ਅਜੇ ਤੱਕ ਸਭ ਜਾਣਦੇ ਸੀ ਕਿ ਸਾਡਾ ਧਰਮ, ਸਿੱਖ ਕਹਿੰਦੇ ਸਾਡੀ ਸਿੱਖੀ ਖਰਾਬ ਹੋ ਗਈ, ਜੇ ਨਵੀਂ ਸਿੱਖੀ ਸਹੀ ਅਸੂਲਾਂ ਤੇ ਹੋ ਜਾਏ ਤੇ ਅਸੀਂ ਮਤਲਬ ਸਹੀ ਹੋ ਸਕਦੇ ਆ। ਹਿੰਦੂਆਂ ਨੇ ਇਹ ਕਿਹਾ, ਮੁਸਲਮਾਨਾਂ ਨੇ ਆਪਣਾ ਕਿਹਾ ਸਾਰਾ। ਔਰ ਇੱਕ ਹੋਰ ਕਾਰਨ ਇਹਨਾਂ ਚਿੰਤਕਾਂ ਦੇ ਲੋਕ, ਇੱਕ ਹੋਰ ਕਾਰਨ ਕਿਉਂ ਇਹ ਬੀਤੇ ਨੂੰ ਖੇੜਾ ਨਹੀਂ ਛਡਾ ਸਕਦੇ। ਇੱਕ ਕਾਰਨ ਤੇ ਇਹ ਹੈ ਜਿਹੜਾ ਤੁਹਾਨੂੰ ਦੱਸਿਆ, ਭਾਰਤ ਦੀ ਗੁਲਾਮੀ ਵਾਲੀ ਸਥਿਤੀ, ਡਰ, ਆਪਣੇ ਆਪ ਦੀ ਜਿਹੜੀ ਹੈਗੀ ਆ ਹੋਂਦ ਗਵਾਚਣ ਦਾ ਡਰ। ਦੂਜਾ ਜਿਹੜਾ ਬਹੁਤ ਮਹੱਤਵਪੂਰਨ ਡਰ ਹੈ, ਤੁਹਾਨੂੰ ਮਤਲਬ ਸਾਨੂੰ ਭੁੱਲਣਾ ਨਹੀਂ ਚਾਹੀਦਾ, ਕਿ ਲੋਕ ਲਹਿਰਾਂ ਨਾਲ ਕਮਜ਼ੋਰ ਸੰਬੰਧ। ਸਾਡੇ ਭਾਰਤੀ ਬੁੱਢਲੇ ਬੁੱਧੀਜੀਵੀ ਲੋਕ ਲਹਿਰਾਂ ਨਾਲ ਇਹਨਾਂ ਦੇ ਬੜੇ ਕਮਜ਼ੋਰ ਸੰਬੰਧ ਸਨ। ਅਸਲ ਵਿੱਚ ਕੀ ਹੈ, ਜਨਤਾ ਦੀ ਸ਼ਕਤੀ 'ਚ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਸੀ। ਇਹ ਨਹੀਂ ਸਮਝਦੇ ਨੇ ਕਿ ਜਨਤਾ ਇਤਿਹਾਸ ਦੀ ਚਾਲਕ ਸ਼ਕਤੀ ਆ।
ਇਹਦਾ ਇਹ ਕਾਰਨ ਹੈ ਕਿ ਬੀਤੇ ਨਾਲੋਂ ਆਪਣਾ ਪੂਰੀ ਤਰ੍ਹਾਂ ਖੇੜਾ ਨਹੀਂ ਛਡਾ ਸਕੇ। ਜਿੱਥੇ ਇਹਨਾਂ ਦੀ ਆਪਾਂ ਮਹਾਨ ਪ੍ਰਤਿਭਾ ਤੇ ਉਹਦੇ ਆਪਾਂ ਮਤਲਬ ਜਿਹੜਾ ਹੈਗਾ ਪ੍ਰਸ਼ੰਸਕ ਆ, ਉੱਥੇ ਨਾਲ ਦੀ ਨਾਲ ਉਹਨਾਂ ਦੀਆਂ ਕਮਜ਼ੋਰੀਆਂ ਦਾ ਸਰੋਤ ਦਾ ਤੇ ਕਾਰਨਾਂ ਦਾ ਵੀ ਪਤਾ ਲੱਗਦਾ ਕਮਜ਼ੋਰੀਆਂ। ਪਰੰਤੂ ਦੂਜੇ ਪਾਸੇ ਕਿਸਾਨੀ ਤੇ ਹੋਰ ਮਿਹਨਤ ਕਸ਼ਾਂ ਦੀਆਂ ਕਾਰਵਾਈਆਂ ਨੇ ਉਤਪਾਦਨ ਦੀ ਸਮੰਤੀ ਵਿਧੀ ਦੀਆਂ ਅੰਗਰੇਜ਼ਾਂ ਨੇ ਭਾਵੇਂ ਕਿੰਨੀ ਕੋਸ਼ਿਸ਼ ਕੀਤੀ, ਉਹਦੀਆਂ ਨੀਹਾਂ ਹਿਲਾ ਦਿੱਤੀਆਂ। ਬਸਤੀਵਾਦੀਆਂ ਨੂੰ ਕਮਜ਼ੋਰ ਜਿਹੜਾ ਹੈਗਾ ਕਰਦੇ ਹੋਏ ਭਾਰਤ ਵਿੱਚ ਬੁਰਜੂਆ ਸੰਬੰਧਾਂ ਦੇ ਵਿਕਾਸ ਲਈ ਜਿਹੜੀਆਂ ਹਿੰਦੁਸਤਾਨ 'ਚ ਬੜੀਆਂ ਸ਼ਕਤੀਸ਼ਾਲੀ ਲਹਿਰਾਂ ਚੱਲ ਰਹੀਆਂ ਸਨ, ਉਹ ਜਿਹੜੀ ਹੈਗੀਆਂ ਉਹਨਾਂ ਨੇ ਇੱਕ ਥੱਲੇ ਆਧਾਰ ਤਿਆਰ ਕਰਤਾ ਸੀ, ਜਿਹਦੇ ਵਿੱਚ ਆਪਾਂ ਮੁੱਢਲੇ ਜਿਹੜੇ ਦਾਰਸ਼ਨਿਕ ਨੇ ਉਹ ਪੈਦਾ ਹੋਏ। ਇਹਨੂੰ ਅਗਲੇ ਜਿਹੜੇ ਸਾਡੇ 19ਵੀਂ ਸਦੀ ਦੇ ਦਾਰਸ਼ਨਿਕ ਨੇ, ਅਗਲੇ ਲੈਕਚਰ 'ਚ ਆਪਾਂ ਉਹਨਾਂ ਦੇ ਬਾਰੇ ਦੱਸਾਂਗੇ, ਤਾਂ ਕਿ ਆਪਾਂ ਨੂੰ ਭਾਰਤ ਦੇ ਦਾਰਸ਼ਨਿਕਾਂ ਬਾਰੇ ਜੋ ਭਰਮ ਭੁਲੇਖੇ ਪਾਏ ਜਾਂਦੇ ਨੇ, ਉਹਨਾਂ ਨੂੰ ਮਤਲਬ ਐਵੇਂ ਬੇਮਤਲਬ ਉਹਨਾਂ ਦੇ ਬਾਰੇ ਜਿਹੜਾ ਹੈਗਾ ਗਲਤ ਫਹਿਮੀਆਂ ਪਾਈਆਂ ਜਾਂਦੀਆਂ ਨੇ, ਉਹਨਾਂ ਦੀ ਜਿਹੜੀ ਹੈਗੀਆਂ ਸੀਮਾਵਾਂ ਬਾਰੇ ਜਿਹੜਾ ਹੈਗਾ ਚੁੱਪ ਕੀਤਾ ਜਾਂਦਾ, ਤੇ ਉਹਨਾਂ ਨੂੰ ਹੁਣ ਦਾ ਜਿਹੜਾ ਫਾਸਿਸਟ ਏਜੰਡਾ ਉਹਦੇ ਅਨੁਸਾਰੀ ਜਿਹੜਾ ਹੈਗਾ ਕਰਕੇ ਉਹਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਦਾ ਪਰਦਾਫਾਸ਼ ਕਰਨ ਲਈ ਆਪਾਂ ਨੂੰ ਇਹਨਾਂ ਦੀ ਬਹੁਤ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਹੈ। ਔਰ ਦੂਸਰਾ, ਆਪਣੇ ਪੂਰੀ ਵਿਰਾਸਤ ਵਿੱਚ ਜੋ ਕੁਝ ਵੀ ਚੰਗਾ ਉਹਨੂੰ ਵੀ ਆਪਾਂ ਜਿਹੜਾ ਹੈਗਾ ਆਤਮਸਾਤ ਕਰਨਾ ਤੇ ਮਾੜੇ ਨੂੰ ਜਿਹੜਾ ਹੈਗਾ ਕੱਢਣਾ। ਇਸੇ ਦੇ ਸੰਬੰਧ ਵਿੱਚ ਮੈਂ ਆਪਣੀ ਗੱਲ ਖਤਮ ਕਰਦਾ ਤੇ ਭਾਰਤੀ ਦਰਸ਼ਨ ਦੀ ਜਿਹੜੀ ਆਪਾਂ ਅਗਲੇ ਲੈਕਚਰ ਵਿੱਚ ਕੰਪਲੀਟ ਹੋ ਜਾਏਗੀ। ਠੀਕ।